मरकस दी इंजील प्रभु यीशु मसीह दा बपतिस्मा त्यावा चैप्टर 1 परमेश्वर दे पुत्र यीशु मसीह दी खुशखबरी दा आरंभ जिहा कि यशायाह नबी विच लिखिया होया है। वेख मैं अपने दूत नूं तेरे अगे अगे घल्लदा हां जो तेरा रस्ता तैयार करेगा। उजाड़ विच एक होका देण वाले दी आवाज़ भी प्रभु दे रस्ते नूं तैयार करो, उहदे राहां नूं सिद्धे करो। यूहन्ना आया जिहड़ा उजाड़ विच बपतिस्मा दिंदा सी और पापां दी माफी लई तौबा दे बपतिस्मे दा प्रचार करदा सी अते सारा यहूदिया देश ਅਤੇ जेरूशलम ਦੇ ਸਾਰੇ ਰਹਿਣ ਵਾਲੇ ਨਿਕਲ ਕੇ ਉਹਦੇ ਕੋਲ ਚੱਲੇ ਆਉਂਦੇ ਅਤੇ ਆਪੋ ਆਪਣੇ ਪਾਪਾਂ ਨੂੰ ਮੰਨ ਕੇ ਯਰਦਨ ਵਿੱਚ ਬਪਤਿਸਮਾ ਲੈਂਦੇ ਸਨ। ਉਹਨਾਂ ਦੇ ਵਾਲਾਂ ਦੇ ਸਨ ਅਤੇ ਚਾਮ ਦੀ ਪੇਟੀ ਉਹਦੇ ਲੱਕ ਨਾਲ ਸੀ ਅਤੇ ਉਹ ਟਿੱਡੀਆਂ ਬਣਦਾ ਸ਼ਹਿਦ ਖਾਂਦਾ ਸੀ ਤੇ ਉਸਨੇ ਪ੍ਰਚਾਰ ਕੀਤਾ, ਉਹ ਆਉਂਦਾ ਹੈ ਜੋ ਮੈਥੋਂ ਬਲਵੰਤ ਹੈ ਔਰ ਮੈਂ ਇਸ ਲਾਇਕ ਵੀ ਨਹੀਂ ਕਿ ਉਹਦੀ ਜੁੱਤੀ ਦਾ ਤਸ਼ਮਾ ਵੀ ਖੋਲਾਂ। मैं तुहानू पानी नाल बपतिस्मा दिता है पर वो तुहानू पवित्र आत्मा नाल बपतिस्मा देवेगा। उन्हीं दिनी इह होया जो यीशु गलील दे नासरत तो आण के यरदन विच यूहन्ना दे हत्थों बपतिस्मा लिया और पानी विचों निकलदे सार उहने आकाश खुलदियां ते आसमान उहदे उत्ते कबूतर दे न्याय उतरदियां देखिया। एक सुरगी बाणी आई जो तू मेरा प्यारा पुत्र है तैथों मैं प्रसन्न हाँ। आत्मा झट उहनू उजाड़ विच लै गया और उजाड़ विच 40 दिनां तक शैतान उहनू परताउंदा रहा ਤੇ ਉਹ ਜੰਗਲੀ ਜਾਨਵਰਾਂ ਨਾਲ ਰਹਿੰਦਾ ਸੀ ਅਤੇ ਦੂਤ ਉਹਦੀ ਟਹਿਲ ਕਰਦੇ ਸਨ। ਉਪਰੰਤ यूहन्ना ਦੇ ਪਕੜਵਾਏ ਜਾਣ ਦੇ ਪਿੱਛੋਂ ਯਿਸੂ ਗਲੀਲ ਵਿੱਚ ਆਇਆ ਔਰ ਉਸਨੇ ਪਰਮੇਸ਼ਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਕੇ ਆਖਿਆ, ਸਮਾਂ ਪੂਰਾ ਹੋਇਆ ਤੇ ਪਰਮੇਸ਼ਰ ਦਾ ਰਾਜ ਨੇੜੇ ਆ ਗਿਆ ਹੈ। ਤੌਬਾ ਕਰੋ ਤੇ ਖੁਸ਼ਖਬਰੀ ਉੱਤੇ ਪ੍ਰਤੀਤ ਕਰੋ। ਗਲੀਲ ਦੀ ਝੀਲ ਦੇ ਕੰਢੇ ਉੱਤੇ ਫਿਰਦਿਆਂ ਉਸਨੇ ਸ਼ਮੂਨ ਔਰ ਪਤਰਸ ਸ਼ਮੂਨ ਦੇ ਭਰਾ ਇੰਦਰਿਆਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਦੇਖਿਆ ਕਿਉਂਕਿ ਉਹ ਮਾਛੀ ਸਨ। ਯਿਸੂ ਨੇ ਉਹਨਾਂ ਨੂੰ ਆਖਿਆ, ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ। ਅਤੇ ਝੱਟ ਜਾਲਾਂ ਨੂੰ ਛੱਡ ਕੇ ਉਹਦੇ ਮਗਰ ਹੋ ਤੁਰੇ ਔਰ ਥੋੜੀ ਦੂਰ ਅੱਗੇ ਵੱਧ ਕੇ ਉਹਨੇ ਜਬਦੀ ਦੇ ਪੁੱਤਰ ਯਾਕੂਬ ਅਤੇ ਉਸਦੇ ਭਰਾ यूहन्ना ਨੂੰ ਵੇਖਿਆ ਜੋ ਬੇੜੀ ਉੱਤੇ ਜਾਲਾਂ ਨੂੰ ਸੁਧਾਰਦੇ ਪਏ ਸਨ ਔਰ ਝੱਟ ਉਹਨੇ ਉਹਨਾਂ ਨੂੰ ਸੱਦਿਆ ਤੇ ਉਹ ਆਪਣੇ ਪਿਓ ਜਬਦੀ ਨੂੰ ਕਾਮਿਆਂ ਸਣੇ ਬੇੜੀ ਵਿੱਚ ਛੱਡ ਕੇ ਉਹਦੇ ਮਗਰ ਤੁਰ ਪਏ। ਤਾਂ ਉਹ ਕਫਰਨਹੂਮ ਵਿੱਚ ਵੜੇ ਔਰ ਸਬਤ ਦੇ ਦਿਨ ਉਹ ਝੱਟ ਸਮਾਜ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ ਅਤੇ ਉਹ ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ ਕਿਉਂ ਜੋ ਉਹ ਗ੍ਰੰਥੀਆਂ ਵਾਂਗੂ ਨਹੀਂ ਪਰ ਅਖਤਿਆਰ ਵਾਲੇ ਵਾਂਗੂ ਉਹਨਾਂ ਨੂੰ ਉਪਦੇਸ਼ ਦਿੰਦਾ ਸੀ। ਅਤੇ ਉਸ ਵੇਲੇ ਉਹਨਾਂ ਦੀ ਸਮਾਜ ਵਿੱਚ ਇੱਕ ਮਨੁੱਖ ਸੀ ਜਿਸ ਨੂੰ ਭ੍ਰਿਸ਼ਟ ਆਤਮਾ ਚੰਬੜਿਆ ਹੋਇਆ ਸੀ ਅਤੇ ਇਉਂ ਕਹਿ ਕੇ ਉੱਚੀ ਆਵਾਜ਼ ਨਾਲ ਬੋਲ ਉੱਠਿਆ, ਹੇ ਯਿਸੂ ਨਾਸਰੀ, ਤੇਰਾ ਸਾਡੇ ਨਾਲ ਕੀ ਵਾਸਤਾ? ਕੀ ਤੂੰ ਸਾਡਾ ਨਾਸ਼ ਕਰਨ ਆਇਆ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈ, ਤੂੰ ਪਰਮੇਸ਼ਵਰ ਦਾ ਪਵਿੱਤਰ ਪੁਰਖ ਹੈ। ਤਾਂ ਯਿਸੂ ਨੇ ਉਸਨੂੰ ਵਰਜ ਕੇ ਕਿਹਾ, ਚੁੱਪ ਕਰ ਤੇ ਇਸ ਵਿੱਚੋਂ ਨਿਕਲ ਜਾ। ਸੋ ਭ੍ਰਿਸ਼ਟ ਆਤਮਾ ਉਸਨੂੰ ਮਰੋੜ ਤਰੋੜ ਕੇ ਵੱਡੀ ਆਵਾਜ਼ ਨਾਲ ਚੀਕਾਂ ਮਾਰਦਾ ਹੋਇਆ ਉਸ ਵਿੱਚੋਂ ਨਿਕਲ ਗਿਆ ਤੇ ਉਹ ਸਾਰੇ ਲੋਕ ਐਡੇ ਹੈਰਾਨ ਹੋਏ ਕਿ ਆਪੋ ਵਿੱਚ ਚਰਚਾ ਕਰਨ ਲੱਗੇ ਵੀ ਇਹ ਕੀ ਹੈ, ਇਹ ਕਿਹੋ ਜਿਹੀ ਨਵੀਂ ਸਿੱਖਿਆ ਤਾਂ ਭ੍ਰਿਸ਼ਟ ਆਤਮਿਆਂ ਨੂੰ ਵੀ ਇਹ ਅਖਤਿਆਰ ਨਾਲ ਹੁਕਮ ਕਰਦਾ ਤੇ ਉਹ ਉਸ ਦੀ ਮੰਨ ਲੈਂਦੇ ਹਨ। ਉਵੇਂ ਗਲੀਲ ਦੇ ਸਾਰੇ ਇਲਾਕੇ ਵਿੱਚ ਉਹਦੀ ਧੁੰਮ ਪੈ ਗਈ ਔਰ ਝੱਟ ਸਮਾਜ ਵਿੱਚੋਂ ਬਾਹਰ ਨਿਕਲ ਕੇ ਯਾਕੂਬ ਔਰ यूहन्ना ਸਣੇ ਸ਼ਮੂਨ ਅਤੇ ਇੰਦਰਿਆਸ ਦੇ ਘਰ ਆਏ ਅਤੇ ਸ਼ਮੂਨ ਦੀ ਸੱਸ ਤਾਪ ਨਾਲ ਪਈ ਸੀ ਤੇ ਉਹਨਾਂ ਨੇ ਝੱਟ ਉਸਨੂੰ ਉਹਦੀ ਖਬਰ ਕੀਤੀ ਔਰ ਉਹ ਕੋਲ ਆਇਆ ਅਤੇ ਉਹਨੂੰ ਹੱਥੋਂ ਫੜ ਕੇ ਉਠਾ ਲਿਆ ਤਾਂ ਉਹਦਾ ਤਾਪ ਲੱਥ ਗਿਆ। ਉਹਨੇ ਉਹਨਾਂ ਦੀ ਖਾਤਰ ਕੀਤੀ ਤੇ ਸਾਂਝ ਨੂੰ ਜਦੋਂ ਸੂਰਜ ਡੁੱਬ ਗਿਆ ਤਾਂ ਸਾਰੇ ਰੋਗੀਆਂ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਉਸ ਕੋਲ ਲਿਆਂਦੇ ਔਰ ਸਾਰਾ ਨਗਰ ਬੂਹੇ ਉੱਤੇ ਇਕੱਠਾ ਹੋਇਆ ਸੀ ਅਤੇ ਉਸਨੇ ਬਹੁਤਿਆਂ ਨੂੰ ਜਿਹੜੇ ਭਾਂਤ ਦੇ ਰੋਗੀ ਸਨ ਚੰਗਾ ਕੀਤਾ ਔਰ ਬਹੁਤ ਸਾਰੇ ਭੂਤਾਂ ਨੂੰ ਕੱਢ ਦਿੱਤਾ ਅਤੇ ਭੂਤਾਂ ਨੂੰ ਬੋਲਣ ਨਾ ਦਿੱਤਾ ਕਿ ਜੋ ਤਾਂ ਉਸਨੂੰ ਪਛਾਣਦੇ ਸਨ। ਉਹ ਵੱਡੇ ਤੜਕੇ ਕੁਝ ਰਾਤ ਰਹਿੰਦਿਆਂ ਉੱਠ ਕੇ ਬਾਹਰ ਨਿਕਲਿਆ ਔਰ ਇੱਕ ਉਜਾੜ ਥਾਂ ਵਿੱਚ ਜਾ ਕੇ ਉੱਥੇ ਪ੍ਰਾਰਥਨਾ ਕੀਤੀ ਅਤੇ ਸ਼ਮੂਨ ਔਰ ਉਸਦੇ ਸਾਥੀ ਉਸਦੇ ਪਿੱਛੇ ਗਏ ਔਰ ਜਾਂ ਉਹਨਾਂ ਉਸਨੂੰ ਲੱਭ ਲਿਆ ਤਾਂ ਉਹਨੂੰ ਆਖਿਆ, ਤੈਨੂੰ ਸਭ ਉਹ ਭਾਲਦੇ ਹਨ। ਉਸਨੇ ਉਹਨਾਂ ਨੂੰ ਆਖਿਆ, ਆਓ ਕਿਸੇ ਹੋਰ ਪਾਸੇ ਨੇੜੇ ਦੇ ਨਗਰਾਂ ਵਿੱਚ ਚੱਲੀਏ ਜੋ ਮੈਂ ਉੱਥੇ ਵੀ ਪ੍ਰਚਾਰ ਕਰਾਂ ਕਿਉਂਕਿ ਮੈਂ ਇਸੇ ਲਈ ਹੀ ਨਿਕਲਿਆ ਹਾਂ। ਤਾਂ ਉਹ ਸਾਰੀ ਗਲੀਲ ਵਿੱਚ ਉਹਨਾਂ ਦੀਆਂ ਸਮਾਜਾਂ ਵਿੱਚ ਜਾ ਕੇ ਮੁਨਾਦੀ ਕਰਦਾ ਔਰ ਭੂਤਾਂ ਨੂੰ ਕੱਢਦਾ ਸੀ। ਇੱਕ ਕੋਹੜੀ ਨੇ ਉਹਦੇ ਕੋਲ ਆਣ ਕੇ ਉਹਦੀ ਮਿੰਨਤ ਕੀਤੀ ਔਰ ਉਹਦੇ ਅੱਗੇ ਗੋਡੇ ਨਵਾ ਕੇ ਉਸਨੂੰ ਆਖਿਆ, ਜੇ ਤੂੰ ਚਾਹੇ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈ। ਔਰ ਉਸਨੇ ਤਰਸ ਖਾ ਕੇ ਆਪਣਾ ਹੱਥ ਲੰਮਾ ਕੀਤਾ ਔਰ ਉਹਨੂੰ ਛੋਹ ਕੇ ਆਖਿਆ, ਹਾਂ ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾ। ਤੇ ਝੱਟ ਪਟ ਉਹਦਾ ਕੋਹੜ ਜਾਂਦਾ ਰਿਹਾ ਤੇ ਸ਼ੁੱਧ ਹੋ ਗਿਆ। ਤਦ ਉਹਨੇ ਉਹਨੂੰ ਤਗੀਦ ਕਰਕੇ ਉਸੇ ਵੇਲੇ ਘੱਲ ਦਿੱਤਾ ਤੇ ਉਹਨੂੰ ਇਹ ਕਿਹਾ,
ਵੇਖ ਕਿਸੇ ਨੂੰ ਕੁਝ ਨਾ ਦੱਸੀ, ਪਰ ਜਾ ਕੇ ਆਪਣੇ ਤਾਈਂ ਯਾਜਕ ਨੂੰ ਵਿਖਾ ਔਰ ਆਪਣੇ ਸ਼ੁੱਧ ਹੋਣ ਦੇ ਕਾਰਨ ਜਿਹੜੀ ਭੇਟ ਮੂਸਾ ਨੇ ਠਹਿਰਾਈ ਚੜਾ, ਤਾਂ ਜੋ ਉਹਨਾਂ ਲਈ ਸਾਖੀ ਹੋਵੇ। ਪਰ ਉਹ ਬਾਹਰ ਜਾ ਕੇ ਬਹੁਤ ਚਰਚਾ ਕਰਨ ਲੱਗਾ ਤੇ ਇਸ ਗੱਲ ਨੂੰ ਐਡਾ ਉਜਾਗਰ ਕੀਤਾ ਜੋ ਯਿਸੂ ਫਿਰ ਨਗਰ ਵਿੱਚ ਖੁੱਲ੍ਹ ਮੁਖੱਲਾ ਨਾ ਵੜ ਸਕਿਆ, ਪਰ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚੁਫੇਰੇ ਉਹਦੇ ਕੋਲ ਆਉਂਦੇ ਜਾਂਦੇ ਰਹੇ। ਅਧਰੰਗੀ ਅਤੇ ਕੂੜੀ ਦਾ ਚੰਗਿਆ ਕਰਨਾ ਸ਼ਬਦ ਦਾ ਮਾਲਕ। ਚੈਪਟਰ 2। ਕਿੰਨੇ ਦਿਨਾਂ ਪਿੱਛੋਂ ਜਦੋਂ ਕਫਰਨਹੂਮ ਵਿੱਚ ਫਿਰ ਆਇਆ ਤਾਂ ਇਹ ਸੁਣਿਆ ਗਿਆ ਜੋ ਉਹ ਘਰੇ ਹੀ ਹੈ, ਤੇ ਇੰਨੇ ਲੋਕ ਇਕੱਠੇ ਹੋਏ ਜੋ ਬੂਹੇ ਦੇ ਅੱਗੇ ਥਾਂ ਵੀ ਨਾ ਰਿਹਾ, ਤੇ ਉਹਨਾਂ ਨੂੰ ਵਚਨ ਸੁਣਾਇਆ। ਇੱਕ ਅਧਰੰਗੀ 4 ਮਨੁੱਖਾਂ ਕੋਲੋਂ ਚੁਕਵਾ ਕੇ ਉਹਦੇ ਕੋਲ ਲਿਆਂਦਾ ਗਿਆ, ਔਰ ਭੀੜ ਕਰਕੇ ਉਹਦੇ ਨੇੜੇ ਨਾ ਆ ਸਕੇ ਤਾਂ ਉਹਨਾਂ ਨੇ ਛੱਤ ਵਿੱਚ ਜਿੱਥੇ ਉਸ ਵਿੱਚ ਸੀ ਮੋਹ ਕੀਤਾ ਅਤੇ ਉਸ ਨੂੰ ਉਧੇੜਿਆ ਤੇ ਮੰਜੀ ਨੂੰ ਉਹਦੇ ਜਿਹਦੇ ਉੱਤੇ ਅਧਰੰਗੀ ਪਿਆ ਸੀ ਉਤਾਰ ਦਿੱਤਾ। ਅਤੇ ਯਿਸੂ ਨੇ ਉਹਨਾਂ ਦੀ ਨਿਸ਼ਚਾ ਵੇਖ ਕੇ ਉਸ ਅਧਰੰਗੀ ਨੂੰ ਕਿਹਾ, ਹੇ ਪੁੱਤਰ, ਤੇਰੇ ਗੁਨਾਹ ਮਾਫ ਹੋਏ। ਪਰ ਕਈ ਗ੍ਰੰਥੀ ਉੱਥੇ ਬੈਠੇ ਮਨਾਂ ਵਿੱਚ ਵਿਚਾਰ ਕਰਨ ਲੱਗੇ ਵੀ ਕਿਉਂ ਇਸ ਤਰ੍ਹਾਂ ਬੋਲਦਾ ਹੈ, ਇਹ ਕੁਫਰ ਬਕਦਾ ਹੈ, ਪਰਮੇਸ਼ਰ ਦੇ ਬਿਨਾਂ ਹੋਰ ਕੌਣ ਪਾਪ ਮਾਫ ਕਰ ਸਕਦਾ ਹੈ। ਤੇ ਉਵੇਂ ਯਿਸੂ ਨੇ ਆਪਣੇ ਆਤਮਾ ਨਾਲ ਜਾਣ ਕੇ ਉਹਨਾਂ ਦੇ ਮਨਾਂ ਵਿੱਚ ਇਉਂ ਵਿਚਾਰ ਕਰਦੇ ਹਨ, ਉਹਨਾਂ ਨੂੰ ਕਿਹਾ ਕਿ ਤੁਸੀਂ ਕਾਹਨੂੰ ਆਪਣੇ ਮਨਾਂ ਨੂੰ ਅਜਿਹੇ ਵਿੱਚ ਵਿਚਾਰਾਂ 'ਚ ਲਿਆਉਂਦੇ ਹੋ? ਕਿਹੜੀ ਗੱਲ ਸੁਖਾਲੀ ਹੈ? ਅਧਰੰਗੀ ਨੂੰ ਇਹ ਕਹਿਣਾ ਕਿ ਤੇਰੇ ਪਾਪ ਮਾਫ ਹੋਏ, ਜਾਂ ਇਹ ਕਹਿਣਾ ਕਿ ਉੱਠ ਤੇ ਆਪਣੀ ਮੰਜੀ ਚੁੱਕ ਕੇ ਤੁਰ? ਪਰ ਇਸ ਲਈ ਜੋ ਤੁਸੀਂ ਜਾਣੋ ਵੀ ਮਨੁੱਖ ਦੇ ਪੁੱਤਰ ਨੂੰ ਧਰਤੀ ਤੇ ਮਾਫ ਕਰਨ ਦਾ ਵੀ ਅਖਤਿਆਰ ਹੈ। ਉਸਨੇ ਅਧਰੰਗੀ ਨੂੰ ਆਖਿਆ, ਮੈਂ ਤੈਨੂੰ ਜਾਣਦਾ, ਉੱਠ ਆਪਣੀ ਮੰਜੀ ਚੁੱਕ ਕੇ ਘਰ ਚਲੇ ਜਾ। ਤਾਂ ਉੱਠਿਆ ਔਰ ਮੰਜੀ ਚੁੱਕ ਕੇ ਝੱਟ ਉਹਨਾਂ ਸਭਨਾਂ ਦੇ ਸਾਹਮਣੇ ਨਿਕਲ ਗਿਆ, ਔਰ ਉਹ ਸਭੇ ਦੰਗ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ਰ ਦੀ ਉਡਾਈ ਕੀਤੀ ਕਿ ਅਸਾਂ ਇਸ ਦੀ ਇਸੇ ਤਰ੍ਹਾਂ ਦੀ ਗੱਲ ਕਦੇ ਵੀ ਨਹੀਂ ਵੇਖੀ। ਫਿਰ ਬਾਹਰ ਝੀਲ ਦੇ ਕੰਢੇ ਉੱਤੇ ਉਹ ਗਿਆ ਤੇ ਸਾਰੀ ਭੀੜ ਉਹਦੇ ਕੋਲ ਆਈ ਅਤੇ ਉਸਨੇ ਉਹਨਾਂ ਨੂੰ ਉਪਦੇਸ਼ ਕੀਤਾ। ਔਰ ਜਾਂਦੇ ਹੋਏ ਉਹਨੇ ਹਲਫਾ ਦੇ ਪੁੱਤਰ ਲੇਵੀ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਤੇ ਉਹਨੂੰ ਕਿਹਾ, ਮੇਰੇ ਪਿੱਛੇ ਹੋ ਤੁਰ। ਉਹ ਉੱਠ ਕੇ ਉਹਦੇ ਪਿੱਛੇ ਹੋ ਤੁਰਿਆ ਤਾਂ ਇਹ ਹੋਇਆ ਕਿ ਉਹ ਉਸਦੇ ਘਰ ਵਿੱਚ ਰੋਟੀ ਖਾਣ ਬੈਠਾ ਤੇ ਬਹੁਤ ਸਾਰੇ ਮਸੂਲੀਏ ਤੇ ਪਾਪੀ ਯਿਸੂ ਔਰ ਉਹਦੇ ਚੇਲਿਆਂ ਨਾਲ ਬੈਠ ਗਿਆ, ਕਿਉਂਕਿ ਉਹ ਸਾਰੇ ਸਨ ਬਹੁਤ ਸਾਰੇ ਤੇ ਉਹਦੇ ਮਗਰ ਵੀ ਆਉਂਦੇ ਸਨ ਤੁਰੇ। ਅਤੇ ਫਰੀਸੀਆਂ ਤੇ ਗ੍ਰੰਥੀਆਂ ਨੇ ਉਹਨੂੰ ਪਾਪੇ ਤੇ ਮਸੂਲੀਆਂ ਦੇ ਨਾਲ ਖਾਂਦੇ ਪੀਂਦੇ ਵੇਖਿਆ ਤਾਂ ਚੇਲਿਆਂ ਨੂੰ ਕਿਹਾ, ਉਹ ਮਸੂਲੀਆਂ ਤੇ ਪਾਪਿਆਂ ਨਾਲ ਕਿਉਂ ਖਾਂਦਾ ਹੈ? ਯਿਸੂ ਨਾਲ ਸੁਣ ਕੇ ਉਹਨੂੰ ਆਖਿਆ, ਨਵੇਂ ਨਵੇਂ ਨੂੰ ਨਹੀਂ, ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ। ਮੈਂ ਧਰਮੀਆਂ ਨੂੰ ਨਹੀਂ, ਪਰ ਪਾਪੀਆਂ ਨੂੰ ਬਚਾਉਣ ਆਇਆ ਹਾਂ। ਤੇ ਯਹੂਨਾ ਦੇ ਚੇਲੇ ਔਰ ਫਰੀਸੀ ਵਰਤ ਰੱਖਦੇ ਹਨ, ਪਰ ਉਹਨਾਂ ਨੇ ਆਣ ਕੇ ਉਹਨਾਂ ਨੂੰ ਆਖਿਆ, ਇਹਦਾ ਕੀ ਕਾਰਨ ਹੈ? ਯਹੂਨਾ ਦੇ ਚੇਲੇ ਤੇ ਫਰੀਸੀਆਂ ਦੇ ਚੇਲੇ ਵਰਤ ਰੱਖਦੇ ਹਨ, ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ। ਤੇ ਯਿਸੂ ਨੇ ਉਹਨਾਂ ਨੂੰ ਆਖਿਆ, ਜਦ ਤੀਕਰ ਲਾੜਾ ਦੀ ਨਸ਼ੇ ਦੇ ਨਾਲ ਹੈ ਤੇ ਕੀ ਭਲਾ ਉਹ ਭੁੱਖੇ ਰਹਿ ਸਕਦੇ ਹਨ? ਉਹ ਵਰਤ ਰੱਖ ਸਕਦੇ ਹਨ, ਜਿੰਨਾ ਚਿਰ ਲਾੜਾ ਉਹਨਾਂ ਦੇ ਨਾਲ ਹੈ ਵਰਤ ਨਹੀਂ ਰੱਖ ਸਕਦੇ। ਪਰ ਉਹਦੇ ਨਾਲ ਆਉਣਗੇ ਜਦੋਂ ਲਾੜਾ ਉਹਨਾਂ ਤੋਂ ਅਲੱਗ ਕੀਤਾ ਜਾਵੇਗਾ ਤੇ ਉਸ ਦਿਨ ਜ਼ਰੂਰ ਵਰਤ ਰੱਖਣਗੇ। ਪੁਰਾਣੇ ਕੱਪੜੇ ਨੂੰ ਕੋਈ ਟਾਕੀ ਨਹੀਂ ਲਾਉਂਦਾ, ਨਹੀਂ ਤਾਂ ਜਿਹੜੀ ਟਾਕੀ ਉਸ ਲਾਈ ਹੈ ਉਸ ਤੋਂ ਬਹੁਤ ਕੁਝ ਖਿੱਚ ਲੈਂਦੀ ਹੈ, ਅਰਥਾਤ ਨਵੀਂ ਪੁਰਾਣੀ ਤੋਂ ਤੇ ਲੰਗਾਰ ਵੱਧ ਜਾਂਦਾ ਹੈ। ਅਤੇ ਨਵੀਂ ਮੈਂ ਨੂੰ ਪੁਰਾਣੀਆਂ ਮਸ਼ਕਾਂ ਨਾਲ ਕੋਈ ਨਹੀਂ ਭਰਦਾ, ਨਹੀਂ ਤਾਂ ਮੈਂ ਮਸ਼ਕਾਂ ਨੂੰ ਪਾੜ ਦੇਵੇਗੀ ਔਰ ਮੈਂ ਅਤੇ ਮਸ਼ਕਾਂ ਦੋਵਾਂ ਦਾ ਨਾਸ਼ ਹੋ ਜਾਂਦਾ ਹੈ। ਪਰ ਨਵੀਂ ਮੈਂ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ। ਤਾਂ ਇਹ ਹੋਇਆ ਜੋ ਉਸ ਸਬਤ ਦੇ ਦਿਨ ਪੈਲੀਆਂ ਵਿੱਚੋਂ ਦੀ ਲੰਘਦਾ ਸੀ, ਔਰ ਉਹਦੇ ਚੇਲੇ ਰਾਹ ਵਿੱਚ ਸਿੱਟੇ ਤੋੜਨ ਲੱਗੇ। ਅਤੇ ਫਰੀਸੀਆਂ ਨੇ ਉਸਨੂੰ ਆਖਿਆ, ਵੇਖੇ ਸਬਤ ਦੇ ਦਿਨ ਉਹ ਕੰਮ ਕਿਉਂ ਕਰਦੇ ਹਨ ਜਿਹੜਾ ਕਰਨਾ ਯੋਗ ਨਹੀਂ? ਤੇ ਉਸਨੇ ਉਹਨਾਂ ਨੂੰ ਆਖਿਆ, ਭਲਾ ਤੁਸੀਂ ਕਦੇ ਇਹ ਨਹੀਂ ਪੜ੍ਹਿਆ ਵੀ ਦਾਊਦ ਨੇ ਕੀ ਕੀਤਾ ਜਦ ਉਹਨੂੰ ਲੋੜ ਸੀ? ਉਹ ਤੇ ਉਹਦੇ ਸਾਥੀ ਭੁੱਖੇ ਸਨ ਤੇ ਜੋ ਉਹ ਕਿੱਕਰ ਸਰਦਾਰ ਜਾਜਕ ਅਬਿਆਥਾਰ ਦੇ ਸਮੇਂ ਪਰਮੇਸ਼ਰ ਦੇ ਘਰ ਵਿੱਚ ਗਿਆ, ਚੜਾਵੇ ਦੀਆਂ ਰੋਟੀਆਂ ਖਾਧੀਆਂ ਜਿਨ੍ਹਾਂ ਦਾ ਖਾਣਾ ਜਾਜਕਾਂ ਤੋਂ ਬਿਨਾਂ ਹੋਰ ਕਿਸੇ ਨੂੰ ਯੋਗ ਨਹੀਂ, ਔਰ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ। ਉਸਨੇ ਉਹਨਾਂ ਨੂੰ ਆਖਿਆ, ਸਬਤ ਦਾ ਦਿਨ ਮਨੁੱਖ ਦੀ ਖਾਤਰ ਬਣਿਆ ਹੈ, ਨਾ ਕਿ ਮਨੁੱਖ ਸਬਤ ਦੀ ਖਾਤਰ। ਇਸ ਲਈ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਮਾਲਕ ਹੈ। ਸਬਤ ਨੂੰ ਮੰਨਣਾ ਪਵਿੱਤਰ ਆਤਮਾ ਦੇ ਵਿਰੁੱਧ ਪਾਪ। ਉਹ ਫਿਰ ਸਮਾਜ ਵਿੱਚ ਗਿਆ ਔਰ ਉੱਥੇ ਇੱਕ ਮਨੁੱਖ ਸੀ ਜਿਹਦਾ ਹੱਥ ਸੁੱਕਿਆ ਹੋਇਆ ਸੀ, ਅਤੇ ਉਹ ਉਸਦੀ ਤੱਕ ਵਿੱਚ ਲੱਗੇ ਹੋਏ ਸਨ ਕਿ ਵੇਖੀਏ ਉਹ ਸਬਤ ਦੇ ਦਿਨ ਉਸਨੂੰ ਚੰਗਾ ਕਰੇ ਕਿ ਨਹੀਂ, ਵੀ ਉਸਦੇ ਜਿੰਮੇ ਦੋਸ਼ ਲਾਉਣ। ਉਹਨੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, ਵਿਚਾਲੇ ਖੜਾ ਹੋ। ਉਹਨੇ ਉਹਨਾਂ ਤੋਂ ਪੁੱਛਿਆ ਕਿ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ਕਿ ਬੁਰਾ ਕਰਨਾ, ਜਾਨ ਬਚਾਉਣੀ ਜਾਂ ਜਾਨ ਮਾਰਨੀ? ਉਹ ਚੁੱਪ ਹੀ ਰਹੇ। ਤਦ ਉਹਨੇ ਉਹਨਾਂ ਨੂੰ ਸਖਤ ਦਿਲੀ ਦੇ ਕਾਰਨ ਉਦਾਸ ਹੋ ਕੇ ਉਹਨਾਂ ਵੱਲ ਕ੍ਰੋਧ ਨਾਲ ਚੁਫੇਰੇ ਨਜ਼ਰ ਕੀਤੀ ਤੇ ਉਸ ਮਨੁੱਖ ਨੂੰ ਕਿਹਾ, ਆਪਣਾ ਹੱਥ ਲੰਮਾ ਕਰ। ਉਸਨੇ ਆਪਣਾ ਹੱਥ ਲੰਮਾ ਕੀਤਾ ਤੇ ਫਿਰ ਉਹ ਚੰਗਾ ਹੋ ਗਿਆ। ਤਦ ਫਰੀਸੀਆਂ ਨੇ ਨਿਕਲ ਕੇ ਉਸੇ ਵੇਲੇ ਹੈਰੋਦੀਆਂ ਨਾਲ ਉਹਦੇ ਵਿਰੁੱਧ ਮਤਾ ਪਕਾਇਆ ਕਿ ਕਿਸ ਤਰ੍ਹਾਂ ਉਸਦਾ ਨਾਸ਼ ਕਰੀਏ। ਯਿਸੂ ਆਪਣੇ ਚੇਲਿਆਂ ਸਣੇ ਝੀਲ ਵੱਲ ਚਲੇ ਗਿਆ ਤੇ ਗਲੀਲ ਤੋਂ ਬਹੁਤ ਸਾਰੇ ਲੋਕ ਉਸਦੇ ਮਗਰ ਹੋ ਤੁਰੇ। ਯਹੂਦੀਆਂ ਤੇ ਯਰੂਸ਼ਲਮ ਅਤੇ ਅਦੂਮ ਤੋਂ ਅਤੇ ਯਰਦਨ ਦੇ ਪਾਰੋਂ, ਸੂਰ ਅਤੇ ਸੈਦਾ ਦੇ ਦੁਆਲਿਆਂ
ਵੱਡੀ ਭੀੜ ਇਹ ਸੁਣ ਕੇ ਜੋ ਉਹ ਕਿਹੇ ਵੱਡੇ ਵੱਡੇ ਕੰਮ ਕਰਦਾ ਹੈ ਉਹਦੇ ਕੋਲ ਆਈ ਤਾਂ ਉਸਨੇ ਆਪਣੇ ਚੇਲੇ ਨੂੰ ਆਖਿਆ, ਭੀੜ ਦੇ ਕਾਰਨ ਇੱਕ ਭੌਂਗੀ ਮੇਰੇ ਲਈ ਤਿਆਰ ਕਰੋ, ਇੱਕ ਡੋਂਗੀ ਮੇਰੇ ਲਈ ਤਿਆਰ ਕਰੋ ਵੀ ਲੋਕ ਮੈਨੂੰ ਦਬਾ ਨਾ ਲੈਣ। ਤਾਂ ਜੋ ਉਸਨੇ ਬਹੁਤਿਆਂ ਨੂੰ ਚੰਗਾ ਕੀਤਾ ਸੀ। ਇੱਥੋਂ ਥੋੜੀ ਕਿ ਜਿੰਨੇ ਰੋਗੀ ਸਨ ਉਹ ਉਸਨੂੰ ਛੂਹਣ ਲਈ ਉਸ ਉੱਤੇ ਡਿੱਗਦੇ ਜਾਂਦੇ ਸਨ ਤੇ ਭ੍ਰਿਸ਼ਟ ਆਤਮਾ ਨੇ ਜਦੋਂ ਉਹਨੂੰ ਵੇਖਿਆ ਤਾਂ ਉਹਦੇ ਅੱਗੇ ਡਿੱਗ ਪਿਆ ਔਰ ਚੀਕਾਂ ਮਾਰ ਕੇ ਬੋਲੇ, ਤੂੰ ਤਾਂ ਪਰਮੇਸ਼ਰ ਦਾ ਪੁੱਤਰ ਹੈ। ਤਦ ਉਸਨੇ ਉਹਨਾਂ ਨੂੰ ਵੱਡੀ ਤਕੀਦ ਕੀਤੀ ਵੀ ਮੈਨੂੰ ਉਜਾਗਰ ਨਾ ਕਰੋ। ਫਿਰ ਉਸਨੇ ਪਹਾੜ ਤੇ ਚੜ੍ਹ ਕੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ ਆਪਣੇ ਕੋਲ ਸੱਦਿਆ ਅਤੇ ਉਸਦੇ ਕੋਲ ਆਏ ਤੇ ਉਸਨੇ 12 ਪੁਰਸ਼ ਠਹਿਰਾਏ ਜੋ ਉਹਦੇ ਨਾਲ ਰਹਿਣ ਅਤੇ ਉਹਨਾਂ ਨੂੰ ਭੇਜੇ ਵੀ ਉਹ ਪ੍ਰਚਾਰ ਕਰਨ ਤੇ ਭੂਤਾਂ ਦੇ ਕੱਢਣ ਦਾ ਅਖਤਿਆਰ ਵੀ ਰੱਖਣ। ਸ਼ਮੂਨ ਦਾ ਨਾਂ ਉਸਨੇ ਪਤਰਸ ਵੀ ਰੱਖਿਆ ਤੇ ਜ਼ਬਦੀ ਦੇ ਪੁੱਤਰ ਯਾਕੂਬ ਦਾ ਭਰਾ ਯਹੂਨਾ, ਜਿਨ੍ਹਾਂ ਦੋਹਾਂ ਦਾ ਨਾਂ ਉਸਨੇ ਬਨੀ ਰੋਗਿਸ ਰੱਖਿਆ ਅਤੇ ਅਰਥਾਤ ਗਰਜਨ ਦੇ ਪੁੱਤਰ। ਅੰਦਰਿਆਸ ਤੇ ਫਿਲਿਪਸ ਤੇ ਬਰਥੋਲਮਾਈ ਅਤੇ ਮੱਤੀ ਅਤੇ ਥੋਮਾ ਤੇ ਹਲਫਾ ਦਾ ਪੁੱਤਰ ਯਾਕੂਬ ਅਤੇ ਥਦਈ ਅਤੇ ਸ਼ਮੂਨ ਕਨਾਨੀ ਤੇ ਯਹੂਦਾ ਇਸਕਰਿਓਤੀ ਜਿਹਨੇ ਉਸਨੂੰ ਫੜਵਾ ਵੀ ਦਿੱਤਾ। ਉਹ ਘਰ ਆਇਆ ਔਰ ਇੰਨੀ ਭੀੜ ਇਕੱਠੀ ਹੋਈ ਕਿ ਰੋਟੀ ਵੀ ਨਾ ਉਹ ਖਾ ਸਕੇ। ਉਹਦੇ ਸਾਕਾਂ ਨੇ ਸੁਣਿਆ ਤਾਂ ਉਹਦੇ ਫੜਨ ਨੂੰ ਨਿਕਲੇ ਕਿਉਂਕਿ ਉਹਨਾਂ ਨੇ ਆਖਿਆ ਕਿ ਇਹ ਆਪਣੇ ਆਪ ਤੋਂ ਬਾਹਰ ਹੋ ਗਿਆ ਤੇ ਗ੍ਰੰਥੀਆਂ ਨੇ ਜਿਹੜੇ ਯਰੂਸ਼ਲਮ ਤੋਂ ਆਏ ਸਨ ਇਹ ਕਿਹਾ ਵੀ ਉਹ ਬੁਆਲਜ਼ਬੂਲ ਨਾਲ ਮਿਲਿਆ ਹੋਇਆ ਹੈ, ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ। ਤਾਂ ਉਸਨੇ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਦ੍ਰਿਸ਼ਟਾਂਤਾਂ ਵਿੱਚ ਉਹਨਾਂ ਨੂੰ ਕਿਹਾ ਕਿ ਸ਼ੈਤਾਨ ਕਿਸ ਤਰ੍ਹਾਂ ਕੱਢ ਸਕਦਾ ਹੈ। ਜਿਸ ਕਿਸੇ ਦੇ ਰਾਜ ਛੁੱਟ ਪੈ ਜਾਵੇ ਉਹ ਰਾਜ ਠਹਿਰ ਨਹੀਂ ਸਕਦਾ, ਔਰ ਜੇ ਕਿਸੇ ਘਰ ਵਿੱਚ ਛੁੱਟ ਪੈ ਜਾਵੇ ਤਾਂ ਘਰ ਠਹਿਰ ਨਾ ਸਕੇਗਾ। ਜੇ ਸ਼ੈਤਾਨ ਆਪਣੇ ਵਿਰੁੱਧ ਉੱਠੇ ਔਰ ਉਸ ਵਿੱਚ ਫੁੱਟ ਪੈ ਜਾਵੇ ਤਾਂ ਉਹ ਠਹਿਰ ਨਹੀਂ ਸਕਦਾ, ਸਗੋਂ ਉਹਦਾ ਓੜਕ ਅਪੁੱਜਿਆ। ਕੋਈ ਕਿਸੇ ਜ਼ੋਰਾਵਰ ਦੇ ਘਰ ਵਿੱਚ ਵੜ ਕੇ ਉਹਦਾ ਸਵਾਬ ਲੁੱਟ ਨਹੀਂ ਸਕਦਾ ਜੇ ਪਹਿਲਾਂ ਉਸ ਜ਼ੋਰਾਵਰ ਨੂੰ ਬੰਨ ਨਾ ਲਵੇ, ਤਦ ਉਹ ਉਸਦਾ ਘਰ ਲੁੱਟੇਗਾ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਨੁੱਖਾਂ ਦੇ ਪੁੱਤਰਾਂ ਦੇ ਸਾਰੇ ਪਾਪ ਕੁਫਰ ਜਿੰਨੇ ਉਹ ਬਕਣਗੇ ਮਾਫ ਕੀਤੇ ਜਾਣਗੇ, ਪਰ ਜੋ ਕੋਈ ਪੁੱਤਰ ਆਤਮਾ ਦੇ ਵਿਰੁੱਧ ਕੁਫਰ ਬੋਲੇ ਉਹਨੂੰ ਕਦੇ ਵੀ ਮਾਫੀ ਨਹੀਂ ਮਿਲੇਗੀ। ਪਰ ਉਹ ਸਦਾ ਉਹਦੇ ਪਾਪ ਦੇ ਵਸ ਵਿੱਚ ਆ ਗਿਆ ਤੇ ਜੋ ਉਹਨਾਂ ਨੇ ਆਖਿਆ ਵੀ ਭ੍ਰਿਸ਼ਟ ਆਤਮਾ ਉਹਦੇ ਵਿੱਚ ਹੈ। ਤਦ ਉਸਦੀ ਮਾਤਾ ਔਰ ਉਸਦੇ ਭਰਾ ਵੀ ਆਏ ਔਰ ਬਾਹਰ ਖਲੋ ਕੇ ਉਸਨੂੰ ਬੁਲਾ ਭੇਜਿਆ ਅਤੇ ਬਹੁਤ ਲੋਕ ਉਹਦੇ ਚੁਫੇਰੇ ਬੈਠੇ ਸਨ। ਉਹਨੂੰ ਆਖਣ ਲੱਗੇ ਕਿ ਦੇਖੋ ਤੇਰੀ ਭਰਾ ਤੇ ਮਾਤਾ ਤੇ ਤੇਰੇ ਭਰਾ ਤੇ ਮਾਂ ਪਿਓ ਬਾਹਰ ਖੱਤਰ ਨੂੰ ਲੱਭਦੇ ਹਨ। ਅਤੇ ਉਸਨੇ ਉਹਨਾਂ ਨੂੰ ਆਖਿਆ ਕਿ ਕੌਣ ਹੈ ਮੇਰੀ ਮਾਤਾ ਤੇ ਕਿੱਥੇ ਹਨ ਮੇਰੇ ਭਰਾ। ਉਸਨੇ ਉਹਨਾਂ ਵੱਲ ਜਿਹੜੇ ਉਸਦੇ ਆਲੇ ਦੁਆਲੇ ਬੈਠੇ ਸਨ ਚੌਂ ਪਾਸੇ ਨਿਗਾਹ ਕਰਕੇ ਆਖਿਆ, ਉਹ ਵੇਖੋ ਮੇਰੀ ਮਾਤਾ ਤੇ ਮੇਰੇ ਭਰਾ, ਕਿਉਂਕਿ ਕੋਈ ਪਰਮੇਸ਼ਰ ਦੀ ਮਰਜ਼ੀ ਉੱਤੇ ਚੱਲਦਾ ਹੈ ਤੇ ਕੋਈ ਸੋਈ ਮੇਰਾ ਭਰਾ, ਅਤੇ ਜੋ ਕੋਈ ਪਰਮੇਸ਼ਰ ਦੀ ਮਰਜ਼ੀ ਤੇ ਚੱਲਦਾ ਹੈ ਸੋਈ ਮੇਰੀ ਭੈਣ ਅਤੇ ਮਾਤਾ ਹੈ। ਬੀਜਣ ਵਾਲਾ ਪਾਉਣ ਅਤੇ ਝੀਲ ਦਾ ਮਾਲਕ ਚੈਪਟਰ 4। ਫਿਰ ਉਹ ਝੀਲ ਦੇ ਕੰਢੇ ਤੇ ਉਪਦੇਸ਼ ਦੇਣ ਲੱਗਿਆ ਤੇ ਐਡੀ ਵੱਡੀ ਭੀੜ ਉਹਦੇ ਕੋਲ ਇਕੱਠੀ ਹੋਈ ਕਿ ਝੀਲ ਵਿੱਚ ਇੱਕ ਬੇੜੀ ਤੇ ਚੜ੍ਹ ਬੈਠਾ। ਸਾਰੀ ਭੀੜ ਝੀਲ ਦੇ ਕੰਢੇ ਧਰਤੀ ਉੱਤੇ ਰਹੀ ਅਤੇ ਉਹਨਾਂ ਨੇ ਦ੍ਰਿਸ਼ਟਾਂਤਾਂ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਉਪਦੇਸ਼ ਦਿੱਤਾ। ਆਪਣੇ ਉਪਦੇਸ਼ਾਂ ਵਿੱਚ ਉਹਨਾਂ ਨੂੰ ਕਿਹਾ ਕਿ ਸੁਣੋ, ਇੱਕ ਵੇਖੋ ਇੱਕ ਬੀਜਣ ਵਾਲਾ ਆਇਆ ਅਤੇ ਇਉਂ ਹੋਇਆ ਕਿ ਉਹਦੇ ਬੀਜਦਿਆਂ ਕੁਝ ਪਹੇ ਵਿੱਚ ਡਿੱਗਿਆ, ਪੰਛੀ ਉਸਨੂੰ ਆ ਕੇ ਚੁਗ ਲਗਾਇਆ। ਕੁਝ ਪਥਰੀਲੀ ਜ਼ਮੀਨ ਵਿੱਚ ਗਿਰਿਆ ਜਿੱਥੇ ਉਸਨੂੰ ਬਹੁਤ ਮਿੱਟੀ ਨਾ ਮਿਲੀ ਤੇ ਡੂੰਘੀ ਮਿੱਟੀ ਨਾ ਮਿਲਣ ਕਰਕੇ ਛੇਤੀ ਉੱਗ ਪਿਆ। ਜਦ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਔਰ ਜੜ ਨਾ ਫੜਨ ਦੇ ਕਾਰਨ ਸੁੱਕ ਗਿਆ ਤੇ ਕੁਝ ਕੰਡਿਆਲਾਂ ਵਿੱਚ ਗਿਰਿਆ ਤੇ ਕੰਡਿਆਲਾਂ ਨੇ ਵੱਧ ਕੇ ਉਸਨੂੰ ਦਬਾ ਲਿਆ ਤੇ ਉਹ ਨਾ ਫੜਿਆ। ਕੁਝ ਚੰਗੀ ਜ਼ਮੀਨ ਵਿੱਚ ਗਿਰਿਆ ਤੇ ਉਹ ਉੱਗਦਿਆਂ ਵੱਧਦਿਆਂ ਫੁੱਲਦਿਆਂ ਕੁਝ 30 ਗੁਣਾ 60 ਗੁਣਾ ਤੇ ਕੁਝ 100 ਗੁਣਾ ਫਲ ਦਿੱਤਾ। ਅਤੇ ਫਿਰ ਉਸਨੇ ਕਿਹਾ ਕਿ ਜਿਹਦੇ ਕੰਨ ਹੋਣ ਉਹ ਸੁਣੇ, ਜਿਹਦੇ ਸੁਣਨ ਦੇ ਕੰਨ ਹੋਣ ਉਹ ਸੁਣੇ। ਜਦੋਂ ਉਹ ਇਕਾਂਤ ਵਿੱਚ ਸੀ ਤਾਂ ਜਿਹੜੇ ਉਹਦੇ ਕੋਲ ਸਨ 12 ਚੇਲਿਆਂ ਨਾਲ ਮਿਲ ਕੇ ਦ੍ਰਿਸ਼ਟਾਂਤਾਂ ਦਾ ਅਰਥ ਉਹਨੂੰ ਪੁੱਛਿਆ ਤੇ ਉਸਨੇ ਉਹਨਾਂ ਨੂੰ ਆਖਿਆ ਕਿ ਪਰਮੇਸ਼ਵਰ ਦਾ ਰਾਜ ਦਾ ਭੇਤ ਤੁਹਾਨੂੰ ਦਿੱਤਾ ਗਿਆ। ਜਿਹੜੇ ਬਾਹਰ ਹਨ ਉਹਨਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂ ਹਨ, ਕਿਉਂਕਿ ਵੇਖਦੇ ਹੋਏ ਤਾਂ ਵੇਖਣ ਪਰ ਬੁੱਝਣ ਨਹੀਂ, ਸੁਣਦੇ ਹੋਏ ਸੁਣਨ ਪਰ ਸਮਝਣ ਨਹੀਂ, ਮੱਤੇ ਮੋੜਨ ਤੇ ਉਹਨਾਂ ਨੂੰ ਮਾਫੀ ਮਿਲੇ। ਅਤੇ ਉਸਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਇਹ ਦ੍ਰਿਸ਼ਟਾਂਤ ਨਹੀਂ ਸਮਝਦੇ ਤਾਂ ਸਾਰੇ ਦ੍ਰਿਸ਼ਟਾਂਤਾਂ ਨੂੰ ਕਿੱਕਰ ਸਮਝੋ। ਬੀਜਣ ਵਾਲਾ ਵਚਨ ਬੀਜਦਾ ਹੈ, ਪਰ ਪਹੇ ਦੇ ਕਿਨਾਰੇ ਜਿੱਥੇ ਵਚਨ ਬੀਜਿਆ ਜਾਂਦਾ ਹੈ ਉਹ ਲੋਕ ਹਨ ਜਿਹੜੇ ਉਹਨਾਂ ਨੇ ਸੁਣ ਲਿਆ ਔਰ ਸ਼ੈਤਾਨ ਉਵੇਂ ਕਿਵੇਂ ਆ ਕੇ ਉਸਨੂੰ ਚੁੱਕ ਕੇ ਲੈ ਗਿਆ। ਜਿਹੜਾ ਬੀਜਿਆ ਗਿਆ ਸੀ, ਜਿਹੜੇ ਪੱਥਰੀਲੇ ਥਾਂ ਵਿੱਚ ਬੀਜੇ ਜਾਂਦੇ ਹਨ ਉਹ ਹਨ ਜਿਹੜੇ ਵਚਨ ਸੁਣਦੇ ਸਰ ਖੁਸ਼ੀ ਨਾਲ ਮੰਨ ਲੈਂਦੇ ਹਨ ਪਰ ਆਪਣੇ ਵਿੱਚ ਜੜ ਨਹੀਂ ਰੱਖਦੇ, ਔਰ ਥੋੜ੍ਹਾ ਚਿਰ ਜੋ ਰਹਿੰਦਾ ਹੈ ਉਹ ਵਚਨ ਦੇ ਕਾਰਨ ਦੁੱਖ ਵਿੱਚ ਪੈਂਦੇ ਹਨ ਜਾਂ ਸਤਾਏ ਜਾਂਦੇ ਹਨ ਤਾਂ ਝੱਟ ਪੱਟ ਠੋਕਰ ਖਾਂਦੇ ਹਨ। ਅਤੇ ਫਿਰ ਉਹ ਹਨ ਜੋ ਕੰਡਿਆਲਾਂ ਵਿੱਚ ਬੀਜੇ ਜਾਂਦੇ ਹਨ। ਇਹ ਉਹ ਹਨ ਜਿਹਨਾਂ ਦਾ ਵਚਨ ਸੁਣਿਆ ਪਰ ਦੁਨੀਆ ਦੀਆਂ ਚਿੰਤਾਵਾਂ ਤੇ ਧਨ ਦਾ ਧੋਖਾ ਤੇ ਹੋਰਨਾਂ ਚੀਜ਼ਾਂ ਦਾ ਲੋਭ ਆਣ ਕੇ ਵਚਨ ਨੂੰ ਦਬਾ ਲੈਂਦੇ ਹਨ ਅਤੇ ਉਹ ਅਫਲ ਰਹਿ ਜਾਂਦਾ ਹੈ। ਜਿਹੜੇ ਚੰਗੀ ਜ਼ਮੀਨ ਵਿੱਚ ਬੀਜੇ ਗਏ ਹਨ ਉਹ ਲੋਕ ਹਨ ਜਿਹੜੇ ਵਚਨ ਨੂੰ ਸੁਣ ਕੇ ਮੰਨ ਲੈਂਦੇ ਹਨ ਤੇ ਫਲ ਦਿੰਦੇ ਹਨ, ਕੁਝ 30 ਗੁਣਾ, ਕੁਝ 60 ਗੁਣਾ ਤੇ ਕੁਝ 100 ਗੁਣਾ।
ਉਸਨੇ ਉਹਨਾਂ ਨੂੰ ਆਖਿਆ ਕਿ ਦੀਵਾ ਟੋਪੇ ਦੇ ਹੇਠ ਜਾਂ ਮੰਜੇ ਦੇ ਹੇਠ ਰੱਖਣ ਨੂੰ ਲਿਆਉਂਦੇ ਹਨ, ਦੀਵਾ ਉੱਤੇ ਨਹੀਂ ਰੱਖਣ ਨੂੰ। ਤੇ ਕੋਈ ਵਸਤੂ ਗੁਪਤ ਨਹੀਂ, ਇਸ ਲਈ ਜੋ ਪ੍ਰਗਟ ਕੀਤੀ ਜਾਵੇ, ਤੇ ਨਾ ਕੋਈ ਵਸਤੂ ਛੁਪਾਈ ਗਈ ਹੈ, ਇਸ ਲਈ ਕਿ ਉਹ ਉਜਾਗਰ ਨਾ ਹੋਵੇ। ਅਤੇ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਸੁਣਨਾ। ਫਿਰ ਉਸਨੇ ਮੈਨੂੰ ਆਖਿਆ ਕਿ ਚੌਕਸ ਰਹੋ, ਕਿ ਜੋ ਕੀ ਸੁਣਦੇ ਹੋ, ਜਿਸ ਮੇਕ ਨਾਲ ਤੁਸੀਂ ਮਿਣਦੇ ਹੋ ਉਸ ਨਾਲ ਤੁਹਾਡੇ ਲਈ ਮਿਣਿਆ ਜਾਵੇਗਾ, ਤੁਹਾਨੂੰ ਵਧੇਕ ਦਿੱਤਾ ਜਾਵੇਗਾ। ਕਿਉਂਕਿ ਜਿਹਦੇ ਕੋਲ ਕੁਝ ਹੈ ਉਹਨੂੰ ਦਿੱਤਾ ਜਾਵੇਗਾ, ਜਿਹਦੇ ਕੋਲ ਕੁਝ ਨਹੀਂ ਉਸ ਤੋਂ ਉਹ ਵੀ ਲੈ ਲਿਆ ਜਾਵੇਗਾ। ਤੇ ਫਿਰ ਉਸਨੇ ਆਖਿਆ ਪਰਮੇਸ਼ਰ ਰਾਜ ਇਹੋ ਜਿਹਾ ਹੈ, ਤਿਹਾ ਕੋਈ ਮਨੁੱਖ ਜ਼ਮੀਨ ਵਿੱਚ ਵੀ ਪਾਵੇ ਅਤੇ ਦਿਨ ਰਾਤ ਸੋਵੇ ਉੱਠੇ ਤੇ ਉਹ ਬੀਜ ਉਹ ਪਵੇ ਅਤੇ ਵਧੇ, ਔਰ ਉਹ ਨਾ ਜਾਣੇ ਕਿ ਕਿਸ ਤਰ੍ਹਾਂ। ਜ਼ਮੀਨ ਤਾਂ ਆਪੋ ਆਪਣੇ ਫਲ ਲਿਆਉਂਦੀ ਹੈ, ਪਹਿਲਾਂ ਅੰਗੂਰੀ, ਫਿਰ ਸਿੱਟਾ, ਔਰ ਫਿਰ ਸਿੱਟੇ ਵਿੱਚ ਸਾਬਤ ਦਾਣੇ, ਔਰ ਜਿਉਂ ਫਲ ਪੱਕੇ ਤਾਂ ਉਹ ਝੱਟ ਦਾਤੀ ਲਾਉਂਦਾ ਹੈ, ਜੋ ਵਾਢੀ ਦਾ ਵੇਲਾ ਆ ਗਿਆ। ਤੇ ਫਿਰ ਉਸਨੇ ਕਿਹਾ ਕਿ ਪਰਮੇਸ਼ਰ ਦੇ ਰਾਜ ਨੂੰ ਤੁਸੀਂ ਕਿਹਦੇ ਵਰਗਾ ਦੱਸੋਗੇ, ਕਿ ਕਿਹੜਾ ਦ੍ਰਿਸ਼ਟਾਂਤ ਵੀ ਉਹਦੇ ਲਈ ਦਈਏ। ਇੱਕ ਰਾਈ ਦੇ ਦਾਣੇ ਵਰਗਾ ਕਿ ਜਦੋਂ ਜ਼ਮੀਨ ਵਿੱਚ ਬੀਜਿਆ ਜਾਂਦਾ, ਜ਼ਮੀਨ ਦੇ ਸਭ ਨਬੀਆਂ ਨਾਲ ਛੋਟਾ ਹੈ, ਪਰ ਜਦ ਬੀਜਿਆ ਗਿਆ ਉੱਗਦਾ ਹੈ ਤੇ ਸਾਰੀਆਂ ਸਬਜ਼ੀਆਂ ਨਾਲ ਵੱਡਾ ਹੋ ਜਾਂਦਾ ਹੈ। ਜਿਵੇਂ ਵੱਡੀਆਂ ਟਹਿਣੀਆਂ ਫੁੱਟਦੀਆਂ ਹਨ ਕਿ ਆਕਾਸ਼ ਦੇ ਪੰਛੀ ਉਸ ਦੀ ਛਾਇਆ ਵਿੱਚ ਬਸੇਰਾ ਕਰ ਸਕਦੇ ਹਨ। ਔਰ ਇਹੋ ਜਿਹੇ ਕੁਝ ਬਹੁਤ ਸਾਰੇ ਦ੍ਰਿਸ਼ਟਾਂਤਾਂ ਵਿੱਚ ਉਹ ਵਚਨ ਕਰਦਾ ਸੀ, ਔਰ ਜਿਸ ਤਰ੍ਹਾਂ ਉਹ ਸੁਣ ਸਕਦੇ ਸਨ, ਔਰ ਬਿਨਾਂ ਦ੍ਰਿਸ਼ਟਾਂਤਾਂ ਉਹ ਨਹੀਂ ਸੀ ਬੋਲਦਾ, ਪਰ ਨਿਰਾਲੇ ਵਿੱਚ ਉਹ ਆਪਣੇ ਚੇਲਿਆਂ ਨੂੰ ਸਭ ਕੁਝ ਖੋਲ ਕੇ ਦੱਸਦਾ ਸੀ। ਉਸ ਦਿਨ ਜਦੋਂ ਸਾਂਝ ਹੋਈ ਤਾਂ ਉਸਨੇ ਉਹਨਾਂ ਨੂੰ ਕਿਹਾ, ਅਸੀਂ ਪਾਰ ਚੱਲੀਏ, ਔਰ ਉਹ ਭੀੜ ਨੂੰ ਛੱਡ ਕੇ ਜ਼ਿਕਰ ਉਹ ਬੇੜੀ ਉੱਤੇ ਸੀ ਤਿਹਾ ਹੀ ਉਹਨੂੰ ਲੈ ਚੱਲੇ। ਹੋਰ ਬੇੜੇ ਵਿੱਚ ਨਾਲ ਸਨ। ਤਦ ਵੱਡੀ ਨੇਰੀ ਵਗੀ ਤੇ ਲਹਿਰਾਂ ਬੇੜੀਪੁਰ ਇੱਥੋਂ ਤੀਕਰ ਲੱਗ ਗਈਆਂ, ਜੋ ਬੇੜੀ ਪਾਣੀ ਨਾਲ ਭਰ ਚੱਲੀ ਸੀ, ਅਤੇ ਬੇੜੀ ਦੇ ਪਿਛਲੇ ਸਿਰੇ ਵੱਲ ਇੱਕ ਸਿਰਹਾਣਾ ਰੱਖ ਕੇ ਸੁੱਤਾ ਹੋਇਆ ਸੀ। ਤਦ ਉਹਨੇ ਉਸਨੂੰ ਜਗਾਇਆ ਤੇ ਉਹਨੂੰ ਆਖਿਆ, ਗੁਰੂ ਜੀ ਤੈਨੂੰ ਕੋਈ ਫਿਕਰ ਨਹੀਂ ਜੋ ਅਸੀਂ ਨਾਸ਼ਤੇ ਚੱਲੇ। ਤਦ ਉਸਨੇ ਉੱਠ ਕੇ ਪੌਣ ਨੂੰ ਦਬਕਾ ਦਿੱਤਾ ਤੇ ਚੀਲ ਹੋ ਗਿਆ, ਚੁੱਪ ਕਰ, ਥੰਮ ਜਾ। ਤਾਂ ਪੌਣ ਥੰਮ ਕੇ ਤੇ ਵੱਡਾ ਚੈਨ ਹੋ ਗਿਆ। ਉਸਨੇ ਉਹਨੂੰ ਆਖਿਆ, ਤੁਸੀਂ ਕਾਹਤੋਂ ਡਰਦੇ ਹੋ, ਤੁਹਾਨੂੰ ਨਿਸ਼ਚੈ ਨਹੀਂ ਆਈ? ਤਾਂ ਉਹਨਾਂ ਨੇ ਡਾਢਾ ਪੈ ਖਾਧਾ ਤੇ ਆਪੋ ਵਿੱਚ ਕਹਿਣ ਲੱਗੇ, ਇਹ ਕੌਣ ਹੈ? ਪੌਣ ਤੇ ਚੀਰ ਵੀ ਇਹਦੀ ਗੱਲ ਮੰਨ ਲੈਂਦੇ ਹਨ। ਗਿਰਸੇਨੀ ਭੂਤ ਵਾਲਾ ਜੈਰਸ ਦੀ ਧੀ ਨੂੰ ਜਵਾਲਣਾ ਚੈਪਟਰ 5। ਝੀਲ ਦੇ ਪਾਰ ਗਿਰਸੇਨੀ ਦੇਸ਼ ਵਿੱਚ ਪਹੁੰਚੇ, ਔਰ ਜਦੋਂ ਬੇੜੀ ਤੋਂ ਉਤਰਿਆ ਤਾਂ ਉਹਨੇ ਇੱਕ ਮਨੁੱਖ ਜਿਹਦੇ ਵਿੱਚ ਭ੍ਰਿਸ਼ਟ ਆਤਮਾ ਸੀ ਕਬਰਾਂ ਵਿੱਚੋਂ ਨਿਕਲ ਕੇ ਉਹਨੂੰ ਆ ਮਿਲਿਆ। ਉਹ ਕਬਰਾਂ ਵਿੱਚ ਰਹਿੰਦਾ ਸੀ ਤੇ ਹੁਣ ਕੋਈ ਉਹਨੂੰ ਸੰਗਲਾਂ ਨਾਲ ਵੀ ਜਕੜ ਨਹੀਂ ਸੀ ਸਕਦਾ। ਉਹ ਤਾਂ ਕਈ ਵਾਰੀ ਬੇੜੀਆਂ ਤੇ ਸੰਗਲਾਂ ਨਾਲ ਜਕੜਿਆ ਗਿਆ ਸੀ, ਪਰ ਉਹਨੇ ਸੰਗਲ ਤੋੜ ਸੁੱਟੇ ਤੇ ਬੇੜੀਆਂ ਦੇ ਟੋਟੇ ਕਰ ਦਿੱਤੇ, ਅਤੇ ਉਹ ਕੋਈ ਉਸ ਨੂੰ ਕਾਬੂ ਨਹੀਂ ਸੀ ਕਰ ਸਕਦਾ। ਉਹ ਰਾਤ ਦਿਨ ਨਿਤ ਕਬਰਾਂ ਤੇ ਪਹਾੜਾਂ ਵਿੱਚ ਚੀਕਾਂ ਮਾਰਦਾ ਸੀ, ਔਰ ਆਪਣੇ ਆਪ ਨੂੰ ਪੱਥਰਾਂ ਨਾਲ ਵੱਢਦਾ ਹੁੰਦਾ ਸੀ। ਜਾਂ ਉਹਨੇ ਯਿਸੂ ਨੂੰ ਦੂਰੋਂ ਡਿੱਠਾ ਤਾਂ ਦੌੜ ਕੇ ਆਇਆ ਤਾਂ ਉਹਨੂੰ ਮੱਥਾ ਟੇਕਿਆ, ਔਰ ਉੱਚੀ ਆਵਾਜ਼ ਨਾਲ ਪੁਕਾਰ ਕੇ ਬੋਲਿਆ, ਕਿ ਯਿਸੂ ਮਹਾਂਪਰਮੇਸ਼ਰ ਦੇ ਪੁੱਤਰ, ਤੇਰਾ ਮੇਰੇ ਨਾਲ ਕੀ ਕੰਮ? ਮੈਂ ਤੈਨੂੰ ਪਰਮੇਸ਼ਰ ਦੀ ਸਹੁੰ ਦਿੰਦਾ, ਮੈਨੂੰ ਦੁੱਖ ਨਾ ਦੇ। ਕਿਉਂ ਜੋ ਉਸਨੇ ਉਹਨੂੰ ਆਖਿਆ ਸੀ ਕਿ ਭ੍ਰਿਸ਼ਟ ਆਤਮਾ ਇਸ ਮਨੁੱਖ ਵਿੱਚੋਂ ਨਿਕਲ ਜਾ। ਫਿਰ ਉਸਨੇ ਉਹਨੂੰ ਪੁੱਛਿਆ, ਤੇਰਾ ਕੀ ਨਾਮ ਹੈ? ਉਸਨੇ ਉਹਨੂੰ ਕਿਹਾ, ਮੇਰਾ ਨਾਮ ਲਸ਼ਕਰ ਹੈ, ਕਿਉਂ ਜੋ ਅਸੀਂ ਬਹੁਤ ਸਾਰੇ ਹਾਂਗੇ। ਅਤੇ ਉਸਨੇ ਉਹਨਾਂ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਇਸ ਦੇਸ਼ ਵਿੱਚੋਂ ਸਾਨੂੰ ਨਾ ਕੱਢ। ਉੱਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਏਜੜ ਚੁਗਦਾ ਸੀ, ਤਾਂ ਉਹਨਾਂ ਨੇ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਸੂਰਾਂ ਵਿੱਚ ਘੱਲ ਦੇ ਤਾਂ ਜੋ ਅਸੀਂ ਉਸ ਵਿੱਚ ਜਾ ਵੜੀਏ। ਤਾਂ ਉਸਨੇ ਉਹਨਾਂ ਨੂੰ ਜਾਲਣ ਦਿੱਤਾ, ਤਾਂ ਭ੍ਰਿਸ਼ਟ ਆਤਮਾ ਨਿਕਲ ਕੇ ਸੂਰਾਂ ਵਿੱਚ ਜਾ ਵੜਿਆ। ਏਜੜ ਢਾਹੇ ਉੱਤੋਂ ਸਿਰ ਤੋੜ ਭੱਜ ਕੇ ਝੀਲ ਵਿੱਚ ਜਾ ਪਿਆ, ਤੇ ਗਿਣਤੀ ਵਿੱਚ 2000 ਲੋਕ ਸਨ, ਉਹ ਜੋ ਝੀਲ ਵਿੱਚ ਡੁੱਬ ਮੋਏ 2000 ਸੂਰ। ਤਦ ਉਹਨਾਂ ਦੇ ਚੁਗਾਉਣ ਵਾਲਿਆਂ ਨੇ ਨੱਠ ਕੇ ਨਗਰ ਅਤੇ ਪਿੰਡਾਂ ਵਿੱਚ ਖਬਰ ਪਹੁੰਚਾਈ, ਔਰ ਉਹ ਲੋਕ ਦੇਖਣ ਲਈ ਨਿਕਲੇ ਕਿ ਕੀ ਹੋਇਆ। ਤੇ ਯਿਸੂ ਨੇ ਕੋਲ ਆਣ ਕੇ ਭੂਤ ਵਾਲੇ ਨੂੰ, ਜਿਸ ਉੱਤੇ ਲਸ਼ਕਰ ਦਾ ਸਾਰਾ ਸਾਇਆ ਸੀ, ਕੱਪੜੇ ਪਹਿਨੇ ਤੇ ਸੁਰਤ ਸੰਭਾਲੀ ਬੈਠਾ ਵੇਖਿਆ, ਤੇ ਉਹ ਡਰ ਗਿਆ। ਤਾਂ ਵੇਖਣ ਵਾਲਿਆਂ ਨੇ ਉਸ ਭੂਤ ਵਾਲੇ ਦੀ ਵਾਰਤਾ ਤੇ ਸੂਰਾਂ ਦਾ ਹਵਾਲ ਉਹਨਾਂ ਨੂੰ ਦੱਸਿਆ। ਤਦ ਉਹ ਉਸ ਦੀ ਮਿੰਨਤ ਕਰਨ ਲੱਗੇ, ਜੋ ਉਹ ਸਾਡੇ ਹੱਥੋਂ ਬਾਹਰ ਨਿਕਲ ਜਾਓ। ਅਤੇ ਜਿਉਂ ਉਹ ਬੇੜੀ ਉੱਤੇ ਚੜ੍ਹਨ ਲੱਗਾ, ਉਸ ਭੂਤ ਵਾਲੇ ਨੇ ਉਸਦੇ ਨਾਲ ਰਹਿਣ ਲਈ ਉਸਦੇ ਅੱਗੇ ਬੇਨਤੀ ਕੀਤੀ, ਪਰ ਉਸਨੇ ਉਸਨੂੰ ਰਹਿਣ ਨਾ ਦਿੱਤਾ। ਪਰ ਉਸਨੂੰ ਆਖਿਆ ਕਿ ਆਪਣੇ ਘਰ ਆਪਣੇ ਸਾਕਾਂ ਅੰਗਾਂ ਕੋਲ ਜਾ ਤੇ ਉਹਨਾਂ ਨੂੰ ਦੱਸ, ਜੋ ਪ੍ਰਭੂ ਨੇ ਤੇਰੇ ਲਈ ਕਿੱਡੇ ਕੰਮ ਕੀਤੇ ਔਰ ਤੇਰੇ ਤੇ ਕਿੰਝ ਦਇਆ ਕੀਤੀ। ਤਾਂ ਉਹ ਚਲਾ ਗਿਆ ਔਰ ਦਿਕਾਪੋਲਿਸ ਵਿੱਚ ਪ੍ਰਚਾਰ ਕਰਨ ਲੱਗਾ ਕਿ ਯਿਸੂ ਨੇ ਮੇਰੇ ਲਈ ਕਿੱਡੇ ਵੱਡੇ ਕੰਮ ਕੀਤੇ। ਤਾਂ ਸਾਰੇ ਲੋਕ ਹੈਰਾਨ ਹੋਏ। ਤਾਂ ਯਿਸੂ ਬੇੜੀ ਉੱਤੇ ਫੇਰ ਪਾਰ ਲੰਘਿਆ, ਤਾਂ ਇੱਕ ਵੱਡੀ ਭੀੜ ਉਹਦੇ ਕੋਲ ਇਕੱਠੀ ਹੋਈ, ਤੇ ਉਹ ਝੀਲ ਦੇ ਕੰਢੇ ਉੱਤੇ ਸੀ। ਔਰ ਸਮਾਜਾਂ ਦੇ ਸਰਦਾਰਾਂ ਵਿੱਚ ਜੈਰਸ ਨਾਮ ਇੱਕ ਆਦਮੀ ਨੂੰ ਆਖਿਆ ਕਿ ਉਹਨੂੰ ਵੇਖ ਕੇ
ਉਹ ਪੈਰੀ ਪਿਆ ਅਤੇ ਉਸਨੇ ਉਸਦੀ ਬਹੁਤ ਵੱਡੀ ਮਿਹਨਤ ਕੀਤੀ ਕਿ ਮੇਰੀ ਛੋਟੀ ਕਾਕੀ ਮਰਲੋਗ ਪਈ ਹੈ ਔਰ ਚੱਲ ਕੇ ਉਸਦੇ ਉੱਤੇ ਆਪਣੇ ਹੱਥ ਰੱਖ ਤੇ ਉਹ ਚੰਗੀ ਹੋ ਜਾਵੇ ਤੇ ਜਿਉਂਦੀ ਰਵੇ। ਤਦ ਉਹ ਉਸਦੇ ਨਾਲ ਗਿਆ ਤੇ ਵੱਡੀ ਭੀੜ ਉਹਦੇ ਮਗਰ ਤੁਰ ਪਈ ਅਤੇ ਉਹਨੂੰ ਉਹ ਦਬਾਈ ਜਾਂਦੀ ਸੀ। ਤਦ ਇੱਕ ਔਰਤ ਜਿਹਨੂੰ 12 ਵਰ੍ਹਿਆਂ ਤੋਂ ਲਹੂ ਆਉਂਦਾ ਸੀ ਔਰ ਜਿਨ ਬਹੁਤ ਹਕੀਮਾਂ ਦੇ ਹੱਥੋਂ ਵੱਡਾ ਦੁੱਖ ਪਾਇਆ ਤਾਂ ਆਪਣਾ ਸਾਰਾ ਕੁਝ ਖਰਚ ਕਰ ਦਿੱਤਾ ਸੀ, ਪਰ ਕੁਝ ਵੀ ਆਰਾਮ ਨਹੀਂ ਸੀ ਮਿਲਿਆ। ਉਸਦਾ ਹੋਰ ਵੀ ਮਾੜਾ ਹਾਲ ਹੋ ਗਿਆ ਤੇ ਯਿਸੂ ਦੀ ਖਬਰ ਸੁਣ ਕੇ ਭੀੜ ਵਿੱਚ ਪਿੱਛੋਂ ਦੀ ਹੋ ਕੇ ਆਈ ਤੇ ਉਸਦਾ ਕੱਪੜਾ ਛੂ ਲਿਆ, ਕਿਉਂ ਜੋ ਉਸ ਆਖਿਆ ਕਿ ਜੋ ਮੈਂ ਨਿਰਾ ਉਸਦੇ ਕੱਪੜੇ ਨੂੰ ਵੀ ਛੂਹਾਂ ਤੇ ਚੰਗੀ ਹੋ ਜਾਵਾਂਗੀ। ਅਤੇ ਉਹਨੂੰ ਉਸਦੇ ਲਹੂ ਦਾ ਬਹਾਵ ਸੁੱਕ ਗਿਆ ਤੇ ਆਪਣੇ ਸਰੀਰ ਵਿੱਚ ਮਾਲੂਮ ਕਰ ਲਿਆ ਜੋ ਮੈਂ ਇਸ ਬਲਾ ਤੋਂ ਛੁੱਟ ਗਈ ਹਾਂ। ਯਿਸੂ ਨੇ ਉਸ ਵੇਲੇ ਆਪਣੇ ਮਨ ਵਿੱਚ ਜਾਣ ਕੇ ਜੋ ਮੇਰੇ ਵਿੱਚੋਂ ਸ਼ਕਤੀ ਨਿਕਲੀ ਉਸ ਭੀੜ ਵੱਲ ਮੁੜ ਕੇ ਕਿਹਾ, ਮੇਰੇ ਕੱਪੜੇ ਨੂੰ ਕਿਸਨੇ ਛੋਇਆ? ਉਸਦੇ ਚੇਲੇ ਨੇ ਉਸਨੂੰ ਆਖਿਆ, ਜੇ ਤੂੰ ਵੇਖਦਾ ਕਿ ਲੋਕ ਤੈਨੂੰ ਦਬਾਉਂਦੇ ਹਨ ਤਾਂ ਫਿਰ ਤੂੰ ਕਹਿੰਦਾ ਮੈਨੂੰ ਕਿਹਨੇ ਛੋਇਆ? ਉਸਨੇ ਇੱਧਰ ਉੱਧਰ ਨਜ਼ਰ ਮਾਰੀ ਤੇ ਇਸ ਕੰਮ ਨੂੰ ਕਰਨ ਵਾਲੀ ਨੂੰ ਵੇਖੋ ਤੇ ਜਦ ਉਸ ਜਨਾਨੀ ਨੂੰ ਜੋ ਕੁਝ ਉਸ ਉੱਤੇ ਬੀਤਿਆ ਸੀ ਜਾਣ ਕੇ ਡਰਦੀ ਕੰਬਦੀ ਹੋਈ ਉਹ ਆਈ ਅਤੇ ਉਸਨੇ ਉਸਦੇ ਚਰਨਾਂ ਤੋਂ ਡਿੱਗ ਕੇ ਆਪਣੀ ਸਾਰੀ ਹਕੀਕਤ ਸੁਣ ਦੱਸ ਦਿੱਤੀ। ਤਾਂ ਉਸਨੇ ਆਖਿਆ, ਬੇਟੀ ਤੇਰੀ ਨਿਸ਼ਚੈ ਨੇ ਤੈਨੂੰ ਚੰਗਾ ਕੀਤਾ, ਸਲਾਮਤ ਚਲੀ ਜਾ, ਆਪਣੀ ਬਲਾ ਤੋਂ ਬਚੀ ਰਹੋ। ਉਹ ਅਜੇ ਬੋਲਦਾ ਹੀ ਸੀ ਕਿ ਸਮਾਜ ਦੇ ਸੇਵਾਦਾਰ ਘਰੋਂ ਲੋਕਾਂ ਨੇ ਆ ਕੇ ਉਸਨੂੰ ਆਖਿਆ, ਤੇਰੀ ਧੀ ਮਰ ਗਈ, ਗੁਰੂ ਨਾ ਹੋਰ ਖੇਚਲ ਦੇਈਂ। ਪਰ ਯਿਸੂ ਨੇ ਉਸਦੀ ਗੱਲ ਨੂੰ ਜੋ ਆਖਦੇ ਸਨ ਕਿਹਾ, ਕਿੰਨਾ ਪਰਵਾਹ ਕਰ। ਸਮਾਜ ਦੇ ਸਰਦਾਰ ਨੂੰ ਆਖਿਆ, ਨਾ ਡਰ, ਤੂੰ ਸਿਰਫ ਨਿਸ਼ਚੈ ਰੱਖ। ਤਾਂ ਉਸਨੇ ਪਤਰਸ ਔਰ ਯਾਕੂਬ ਦੇ ਭਰਾ ਯੂਹੰਨਾ ਤੋਂ ਬਿਨਾਂ ਕਿਸੇ ਹੋਰ ਨੂੰ ਆਪਣੇ ਨਾਲ ਆਉਣ ਦਿੱਤਾ। ਤਦ ਸਮਾਜ ਦੇ ਇੱਕ ਸਰਦਾਰ ਦੇ ਘਰ ਪਹੁੰਚੇ ਤੇ ਰੌਲਾ ਪਾਉਂਦੇ ਹੋਏ ਲੋਕਾਂ ਨੂੰ ਬਹੁਤ ਰੋਂਦੇ ਕਲਾਉਂਦੇ ਹੋਏ ਵੇਖਿਆ ਤੇ ਅੰਦਰ ਜਾ ਕੇ ਉਸਨੂੰ ਆਖਿਆ, ਤੁਸੀਂ ਕਾਹਨੂੰ ਰੌਲਾ ਪਾਉਂਦੇ ਹੋ ਤੇ ਰੋਂਦੇ ਹੋ? ਕੁੜੀ ਤਾਂ ਸੁੱਤੀ ਪਈ ਹੈ, ਮਰੀ ਨਹੀਂ। ਤਾਂ ਉਹ ਸਾਰੇ ਉਸ ਉੱਤੇ ਹੱਸੇ ਤੇ ਸਭਨਾਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਂ ਪਿਓ ਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿੱਥੇ ਕੁੜੀ ਪਈ ਸੀ ਉਹ ਅੰਦਰ ਗਿਆ ਤੇ ਉਸਨੇ ਕੁੜੀ ਦਾ ਹੱਥ ਫੜ ਕੇ ਉਸਨੂੰ ਕਿਹਾ, ਤਬੀਬਾ ਉੱਠ, ਤਬੀਬਾ ਕੋਮੇ। ਇਸਦਾ ਮਤਲਬ ਇਹ ਕੰਨਿਆ, ਮੈਂ ਤੈਨੂੰ ਕਹਿੰਦਾ ਉੱਠ, ਤਬੀਬਾ ਕੋਮੇ। ਉਹ ਕੁੜੀ ਝਟਪਟ ਉੱਠ ਖੜੀ ਹੋਈ ਅਤੇ ਤੁਰਨ ਲੱਗੀ ਤੇ ਉਹ 12 ਵਰ੍ਹਿਆਂ ਦੀ ਸੀ ਅਤੇ ਉਵੇਂ ਲੋਕ ਵੱਡੇ ਚੰਬੇ ਵਿੱਚ ਆਣ ਕੇ ਹੈਰਾਨ ਹੋਏ ਤੇ ਉਸਨੇ ਉਹਨਾਂ ਨੂੰ ਤਗੀਦ ਨਾਲ ਹੁਕਮ ਦਿੱਤਾ ਵੀ ਕੋਈ ਇਹ ਗੱਲ ਨਾ ਜਾਣੇ ਅਤੇ ਆਖਿਆ ਕਿ ਉਸਨੂੰ ਕੁਝ ਖਾਣ ਲਈ ਦਿੱਤਾ ਜਾਵੇ। 12 ਚੇਲਿਆਂ ਦਾ ਮਿਸ਼ਨ ਅਤੇ ਯਿਸੂ ਦੀ ਮੌਤ, ਚੈਪਟਰ 6। ਫਿਰ ਉਹ ਉੱਥੋਂ ਤੁਰ ਕੇ ਆਪਣੇ ਦੇਸ਼ ਵਿੱਚ ਆਇਆ ਔਰ ਉੱਥੇ ਉਸਦੇ ਚੇਲੇ ਉਸਦੇ ਪਿੱਛੇ ਹੋ ਤੁਰੇ ਤੇ ਸਭ ਦਾ ਦਿਨ ਹੋਇਆ ਤਾਂ ਸਮਾਜ ਵਿੱਚ ਉਪਦੇਸ਼ ਦੇਣ ਲੱਗਿਆ ਤੇ ਬਹੁਤੇ ਸੁਣ ਕੇ ਹੈਰਾਨ ਹੋ ਗਏ ਤੇ ਬੋਲੇ ਕਿ ਇਹ ਗੱਲਾਂ ਇਸਨੂੰ ਕਿੱਥੋਂ ਮਿਲੀਆਂ ਤੇ ਉਹ ਇਹੋ ਜਿਹਾ ਗਿਆਨ ਉਸਨੂੰ ਕਿਹਨੇ ਦਿੱਤਾ ਹੋਵੇਗਾ? ਇਹੋ ਜਿਹੀਆਂ ਗੱਲਾਂ ਕਰਾਮਾਤਾਂ ਉਸਦੇ ਹੱਥੋਂ ਹੁੰਦੀਆਂ ਹਨ ਕੀ ਹਨ ਭਲਾ? ਇਹ ਭਲਾ ਤਰਖਾਣ ਦਾ ਪੁੱਤਰ ਨਹੀਂ? ਕੀ ਇਹ ਤਰਖਾਣ ਨਹੀਂ ਮਰੀਅਮ ਦਾ ਪੁੱਤਰ, ਯਾਕੂਬ ਔਰ ਯੋਸੇਸ ਔਰ ਯਹੂਦਾ ਔਰ ਸ਼ਮੂਨ ਦਾ ਭਰਾ ਅਤੇ ਉਹਦੀਆਂ ਭੈਣਾਂ ਇੱਥੇ ਸਾਡੇ ਕੋਲ ਨਹੀਂ ਹਨ? ਸੋ ਉਹਨਾਂ ਸਾਰਿਆਂ ਤੋਂ ਠੋਕਰ ਖਾਧੀ ਉਹਨਾਂ ਨੇ ਅਤੇ ਉਹਨਾਂ ਉਸ ਤੋਂ ਠੋਕਰ ਖਾਧੀ ਜਿਸ ਨੂੰ ਉਹਨਾਂ ਆਖਿਆ, ਨਬੀ ਤਾਂ ਆਪਣੇ ਦੇਸ਼ ਅਤੇ ਆਪਣੇ ਅੰਗ ਸਾਕ ਅਤੇ ਆਪਣੇ ਘਰ ਦੇ ਬਿਨਾਂ ਹੋਰ ਕਿਤੇ ਨਿਰਾਦਰ ਨਹੀਂ ਹੁੰਦਾ। ਔਰ ਉਹ ਉੱਥੇ ਕੋਈ ਵੀ ਕਰਾਮਾਤ ਨਾ ਕਰ ਸਕਿਆ, ਪਰ ਥੋੜੇ ਜਿਹੇ ਰੋਗੇ ਆ ਉੱਤੇ ਉਸਨੇ ਹੱਥ ਰੱਖੇ ਅਤੇ ਉਹਨਾਂ ਨੂੰ ਉਸਨੇ ਚੰਗਾ ਕੀਤਾ, ਕਿਉਂ ਜੋ ਉਹਨਾਂ ਦੀ ਬੇਪਰਵਾਹੀ ਉੱਤੇ ਉਸਨੇ ਅਚਰਜਮਨ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਫਿਰ ਉਪਦੇਸ਼ ਦਿੰਦਾ ਫਿਰਿਆ। ਫਿਰ ਉਹਨਾਂ 12 ਨੂੰ ਕੋਲ ਸੱਦ ਕੇ ਉਹਨਾਂ ਨੂੰ ਦੋ ਕਰਕੇ ਭੇਜਣ ਲੱਗਿਆ ਤੇ ਉਹਨਾਂ ਨੂੰ ਭ੍ਰਿਸ਼ਟ ਆਤਮਾ ਤੇ ਅਖਤਿਆਰ ਦਿੱਤਾ ਤੇ ਉਹਨਾਂ ਨੂੰ ਹੁਕਮ ਦਿੱਤਾ ਵੀ ਜਾ ਰਾਹ ਦੇ ਲਈ ਕਿਸੇ ਹੋਰ ਕੋਈ ਚੀਜ਼ ਤੋਂ ਬਿਨਾਂ, ਸਿਰਫ ਲਾਠੀ ਤੋਂ ਬਿਨਾਂ ਹੋਰ ਕੁਝ ਨਾ ਲਓ, ਨਾ ਰੋਟੀ ਨਾ ਝੋਲਾ, ਨਾ ਨਗਦੀ ਨਾ ਕਮਰ ਕੱਸੇ ਵਿੱਚ, ਪਰ ਜੁੱਤੀ ਪਾਓ ਤੇ 2 ਕੁੜਤੇ, ਨਾ ਪੈਨ। ਜਿਹਦੇ ਘਰ ਜਾਓ ਉੱਥੋਂ ਜਿੰਨਾ ਚਿਰ ਉੱਥੇ ਰਹੋ ਉੱਥੇ ਟਿਕੋ ਤੇ ਹੋਰ ਕਿਤੇ ਨਾ ਤੁਰੋ, ਪਰ ਜਿੱਥੇ ਵੀ ਤੁਹਾਨੂੰ ਕੋਈ ਕਬੂਲ ਨਾ ਕਰਨ ਤੁਹਾਡੀ ਨਾ ਸੁਣਨ ਤਾਂ ਉੱਥੋਂ ਨਿਕਲ ਕੇ ਉਹਨਾਂ ਉੱਤੇ ਸਾਖੀ ਲਈ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ। ਉਹ ਬਾਹਰ ਜਾ ਕੇ ਪ੍ਰਚਾਰ ਕਰਨ ਲੱਗੇ ਕਿ ਲੋਕ ਤੋਬਾ ਕਰਨ। ਬਹੁਤ ਸਾਰੇ ਭੂਤਾਂ ਨੂੰ ਕੱਢ ਦਿੱਤਾ ਤੇ ਬਹੁਤ ਸਾਰੇ ਰੋਗੀਆਂ ਉੱਤੇ ਤੇਲ ਮਾਰ ਕੇ ਉਹਨੂੰ ਚੰਗਾ ਕਰ ਦਿੱਤਾ। ਰਾਜਾ ਹੈਰੋਦਸ ਨੇ ਸੁਣਿਆ ਕਿਉਂ ਜੋ ਉਹਦਾ ਨਾਮ ਬਹੁਤ ਉਜਾਗਰ ਹੋ ਗਿਆ ਸੀ ਤਾਂ ਉਸਨੇ ਆਖਿਆ, ਯੂਹੰਨਾ ਬਪਤਿਸਮਾ ਦੇਣ ਵਾਲਾ ਮੁਰਦੇ ਵਿੱਚ ਜੀ ਉੱਠਿਆ, ਇਸ ਲਈ ਕੁਝ ਸ਼ਕਤੀਆਂ ਉਹਦੇ ਵਿੱਚ ਕੰਮ ਕਰ ਰਹੀਆਂ ਹਨ। ਹੋਰਾਂ ਨੇ ਆਖਿਆ ਏਲੀਆ ਹੈ, ਤੇ ਜਿਹਨਾਂ ਨੇ ਆਖਿਆ ਇਹ ਨਬੀ ਹੈ, ਉਹਨਾਂ ਨਵੀਂ ਵਰਗਾ। ਪਰ ਹੈਰੋਦਸ ਸੁਣ ਕੇ ਕਹਿਣ ਲੱਗਾ, ਯੂਹੰਨਾ ਜਿਹਦਾ ਸਿਰ ਮੈਂ ਵਡਵਾਇਆ ਸੀ ਉਹੀ ਜੀ ਉੱਠਿਆ, ਕਿਉਂਕਿ ਹੈਰੋਦਸ ਨੇ ਆਪਣੇ ਭਾਈ ਫਿਲਿਪਸ ਦੀ ਪਤਨੀ ਹੈਰੋਦਿਆਸ ਦੇ ਕਾਰਨ ਜਿਹੜੀ ਉਸਨੇ ਵਿਆਹ ਲਿਆ ਸੀ ਆਪਣੇ ਲੋਕਾਂ ਵਿੱਚ ਭੇਜ ਕੇ ਯੂਹੰਨਾ ਨੂੰ ਪਕੜਵਾਇਆ ਸੀ, ਉਸਨੂੰ ਕੈਦਖਾਨੇ ਵਿੱਚ ਬੰਦ ਕੀਤਾ। ਇਸ ਲਈ ਉਹਨਾਂ ਨੇ ਹੈਰੋਦਿਆਸ ਨੂੰ ਆਖਿਆ ਸੀ ਕਿ ਆਪਣੀ ਔਰਤ
ਦਾ ਰੱਖਣਾ ਤੈਨੂੰ ਯੋਗ ਨਹੀਂ, ਆਪਣੇ ਲਈ ਤੇਰੇ ਭਰਾ ਦਾ ਰੱਖਣਾ ਤੈਨੂੰ ਯੋਗ ਨਹੀਂ। ਤਾਂ ਹੈਰੋਦਿਆਸ ਉਸ ਨਾਲ ਵੈਰ ਰੱਖ ਲਈ ਸੀ, ਉਸਨੂੰ ਮਾਰ ਸੁੱਟਣਾ ਚਾਹੁੰਦੀ ਸੀ, ਪਰ ਉਸਦਾ ਵੱਸ ਨਹੀਂ ਚੱਲਦਾ ਕਿਉਂਕਿ ਹੈਰੋਦੇਸ ਜੋ ਧਰਮੀ ਅਤੇ ਪਵਿੱਤਰ ਪੁਰਖ ਜਾਣ ਕੇ ਉਸ ਕੋਲ ਡਰਦਾ ਤੇ ਉਸਦੀ ਰੱਖਿਆ ਕਰਦਾ ਸੀ। ਉਸਦੀ ਸੁਣ ਕੇ ਉਹ ਬਹੁਤ ਦੁਵਿਧਾ ਵਿੱਚ ਪੈਂਦਾ ਜਾਂਦਾ, ਪਰ ਉਹ ਖੁਸ਼ੀ ਨਾਲ ਉਹਦੀ ਸੁਣਦਾ ਸੀ। ਔਰ ਦਾਊਦ ਦਾ ਦਿਨ ਆ ਪਹੁੰਚਿਆ ਔਰ ਹੈਰੋਦੇਸ ਨੇ ਆਪਣੇ ਜਨਮ ਦਿਨ ਤੇ ਆਪਣੇ ਅਮੀਰਾਂ ਅਤੇ ਫੌਜ ਦੇ ਸਰਦਾਰਾਂ ਤੇ ਗਲੀਲ ਦੇ ਰਈਸਾਂ ਲਈ ਵੱਡੀ ਦਾਵਤ ਕੀਤੀ ਅਤੇ ਹੈਰੋਦਿਆਸ ਦੀ ਧੀ ਆਪ ਅੰਦਰ ਆ ਕੇ ਨੱਚੀ ਤੇ ਹੈਰੋਦੇਸ ਨਾਲ ਔਰ ਉਹਦੇ ਨਾਲ ਬੈਠਣ ਵਾਲਿਆਂ ਨੂੰ ਉਸਨੇ ਰਜਾਇਆ ਅਤੇ ਰਾਜਾ ਨੇ ਉਸ ਕੁੜੀ ਨੂੰ ਆਖਿਆ, ਜੇ ਤੂੰ ਜੋ ਕੁਛ ਤੂੰ ਚਾਹਵੇਂ ਮੈਥੋਂ ਮੰਗ ਲੈ, ਮੈਂ ਤੈਨੂੰ ਦਿਆਂਗਾ। ਔਰ ਉਸ ਅੱਗੇ ਸਹੁੰ ਖਾਧੀ ਕਿ ਜੋ ਕੁਛ ਤੂੰ ਮੈਥੋਂ ਮੰਗੇ ਮੈਂ ਅੱਧੇ ਰਾਜ ਤੱਕ ਤੈਨੂੰ ਦੇ ਦਿਆਂਗਾ। ਤਦ ਉਸਨੇ ਬਾਹਰ ਜਾ ਕੇ ਆਪਣੀ ਮਾਂ ਨੂੰ ਪੁੱਛਿਆ, ਮਾਂ ਮੈਂ ਕੀ ਮੰਗਾ? ਉਹ ਬੋਲੀ, ਜੋ ਬਪਤਿਸਮਾ ਦੇਣ ਵਾਲਾ ਸਿਰ। ਤਦ ਉਹ ਫੁਰਤੀ ਨਾਲ ਉਸੇ ਵੇਲੇ ਰਾਜੇ ਕੋਲ ਜਾ ਕੇ ਅਰਜ਼ ਕਰਕੇ ਕਹਿਣ ਲੱਗੀ, ਮੈਂ ਚਾਹੁੰਦੀ ਕਿ ਤੁਸੀਂ ਇੱਕ ਥਾਲ ਵਿੱਚ ਮੈਨੂੰ ਬਪਤਿਸਮਾ ਦੇਣ ਵਾਲੇ ਸਿਰ ਹੁਣੇ ਦੇ ਦਿਓ। ਤਾਂ ਰਾਜਾ ਬਹੁਤ ਹੀ ਉਦਾਸ ਹੋਇਆ ਤੇ ਉਸਨੇ ਆਪਣੀ ਸਹੁੰ ਨਾਲ ਬੈਠਣ ਵਾਲਿਆਂ ਦੀ ਖਾਤਰ ਉਸਨੂੰ ਨਾ ਕਰਨੀ ਠੀਕ ਨਾ ਚਾਹੀ। ਤਾਂ ਰਾਜਾ ਨੇ ਝੱਟ ਇੱਕ ਸਿਪਾਹੀ ਨੂੰ ਹੁਕਮ ਦੇ ਕੇ ਭੇਜਿਆ ਉਸਦਾ ਸਿਰ ਲੈ। ਤਾਂ ਉਸਨੇ ਜਾ ਕੇ ਉਸਦਾ ਸਿਰ ਕੈਦਖਾਨੇ ਵਿੱਚ ਵੱਢਿਆ ਅਤੇ ਇੱਕ ਥਾਲ ਵਿੱਚ ਰੱਖ ਕੇ ਲੈ ਕੇ ਆਂਦਾ ਕੁੜੀ ਨੂੰ ਦਿੱਤਾ ਔਰ ਕੁੜੀ ਨੂੰ ਆਪਣੀ ਮਾਂ ਨੂੰ ਦਿੱਤਾ ਤੇ ਉਸਨੇ ਝੋਲੇ ਵਿੱਚ ਤੇ ਉਸਦੇ ਚੇਲੇ ਸੁਣ ਕੇ ਆਏ ਔਰ ਉਸਦੀ ਲੋਥ ਚੁੱਕੇ ਉਸਨੂੰ ਕਬਰ ਵਿੱਚ ਰੱਖਿਆ। ਔਰ ਯਸੂ ਦੇ ਕੋਲ ਇਕੱਠੇ ਹੋਏ ਅਤੇ ਜੋ ਕੁਛ ਉਹਨਾਂ ਨੇ ਕੀਤਾ ਸੀ ਉਹ ਕੁਛ ਉਹਨਾਂ ਨੇ ਉਪਦੇਸ਼ ਵਿੱਚ ਸਾਰਿਆਂ ਨੂੰ ਦੱਸਿਆ। ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਆਪ ਉਜਾੜ ਥਾਂ ਅਲੱਗ ਚਲੋ, ਰਤਿਕ ਸੁਸਤਾਓ ਕਿਉਂਕਿ ਬਹੁਤ ਲੋਕ ਆਉਂਦੇ ਜਾਂਦੇ ਹਨ। ਉਹਨਾਂ ਨੂੰ ਰੋਟੀ ਖਾਣ ਦਾ ਵੀ ਵੇਲ ਨਹੀਂ ਸੀ ਹੁੰਦਾ ਕਿਉਂਕਿ ਬੇੜੇ ਤੇ ਇੱਕ ਉਜਾੜ ਥਾਂ ਵਿੱਚ ਅਲੱਗ ਚਲੇ ਗਏ। ਲੋਕਾਂ ਨੇ ਉਹਨਾਂ ਨੂੰ ਜਾਂਦੇ ਨੂੰ ਦੇਖਿਆ ਤੇ ਬਹੁਤਿਆਂ ਨੇ ਉਹਨਾਂ ਨੂੰ ਪਛਾਣ ਲਿਆ ਕਿ ਉਹਨਾਂ ਸਾਰੇ ਨਗਰਾਂ ਤੋਂ ਇਹ ਪੈਦਲ ਉੱਪਰ ਨੂੰ ਜੰਗ ਇੱਕ ਸੰਗ ਦੌੜੇ ਤੇ ਉਹਨਾਂ ਤੋਂ ਅੱਗੇ ਜਾ ਪਹੁੰਚੇ। ਉਸਨੇ ਨਿਕਲ ਕੇ ਇੱਕ ਵੱਡੀ ਭੀੜ ਵੇਖੀ ਤੇ ਉਹਨਾਂ ਨੇ ਤਰਸ ਜਿਹਾ ਖਾਧਾ। ਇਸ ਲਈ ਜੋ ਉਹਨਾਂ ਕੋਲ ਭੇਡਾਂ ਵਾਂਗੂ ਸਨ ਅਤੇ ਜਿਸ ਤਰ੍ਹਾਂ ਦਾ ਕੋਈ ਉਜਾਲੀ ਨਾ ਹੋਵੇ, ਬਿਖਰੀਆਂ ਹੋਈਆਂ ਭੇਡਾਂ ਦੀ ਤਰ੍ਹਾਂ ਸਨ ਉਹ ਸਾਰੇ, ਜਿਹਨਾਂ ਦਾ ਕੋਈ ਉਜਾਲੀ ਨਾ ਹੋਵੇ। ਉਹ ਉਹਨਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ। ਔਰ ਜਦੋਂ ਦਿਨ ਬਹੁਤ ਵੱਧ ਗਿਆ, ਜਦੋਂ ਬਹੁਤ ਹੀ ਢਲ ਗਿਆ ਅਤੇ ਫਿਰ ਚੇਲਿਆਂ ਨੇ ਉਸਦੇ ਕੋਲ ਆਣ ਕੇ ਕਿਹਾ, ਥਾਂ ਉਜਾੜਿਆ ਦੇ ਦਿਨ ਹੁਣ ਬਹੁਤ ਢਲ ਗਿਆ, ਇਹਨਾਂ ਨੂੰ ਵਿੱਦਿਆ ਘਰ ਆਲੇ ਦੁਆਲੇ ਦੇ ਗਰਾਵਾਂ ਦੇ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਕੁਛ ਖਾਣ ਪੀਣ ਨੂੰ ਮੁੱਲ ਲੈ ਲੈਣ। ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਤੁਸੀਂ ਹੀ ਉਹਨਾਂ ਨੂੰ ਖਾਣ ਪੀਣ ਨੂੰ ਦਿਓ। ਔਰ ਉਹਨਾਂ ਨੂੰ ਉਸਨੂੰ ਆਖਿਆ, ਭਲਾ ਅਸੀਂ ਉੱਥੇ ਜਾ ਕੇ 100 ਰੁਪਏ ਦੀਆਂ ਰੋਟੀਆਂ ਮੁੱਲ ਲੈ ਕੇ ਇਹਨਾਂ ਨੂੰ ਖਵਾਈ। ਉਸਨੇ ਉਹਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਨੂੰ ਆ ਜਾਓ ਵੇਖੋ। ਉਸਨੇ ਮਾਲੂਮ ਕਰਕੇ ਉਹਨਾਂ ਨੂੰ ਦੱਸਿਆ ਕਿ ਸਾਡੇ ਕੋਲ ਤਾਂ 5 ਅਤੇ 2 ਮੱਛੀਆਂ। ਉਸਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਸਭ ਘਾਹ ਉੱਤੇ ਪੰਗਤੀ ਹੋ ਕੇ ਬੈਠ ਜਾਣ ਅਤੇ ਫਿਰ ਉਹਨਾਂ ਨੇ 100 ਤੇ 50 ਦੀ ਪਾਲ ਬਣਾਈ ਅਤੇ ਉਹਨਾਂ ਨੇ 5 ਰੋਟੀਆਂ ਤੇ 2 ਮੱਛੀਆਂ ਲੈ ਕੇ ਆਕਾਸ਼ ਵੱਲ ਵੇਖਿਆ ਤੇ ਬਰਕਤ ਦੇ ਕੇ ਰੋਟੀਆਂ ਨੂੰ ਤੋੜਿਆ ਤੇ ਲੋਕਾਂ ਦੇ ਅੱਗੇ ਰੱਖਣ ਲਈ ਚੇਲਿਆਂ ਨੂੰ ਉਹ ਦਿੰਦਾ ਗਿਆ ਤੇ 2 ਮੱਛੀਆਂ ਉਸਨੇ ਸਭਨਾਂ ਵਿੱਚ ਵੰਡੀਆਂ ਤੇ ਉਹ ਸਾਰੇ ਖਾ ਕੇ ਰੱਜ ਗਏ ਤੇ ਉਹਨਾਂ ਨੇ ਟੁਕੜਿਆਂ ਦੀਆਂ 12 ਟੁਕੜੀਆਂ ਭਰੀਆਂ ਹੋਈਆਂ ਚੁੱਕ ਲਈਆਂ। ਕੁਝ ਸਾਰੇ ਮੱਛੀਆਂ ਵਿੱਚੋਂ ਵੀ ਉਠਾਇਆ ਅਤੇ ਰੋਟੀਆਂ ਦੇ ਵਿੱਚੋਂ ਵੀ ਖਾਣ ਵਾਲੇ ਕੁਝ 5000 ਮਰਦ ਸਨ। ਔਰ ਉਸਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਤਕੀਦ ਕੀਤੀ ਕਿ ਜਦ ਤੱਕ ਮੈਂ ਭੀੜ ਨੂੰ ਵਿਦਿਆ ਨਾ ਕਰਾਂ, ਬੇੜੀ ਤੇ ਚੜ੍ਹ ਕੇ ਤੁਸੀਂ ਮੈਥੋਂ ਪਹਿਲਾਂ ਬੈਤਸੈਦਾ ਨੂੰ ਪਾਰ ਲੰਘੋ। ਤੇ ਉਹਨਾਂ ਨੂੰ ਤੋੜ ਕੇ ਫਿਰ ਆਪਣਾ ਆਸਣ ਕਰਨ ਲਈ ਪਹਾੜ ਤੇ ਚਲੇ ਗਿਆ। ਜਦੋਂ ਸਾਂਝ ਹੋਈ ਤਾਂ ਬੇੜੀ ਝੀਲ ਦੇ ਵਿਚਾਲੇ ਸੀ ਤੇ ਉਹ ਇਕੱਲਾ ਕੰਢੇ ਤੇ ਸੀ। ਔਰ ਉਸਨੂੰ ਉਹਨਾਂ ਨੂੰ ਚੱਪੇ ਲਾਉਣ ਵਿੱਚ ਅੱਧਾ ਔਖਾ ਵੇਖਿਆ ਕਿਉਂ ਜੋ ਪੌਣ ਸਾਹਮਣੇ ਸੀ ਤੇ ਰਾਤ ਦੇ ਪਿਛਲੇ ਪੈਰ ਉਹ ਝੀਲ ਦੇ ਉੱਤੋਂ ਨਹੀਂ ਤੁਰਦਿਆਂ ਉਹਨਾਂ ਦੀ ਵੱਲ ਆਇਆ ਤੇ ਉਹਨਾਂ ਤੋਂ ਅੱਗੇ ਵਧਣ ਨੂੰ ਕਰਦਾ ਸੀ। ਪਰ ਜਦੋਂ ਉਹਨਾਂ ਨੂੰ ਝੀਲ ਦੇ ਵਿੱਚ ਤੁਰਦਿਆਂ ਵੇਖਿਆ ਤਾਂ ਉਹ ਭੂਤ ਨਾ ਜਾਣ ਕੇ ਡਰਿਆ ਉੱਠੇ ਕਿਉਂਕਿ ਉਹ ਸਭ ਕੁਛ ਨੂੰ ਵੇਖ ਕੇ ਘਬਰਾ ਗਏ ਸਨ। ਤਾਂ ਉਸਨੇ ਉਹਨਾਂ ਨਾਲ ਗੱਲਾਂ ਕਰਕੇ ਉਹਨਾਂ ਨੂੰ ਕਿਹਾ ਕਿ ਹੌਸਲਾ ਰੱਖੋ, ਮੈਂ ਹੀ ਨਾ ਡਰੋ। ਤਦ ਉਹ ਬੇੜੀ ਉੱਤੇ ਉਹਨਾਂ ਦੇ ਕੋਲ ਚੜ੍ਹ ਗਿਆ ਅਤੇ ਪੌਣ ਥੰਮ ਗਈ। ਔਰ ਉਹ ਆਪਣੇ ਮਨਾਂ ਵਿੱਚ ਬੜੇ ਚਰਜ ਹੋਏ ਕਿਉਂ ਜੋ ਉਹਨਾਂ ਨੂੰ ਰੋਟੀਆਂ ਦੀ ਗੱਲ ਨਹੀਂ ਸੀ ਸਮਝੀ, ਪਰ ਉਹਨਾਂ ਦੇ ਦਿਲ ਸੁੰਨ ਹੋਏ ਸਨ। ਉਹ ਪਾਰ ਲੰਘ ਕੇ ਗਨੇਸਰਤ ਦੀ ਧਰਤੀ ਉੱਤੇ ਉਤਰੇ ਔਰ ਬੇੜੀ ਨੂੰ ਘਾਟ ਤੇ ਬੰਨਿਆ। ਤਾਂ ਉਹ ਬੇੜੀ ਤੋਂ ਉਤਰੇ ਤੇ ਲੋਕਾਂ ਨੇ ਉਸਨੂੰ ਝੱਟ ਸਿਆਣ ਲਿਆ ਤੇ ਫਿਰ ਉਹ ਸਾਰੇ ਦੇਸ਼ ਦੇ ਚੌਹੀਂ ਪਾਸੇ ਦੌੜੇ ਔਰ ਜਿੱਥੇ ਸੁਣਿਆ ਉਹ ਹੈ ਉੱਥੇ ਰੋਟੀਆਂ ਨੂੰ ਮੰਜੀਆਂ ਉੱਤੇ ਪਾ ਕੇ ਲੈ ਜਾਣ ਲੱਗੇ। ਜਿੱਥੇ ਕਿੱਥੇ ਉਹ ਪਿੰਡਾਂ ਜਾਂ ਨਗਰਾਂ ਜਾਂ ਸ਼ਹਿਰਾਂ ਵਿੱਚ ਵੜਦਾ ਉੱਥੇ ਹੀ ਮੰਨਦਿਆਂ ਨੂੰ
ਹਜ਼ਾਰਾਂ ਬਾਜ਼ਾਰਾਂ ਵਿੱਚ ਉਹ ਲਿਆ ਕੇ ਰੱਖਦੇ ਤੇ ਉਹ ਉਹਨਾਂ ਦੀ ਮਿਹਨਤ ਕਰਦੇ, ਉਹਦੀ ਤੇ ਉਹਦੇ ਕੱਪੜੇ ਦਾ ਪੱਲਾ ਵੀ ਛੋਣਾ ਪਾਉਣਾ, ਪਰ ਜਿੰਨਿਆਂ ਨੇ ਉਸ ਨੂੰ ਛੋਇਆ ਉਹ ਚੰਗੇ ਹੋ ਗਏ। ਝੂਠਾ ਅਤੇ ਸੁੱਚਾ। ਜਨਾਨੀ ਔਰਤ ਦੀ ਨਿਸ਼ਚਾ। ਫਰੀਸੀ ਔਰ ਕਈ ਗ੍ਰੰਥੀ ਯਰੂਸ਼ਲਮ ਤੋਂ ਆ ਕੇ ਉਹਦੇ ਕੋਲ ਇਕੱਠੇ ਹੋਏ ਔਰ ਉਹਨਾਂ ਨੇ ਉਸਦੇ ਕਿੰਨੇ ਚੇਲਿਆਂ ਨੂੰ ਅਸ਼ੁੱਧ ਅਰਥਾਤ ਅਣਧੋਤੇ ਹੱਥਾਂ ਨਾਲ ਰੋਟੀ ਖਾਂਦੇ ਵੇਖਿਆ, ਕਿਉਂਕਿ ਫਰੀਸੀ ਅਤੇ ਸਾਰੇ ਯਹੂਦੀ ਵੱਡਿਆਂ ਦੀ ਰੀਤ ਨੂੰ ਮੰਨ ਕੇ ਜਾਤੀਗਤ ਹੱਥਾਂ ਨੂੰ ਮਲ ਕੇ ਨਾ ਧੋ ਲੈਣ, ਉਦੋਂ ਤੱਕ ਖਾਣਾ ਨਹੀਂ ਖਾਂਦੇ, ਬਾਜ਼ਾਰੋਂ ਆਣ ਕੇ ਵੀ ਨਹੀਂ ਖਾਂਦੇ, ਅਤੇ ਜਿੰਨਾ ਚਿਰ ਉਹ ਨਾ ਖਾ ਲੈਣ ਉਹ ਬਥੇਰੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਮੰਨਣ ਲਈ ਕਬੂਲ ਕੀਤੀਆਂ ਹਨ, ਜਿਵੇਂ ਕਟੋਰਿਆਂ ਵਿੱਚ, ਗੜਵਿਆਂ ਵਿੱਚ ਪਿੱਤਲ ਦੇ ਭਾਂਡਿਆਂ ਦਾ ਧੋਣਾ। ਤਦ ਫਰੀਸੀਆਂ ਔਰ ਗ੍ਰੰਥੀਆਂ ਨੂੰ ਪੁੱਛਿਆ, ਤੇਰੇ ਵੱਡੇ ਚੇਲਿਆਂ ਦੀ ਵੱਡੀ ਰੀਤ ਤੇਰੇ ਚੇਲੇ ਕਿਉਂ ਨਹੀਂ ਚੱਲਦੇ? ਉਹ ਸ਼ੁੱਧ ਰੋਟੀ ਖਾਂਦੇ ਹਨ। ਅਤੇ ਉਹਨਾਂ ਨੇ ਉਹਨੂੰ ਆਖਿਆ, ਤੁਸੀਂ ਕਪਟੀਆਂ ਦੇ ਵਿਖੇ ਯਸਾਇਆ ਨੇ ਠੀਕ ਕੰਮ ਕੀਤਾ, ਜਿੱਦਾਂ ਇਹ ਲਿਖਿਆ ਹੋਇਆ ਕਿ ਇਹ ਲੋਕ ਆਪਣੇ ਬੁੱਲਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਹਨਾਂ ਦਾ ਦਿਲ ਮੈਥੋਂ ਦੂਰ ਹੈ। ਉਹ ਮੇਰੀ ਵਿਰਥਾ ਹੀ ਉਪਾਸਨਾ ਕਰਦੇ ਹਨ। ਇਹ ਮਨੁੱਖ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ। ਉਹ ਤੁਸੀਂ ਪਰਮੇਸ਼ਰ ਦੇ ਹੁਕਮ ਛੱਡ ਕੇ ਮਨੁੱਖਾਂ ਦੀ ਭੀੜ ਨੂੰ ਮੰਨ ਲੈਂਦੇ ਹੋ, ਉਹਨਾਂ ਦੀ ਰੀਤਾਂ ਵੀ ਮੰਨਦੇ ਹੋ। ਤੇ ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਪਰਮੇਸ਼ਰ ਦੇ ਹੁਕਮ ਨੂੰ ਚੰਗੀ ਤਰ੍ਹਾਂ ਟਾਲ ਦਿੰਦੇ ਹੋ ਅਤੇ ਆਪਣੀ ਰੀਤ ਨੂੰ ਕਾਇਮ ਰੱਖਦੇ ਹੋ। ਅਤੇ ਮੂਸਾ ਨੇ ਕਿਹਾ ਕਿ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ, ਜਿਹੜਾ ਪਿਤਾ ਜਾਂ ਮਾਤਾ ਨੂੰ ਮੰਨਦਾ ਬੋਲੀ ਤਾਂ ਜਾਨੋਂ ਮਾਰਿਆ ਜਾਵੇਗਾ। ਪਰ ਤੁਸੀਂ ਆਖਦੇ ਹੋ, ਜੇ ਕੋਈ ਮਨੁੱਖ ਪਿਤਾ ਜਾਂ ਮਾਤਾ ਨੂੰ ਕਹੇ ਕਿ ਜੋ ਕੁਝ ਮੇਰੇ ਕੋਲੋਂ ਤੈਨੂੰ ਲਾਭ ਹੋ ਸਕਦਾ ਸੀ ਸੋ ਕੁਰਬਾਨ ਅਰਥਾਤ ਭੇਟ ਚੜਾ ਦਿੱਤਾ ਹੈ, ਸੋ ਫਿਰ ਤੁਸੀਂ ਉਹਦੇ ਪਿਤਾ ਅਤੇ ਮਾਤਾ ਦੇ ਲਈ ਕੁਝ ਵੀ ਨਹੀਂ ਹੋਰ ਕਰ ਲੈਂਦੇ। ਇਸ ਤਰ੍ਹਾਂ ਪਰਮੇਸ਼ਰ ਦੇ ਬਚਨ ਨੂੰ ਆਪਣੀ ਰੀਤ ਜਿਹੜੀ ਤੁਸੀਂ ਚਲਾਈਏ ਅਕਾਰਥ ਕਰ ਦਿਓ, ਅਤੇ ਫਿਰ ਬਥੇਰੇ ਇਹੋ ਜਿਹੇ ਹੋਰ ਕੰਮ ਹਨ ਜਿਹੜੇ ਤੁਸੀਂ ਕਰਦੇ ਹੋ। ਉਸਨੇ ਉਹਨਾਂ ਲੋਕਾਂ ਨੂੰ ਤੁੱਛ ਥੋੜੀ ਦੇਰ ਬਾਅਦ ਕੋਲ ਸੱਦ ਕੇ ਉਹਨਾਂ ਨੂੰ ਆਖਿਆ, ਤੁਸੀਂ ਸਭ ਦੇ ਸਭ ਮੇਰੀ ਗੱਲ ਸੁਣੋ ਤੇ ਸਮਝੋ, ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਮਨੁੱਖ ਦੇ ਬਾਹਰੋਂ ਉਸਦੇ ਅੰਦਰ ਜਾ ਕੇ ਭ੍ਰਿਸ਼ਟ ਕਰ ਸਕੇ। ਜਿਹੜੀਆਂ ਚੀਜ਼ਾਂ ਉਸਦੇ ਅੰਦਰੋਂ ਨਿਕਲਦੀਆਂ ਹਨ ਉਹੀ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਜਾਂ ਉਹ ਲੋਕਾਂ ਦੇ ਕੋਲੋਂ ਲੰਘ ਗਿਆ ਤੇ ਉਹ ਘਰ ਦੇ ਵਿੱਚ ਗਿਆ ਤਾਂ ਉਹ ਚੇਲਿਆਂ ਨੇ ਉਸਨੂੰ ਦ੍ਰਿਸ਼ਟਾਂਤ ਚ ਉਸ ਤੋਂ ਪੁੱਛਿਆ, ਉਸਨੇ ਉਹਨੂੰ ਆਖਿਆ, ਭਲਾ ਤੁਸੀਂ ਵੀ ਅਜਿਹੇ ਨਿਰਬੁੱਧ ਹੋ ਜੋ ਤੁਸੀਂ ਨਹੀਂ ਸਮਝਦੇ ਵੀ ਜੋ ਕੁਝ ਬਾਹਰੋਂ ਮਨੁੱਖ ਦੇ ਅੰਦਰ ਜਾਂਦਾ ਹੈ ਉਹ ਉਸਨੂੰ ਭ੍ਰਿਸ਼ਟ ਨਹੀਂ ਕਰ ਸਕਦਾ, ਕਿਉਂ ਜੋ ਉਹ ਉਸਦੇ ਦਿਲ ਵਿੱਚ ਨਹੀਂ ਪਰ ਢਿੱਡ ਵਿੱਚ ਜਾਂਦਾ ਹੈ ਤੇ ਸੇਤਖਾਨੇ 'ਚ ਨਿਕਲ ਜਾਂਦਾ ਹੈ। ਇਹ ਕਹਿ ਕੇ ਉਸਨੇ ਸਾਰੇ ਭੋਜਨ ਸ਼ੁੱਧ ਠਹਿਰਾਏ। ਫਿਰ ਉਹਨੇ ਆਖਿਆ ਕਿ ਜੋ ਮਨੁੱਖ ਦੇ ਅੰਦਰੋਂ ਨਿਕਲਦਾ ਹੈ ਸੋਈ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ, ਕਿਉਂਕਿ ਅੰਦਰਲੇ ਮਨੁੱਖ ਨੂੰ ਦਿਲ ਵਿੱਚ ਬੁਰੇ ਖਿਆਲ, ਹਰਾਮਕਾਰੀਆਂ, ਚੋਰੀਆਂ, ਜਿਨਾਕਾਰੀਆਂ, ਲੋਭ, ਬਦੀਆਂ, ਛਲ, ਮਸਤੀ ਔਰ ਬੁਰੀ ਨਜ਼ਰ ਔਰ ਕੁਫਰ ਔਰ ਹੰਕਾਰ, ਮੂਰਖਤਾ ਹੀ ਨਿਕਲਦੀ ਹੈ। ਫਿਰ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿਕਲਦੀਆਂ ਅਤੇ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਫਿਰ ਉਹ ਉੱਥੋਂ ਉੱਠ ਕੇ ਸੂਰ ਅਤੇ ਸੈਦਾ ਦੀਆਂ ਹੱਦਾਂ ਵਿੱਚ ਆਇਆ ਔਰ ਇੱਕ ਘਰ ਵਿੱਚ ਰਹਿ ਪਿਆ ਅਤੇ ਚਾਹੁੰਦਾ ਸੀ ਕਿ ਕਿਸੇ ਨੂੰ ਖਬਰ ਨਾ ਹੋਵੇ, ਪਰ ਉਹ ਲੁਕਿਆ ਨਾ ਰਹਿ ਸਕਿਆ। ਅਤੇ ਕਿਉਂ ਜੋ ਇੱਕ ਔਰਤ ਜਿਹਦੀ ਛੋਟੀ ਧੀ ਨੂੰ ਭ੍ਰਿਸ਼ਟ ਆਤਮਾ ਚੁੰਬੜਿਆ ਹੋਇਆ ਸੀ ਅਤੇ ਉਹਦੀ ਖਬਰ ਸੁਣ ਕੇ ਆਈ ਤੇ ਉਹਦੇ ਪੈਰੀਂ ਪਈ, ਉਹ ਔਰਤ ਜਨਾਨਨ ਅਤੇ ਜਨਮ ਦੀ ਸੁਰੂ ਫੈਨਿਕਨ ਸੀ। ਉਹਦੇ ਅੱਗੇ ਉਸਨੇ ਅਰਜ਼ ਕੀਤੀ, ਜੇ ਤੁਸੀਂ ਮੇਰੀ ਧੀ ਵਿੱਚੋਂ ਪੁੱਤ ਕੱਢ ਦਿਓ। ਉਹਨਾਂ ਨੂੰ ਆਖਿਆ, ਪਹਿਲਾਂ ਬਾਲਕਾਂ ਨੂੰ ਰੱਜ ਕੇ ਖਾ ਲੈਂਦੇ, ਕਿਉਂਕਿ ਬਾਲਕਾਂ ਦੀ ਰੋਟੀ ਲੈ ਕੇ ਮੈਂ ਕਤੂਰਿਆਂ ਨੂੰ ਨਹੀਂ ਦੇ ਸਕਦਾ। ਕਤੂਰਿਆਂ ਨੂੰ ਪਾਉਣੀ ਬਾਲਕਾਂ ਦੀ ਰੋਟੀ ਅੱਛੀ ਨਹੀਂ। ਪਰ ਉਹਨੇ ਉੱਤਰ ਦਿੱਤਾ ਕਿ ਠੀਕ ਹੈ ਪ੍ਰਭੂ ਜੀ, ਕਤੂਰੇ ਵੀ ਤਾਂ ਮੇਜ਼ ਦੇ ਹੇਠ ਬਾਲਕਾਂ ਦੇ ਪੂਰੇ ਚੂਰੇ ਖਾਂਦੇ ਹਨ। ਤਾਂ ਉਹਨੇ ਉਹਨੂੰ ਆਖਿਆ ਕਿ ਇਸ ਗੱਲ ਦੇ ਕਾਰਨ ਚਲੀ ਜਾ, ਭੂਤ ਤੇਰੀ ਧੀ ਵਿੱਚੋਂ ਨਿਕਲ ਗਿਆ ਹੈ। ਅਤੇ ਉਸਨੇ ਆਪਣੇ ਘਰ ਜਾ ਕੇ ਵੇਖਿਆ ਜੋ ਲੜਕੀ ਮੰਜੇ ਉੱਤੇ ਪਈ ਹੋਈ ਹੈ ਔਰ ਭੂਤ ਨਿਕਲ ਚੁੱਕਾ ਹੈ। ਔਰ ਫਿਰ ਸੂਰ ਦੀਆਂ ਹੱਦਾਂ ਤੋਂ ਨਿਕਲ ਕੇ ਸੈਦਾ ਦਿਕਾਪੋਲਿਸ ਦੀਆਂ ਹੱਦਾਂ ਵਿੱਚੋਂ ਦੀ ਉਹ ਕਿ ਗਲੀਲ ਦੀ ਝੀਲ ਨੂੰ ਗਿਆ ਤੇ ਲੋਕਾਂ ਨੇ ਇੱਕ ਬੋਲੇ ਨੂੰ ਜਿਹੜਾ ਭਾਲਦਾ ਸੀ ਫਸਲਾ ਵੀ ਸੀ ਤੇ ਉਹਦੇ ਕੋਲ ਲਿਆ ਕੇ ਉਸਦੀ ਮਿਹਨਤ ਕੀਤੀ, ਜੋ ਉਸ ਉੱਤੇ ਆਪਣਾ ਹੱਥ ਰੱਖੇ। ਉਹ ਉਸ ਭੀੜ ਤੋਂ ਅਲੱਗ ਹੋ ਗਿਆ ਅਤੇ ਆਪਣੀਆਂ ਉਂਗਲੀਆਂ ਉਸਦੇ ਕੰਨਾਂ ਵਿੱਚ ਦਿੱਤੀਆਂ ਅਤੇ ਚੁੱਕ ਕੇ ਉਸਦੀ ਭੀੜ ਉਸਦੀ ਜੀਭ ਛੂਹੀ ਅਤੇ ਆਕਾਸ਼ ਵੱਲ ਦੇਖ ਕੇ ਹੋਕਾ ਭਰਿਆ ਤੇ ਉਹਨੂੰ ਆਖਿਆ, ਇਫਤਾ ਅਰਥਾਤ ਖੁੱਲ ਜਾ। ਤੇ ਉਸਦੇ ਕੰਨ ਖੁੱਲ ਗਏ ਔਰ ਜੀਭ ਦਾ ਅਟਕਣਾ ਜਾਂਦਾ ਰਿਹਾ ਤੇ ਸਾਫ਼ ਬੋਲਣ ਲੱਗ ਪਿਆ। ਤਦ ਉਸਨੇ ਉਹਨਾਂ ਨੂੰ ਤਕੀਦ ਨਾਲ ਆਖਿਆ ਵੀ ਇਹ ਕਿਸੇ ਨੂੰ ਨਾ ਕਹਿਣਾ। ਪਰ ਜਿੰਨੀ ਦੇਰ ਉਸਨੇ ਉਹਨਾਂ ਨੂੰ ਤਕੀਦ ਕੀਤੀ, ਉਹਨਾਂ ਉਸ ਗੱਲ ਨੂੰ ਹੋਰ ਉਸਨੇ ਉਜਾਗਰ ਕੀਤਾ ਤੇ ਲੋਕ ਬੜੇ ਹੈਰਾਨ ਹੁੰਦੇ ਰਹੇ ਤੇ ਬੋਲੇ, ਔਰ ਸਭ ਕੁਝ ਅੱਛਾ ਕੀਤਾ ਔਰ
ਬੋਲਿਆਂ ਨੂੰ ਸੁਣਨ ਅਤੇ ਗੂੰਗਿਆਂ ਨੂੰ ਬੋਲਣ ਦੀ ਸ਼ਕਤੀ ਵੀ ਉਹ ਦਿੰਦਾ। 4000 ਨੂੰ ਖਵਾਉਣਾ ਪਤਰਸ ਦਾ ਇਕਰਾਰ ਤੇ ਤੁਮ ਸੀ ਹੈ। ਉਹਨੇ ਦਿਨੀ ਵੱਡੀ ਫਿਰ ਭੀੜ ਹੋ ਗਈ ਅਤੇ ਲੋਕ ਕੁਝ ਖਾਣ ਪੀਣ ਨੂੰ ਨਹੀਂ ਮਿਲਦਾ ਸੀ। ਔਰ ਉਸਨੇ ਚੇਲਿਆਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਆਖਿਆ, ਮੈਨੂੰ ਲੋਕਾਂ ਤੇ ਤਰਸ ਆਉਂਦਾ ਹੈ, ਕਿਉਂਕਿ ਉਹ 3 ਦਿਨ ਤੋਂ ਮੇਰੇ ਕੋਲ ਰਹਿ ਰਹੇ ਹਨ ਅਤੇ ਉਹਨਾਂ ਦੇ ਘਰ ਕੁਝ ਖਾਣ ਨੂੰ ਨਹੀਂ ਉਹਨਾਂ ਕੋਲ। ਉਹਨਾਂ ਦੇ ਘਰਾਂ ਵੱਲ ਭੁੱਖਿਆਂ ਉਹਨੂੰ ਤੁਰਨਾ ਇਹ ਰਸਤੇ ਵਿੱਚ ਨਿਤਾਣੇ ਹੋ ਜਾਣਗੇ ਅਤੇ ਉਹਨਾਂ ਦੇ ਵਿੱਚੋਂ ਦੂਰ ਆਏ ਹਨ। ਔਰ ਉਸਦੇ ਚੇਲਿਆਂ ਨੇ ਉਸਨੂੰ ਉੱਤਰ ਦਿੱਤਾ ਕਿ ਇਸ ਉਜਾੜ ਵਿੱਚ ਅਸੀਂ ਰੋਟੀਆਂ ਕਿੱਥੋਂ ਲੈ ਕੇ ਆਈਏ। ਤੇ ਉਹਨੇ ਉਸਨੂੰ ਪੁੱਛਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਉਹ ਬੋਲੇ 7। ਤੇ ਉਸਨੇ ਕਿਹਾ ਕਿ ਉੱਠੋ, ਐਵੇਂ ਪੁੰਜੇ ਪੈ ਜਾਣ ਸਾਰੇ। ਅਤੇ ਉਹ ਸਾਰੇ ਪੁੰਜੇ ਬੈਠ ਕੇ ਉਸਨੇ ਸਭ ਰੋਟੀਆਂ ਦੀਆਂ ਤੇ ਸ਼ੁਕਰ ਕਰਕੇ ਰੋਟੀਆਂ ਦੀਆਂ ਉਹ 7 ਰੋਟੀਆਂ ਲਈਆਂ ਤੇ ਸ਼ੁਕਰ ਕਰਕੇ ਤੋੜੀਆਂ ਤੇ ਚੇਲਿਆਂ ਨੂੰ ਦਿੱਤੀਆਂ। ਉਹਨਾਂ ਦੇ ਅੱਗੇ ਵੇਖਣ ਨੂੰ ਉਹਨਾਂ ਦੇ ਲੋਕਾਂ ਦੇ ਪਿੱਛੇ ਰੱਖ ਦਿੱਤੀਆਂ ਤੇ ਉਹਦੇ ਕੋਲ ਥੋੜ੍ਹੀਆਂ ਜਿਹੀਆਂ ਰੋਟੀਆਂ ਮੱਛੀਆਂ ਸਨ ਅਤੇ ਉਸਨੇ ਬਰਕਤਾਂ ਉਹਨਾਂ ਉੱਤੇ ਲੈ ਕੇ ਕਿਹਾ ਕਿ ਇਹ ਤਾਂ ਉਹਨਾਂ ਦੇ ਅੱਗੇ ਰੱਖੋ। ਔਰ ਉਹ ਸਾਰੇ ਖਾ ਕੇ ਰੱਜ ਗਏ। ਔਰ ਰਜਿਆਂ ਹੋਇਆਂ ਦੇ ਟੁਕੜੇ ਦੇ 7 ਟੁਕੜੇ ਇਕੱਠੇ ਕਰ ਲਏ ਅਤੇ 4000 ਹੋਰ ਆਦਮੀ ਸਨ ਜਿਹਨੇ ਉਹਨੇ ਦਿਨੀ ਉਹਨਾਂ ਨੂੰ ਵਿਦਾ ਕੀਤਾ ਅਤੇ ਉਸ ਵੇਲੇ ਯਹੋਵਾ ਉਹਨਾਂ ਨੂੰ ਇਕੱਠਿਆਂ ਕੀਤਾ ਅਤੇ ਬਰਕਤ ਦੇ ਕੇ ਤੋੜਿਆ ਅਤੇ ਉਹਨਾਂ ਨੂੰ ਅੱਗੇ ਰੱਖ ਦਿੱਤੀਆਂ ਅਤੇ ਬਚੇ ਹੋਇਆਂ ਦੀਆਂ ਟੁਕੜੇ ਦੇ 7 ਟੁਕੜੇ ਚੁੱਕ ਲਏ। 4000 ਲੋਕ ਸਨ। ਫਿਰ ਉਹਨਾਂ ਨੂੰ ਵਿਦਾ ਕੀਤਾ ਤਾਂ ਉਸੇ ਵੇਲੇ ਆਪਣੇ ਚੇਲਿਆਂ ਸਣੇ ਬੇੜੀ ਉੱਤੇ ਚੜ੍ਹ ਕੇ ਦਲ ਮਨੂਥਾ ਦੇ ਇਲਾਕੇ ਵਿੱਚ ਆਏ। ਤਦ ਫਰੀਸੀ ਨਿਕਲੇ ਤਾਂ ਉਸੇ ਪਰਤਾਉਣ ਤੋਂ ਕਾਸ਼ਲੀ ਵੱਲੋਂ ਕੋਈ ਨਿਸ਼ਾਨ ਉਸ ਤੋਂ ਮੰਗਣ ਲੱਗੇ। ਉਸਨੇ ਉਹਨਾਂ ਨਾਲ ਝਗੜਾ ਕਰਨ ਲਈ ਉਹ ਲੱਗੇ ਅਤੇ ਉਸਨੇ ਉਹਨਾਂ ਨੂੰ ਆਪਣੀ ਆਤਮਾ ਜਿੱਥੇ ਹੋਕਾ ਭਰ ਕੇ ਆਖਿਆ ਕਿ ਇਸ ਪੀੜ੍ਹੀ ਦੇ ਲੋਕ ਕਿਉਂ ਨਿਸ਼ਾਨ ਚਾਹੁੰਦੇ ਹਨ। ਮੈਂ ਤੁਹਾਨੂੰ ਸੱਚ ਕਹਿੰਦਾ ਕਿ ਇਸ ਪੀੜ੍ਹੀ ਦੇ ਲੋਕਾਂ ਨੂੰ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ। ਅਤੇ ਉਹਨਾਂ ਨੂੰ ਛੱਡ ਕੇ ਉਹ ਫਿਰ ਬੇੜੀ ਉੱਤੇ ਚੜ੍ਹਿਆ ਅਤੇ ਪਾਰ ਚਲਿਆ ਗਿਆ। ਪਰ ਉਹ ਰੋਟੀ ਲੈਣੀ ਭੁੱਲ ਗਿਆ ਅਤੇ ਉਹ ਬੇੜੀ ਵਿੱਚ ਇੱਕ ਰੋਟੀ ਦੇ ਬਿਨਾਂ ਉਹਨਾਂ ਦਾ ਹੋਰ ਕੋਈ ਇੱਛ ਵੀ ਨਹੀਂ ਸੀ। ਉਸਨੇ ਉਹਨਾਂ ਤਕੀਦ ਨਾਲ ਆਖਿਆ ਕਿ 7 ਫਰੀਸੀਆਂ ਅਤੇ ਖਮੀਰ ਅਤੇ ਹੈਰੋਦੇਸ ਦੀ ਮੰਜ਼ਿਲ ਦੀ ਖਮੀਰ ਤੋਂ ਤੁਸੀਂ ਫੋਕਸ ਰਹਿਣਾ। ਪਰ ਉਹ ਆਪਸ ਵਿੱਚ ਵਿਚਾਰ ਕਰਨ ਅਤੇ ਆਖਣ ਲੱਗੇ ਵੀ ਕੋਈ ਰੋਟੀ ਜੋ ਨਹੀਂ ਹੈ। ਯਿਸੂ ਨੇ ਉਸ ਖਾਣ ਤੋਂ ਉਹਨਾਂ ਨੂੰ ਆਖਿਆ ਕਿ ਇਸ ਲਈ ਜੇ ਤੁਸੀਂ ਵਿਚਾਰ ਕਰਦੇ ਹੋ ਅਤੇ ਉਹਨਾਂ ਨੂੰ ਆਖਿਆ ਕਿ ਤੁਸੀਂ ਕਿਉਂ ਪਰਖ ਕਰਦੇ ਹੋ ਅਤੇ ਤੁਸੀਂ ਨਹੀਂ ਜਾਣਦੇ ਕਿ ਨਹੀਂ ਸਮਝਦੇ ਵੀ ਇਸ ਵੀ ਤੁਹਾਡਾ ਦਿਲ ਮੁੱਠ ਹੋ ਗਿਆ ਹੈ ਅਤੇ ਅੱਖਾਂ ਦੇ ਹੁੰਦੇ ਸੁਣਦੇ ਤੁਸੀਂ ਨਹੀਂ ਵੇਖਦੇ, ਕੰਨਾਂ ਦੇ ਹੁੰਦੇ ਸੁਣਦੇ ਤੁਸੀਂ ਨਹੀਂ ਸੁਣਦੇ, ਚੇਤੇ ਨਹੀਂ ਰੱਖਦੇ। ਤਦ ਮੈਂ 5 ਰੋਟੀਆਂ ਔਰ ਤਦ ਮੈਂ 5 ਰੋਟੀਆਂ ਔਰ 50,000 ਲਈ ਤੋੜੀਆਂ ਔਰ ਤੁਸੀਂ ਟੁਕੜਿਆਂ ਦੀਆਂ ਕਿੰਨੀਆਂ ਭਰੀਆਂ ਹੋਈਆਂ ਟੋਕਰੀਆਂ ਚੁੱਕ ਲਈਆਂ। ਤਾਂ ਉਹਨਾਂ ਨੇ ਆਖਿਆ ਕਿ 12। ਤਦ 7 ਰੋਟੀਆਂ 4000 ਲਈ ਤੋੜੀਆਂ ਔਰ ਤੁਸੀਂ ਟੁਕੜਿਆਂ ਦੇ ਕਿੰਨੇ ਟੁਕੜੇ ਚੁੱਕ ਲਏ। ਫਿਰ ਉਹਨਾਂ ਨੂੰ ਉਸਨੂੰ ਆਖਿਆ 7। ਤੁਸੀਂ ਉਹਨਾਂ ਨੂੰ ਆਖਿਆ ਤੁਹਾਨੂੰ ਅਜੇ ਵੀ ਸਮਝ ਨਹੀਂ ਆਈ। ਤੂੰ ਬੈਤਸੈਦਾ ਵਿੱਚ ਆਇਆ ਅਤੇ ਇੱਕ ਅੰਨੇ ਨੂੰ ਉਸਦੇ ਨਾਲ ਕੋਲ ਲੈ ਕੇ ਆਇਆ ਅਤੇ ਉਸਨੇ ਮਿਹਨਤ ਕੀਤੀ ਜੋ ਉਸਨੂੰ ਛੋਏ। ਤਾਂ ਉਸ ਅੰਨੇ ਦਾ ਹੱਥ ਫੜ ਕੇ ਉਹਨੂੰ ਪਿੰਡੋਂ ਬਾਹਰ ਲੈ ਗਿਆ। ਉਸਦੀਆਂ ਅੱਖਾਂ ਵਿੱਚ ਕੁਝ ਥੁੱਕ ਕੇ ਅੱਖਾਂ ਉੱਤੇ ਉਸਨੇ ਹੱਥ ਰੱਖਿਆ ਅਤੇ ਉਸਨੇ ਪੁੱਛਿਆ ਤੈਨੂੰ ਕੁਝ ਦਿਸਦਾ? ਉਸਨੇ ਨਜ਼ਰ ਪੱਟ ਕੇ ਵੇਖਿਆ ਅਤੇ ਕਹਿੰਦਾ ਮਨੁੱਖਾਂ ਨੂੰ ਵੇਖਦੇ ਹਾਂ ਪਰ ਤੁਰਦੇ ਫਿਰਦੇ ਮੈਨੂੰ ਰੁੱਖਾਂ ਵਾਂਗੂ ਦਿਖਦੇ ਹਨ। ਤਦ ਉਸਨੇ ਫਿਰ ਉਹਨਾਂ ਦੀਆਂ ਉਸਦੀਆਂ ਅੱਖਾਂ ਉੱਤੇ ਹੱਥ ਰੱਖੇ ਅਤੇ ਉਸਨੇ ਨਜ਼ਰ ਟਿਕਾ ਕੇ ਵੇਖਿਆ ਤਾਂ ਉਸ ਜਗ੍ਹਾ ਕੇ ਸਭ ਕੁਝ ਸਾਫ਼ ਸਾਫ਼ ਦੇਖਣ ਲੱਗ ਪਿਆ। ਤਾਂ ਉਸਨੇ ਫਿਰ ਇਹ ਕਹਿ ਕੇ ਉਸਨੂੰ ਕਿਹਾ ਤੂੰ ਜੋ ਪਿੰਡ ਵਿੱਚ ਵੜਨਾ ਵੀ ਨਾ ਤੇ ਤੂੰ ਉਸਦੇ ਘਰ ਘੱਲ ਦਿੱਤਾ ਉਸਨੂੰ। ਤਦ ਯਿਸੂ ਔਰ ਉਸਦੇ ਚੇਲੇ ਕੈਸਰੀਆ ਫਿਲਿੱਪੀ ਦੇ ਪਿੰਡਾਂ ਵਿੱਚ ਗਏ ਅਤੇ ਰਾਹ ਵਿੱਚ ਉਸਨੂੰ ਆਪਣੇ ਚੇਲਿਆਂ ਕੋਲੋਂ ਪੁੱਛਿਆ ਕਿ ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ? ਤਾਂ ਉਸਨੇ ਆਖਿਆ ਯਹੋਨਾ ਬਪਤਿਸਮਾ ਦੇਣ ਵਾਲਾ, ਕੋਈ ਏਲੀਆ ਅਤੇ ਕੋਈ ਨਬੀਆਂ ਵਿੱਚੋਂ ਕੋਈ। ਤਦ ਉਸਨੇ ਉਹਨੂੰ ਪੁੱਛਿਆ ਪਰ ਤੁਸੀਂ ਕੀ ਆਖਦੇ ਹੋ ਕਿ ਮੈਂ ਕੌਣ? ਪਤਰਸ ਨੇ ਉੱਤਰ ਦਿੱਤਾ ਤੂੰ ਮਸੀਹ ਹੈ। ਜਦ ਉਸਨੇ ਉਹਨਾਂ ਨੂੰ ਤਕੀਦ ਕੀਤੀ ਜੋ ਮੇਰੇ ਵਿਖੇ ਕਿਸੇ ਨੂੰ ਨਾ ਦੱਸੋ। ਫਿਰ ਉਹ ਉਹਨਾਂ ਨੂੰ ਸਿਖਾਉਣ ਲੱਗਾ ਵੀ ਜ਼ਰੂਰ ਹੈ ਕਿ ਮਨੁੱਖ ਦਾ ਪੁੱਤਰ ਬਹੁਤ ਦੁੱਖ ਝੱਲੇ, ਬਜ਼ੁਰਗਾਂ ਦੇ ਪ੍ਰਧਾਨ ਜਾਜਕਾਂ ਤੇ ਗ੍ਰੰਥੀਆਂ ਥਾਣੀ ਰੱਦਿਆ ਜਾਵੇ। ਫਿਰ ਪਿੱਛੋਂ ਜੀ ਉੱਠੇ ਔਰ ਉਸਨੇ ਇਹ ਗੱਲ ਖੋਲ ਕੇ ਕਹਿ ਦਿੱਤੀ ਵੀ ਤਦ ਪਤਰਸ ਉਸਨੂੰ ਇੱਕ ਪਾਸੇ ਲਿਜਾ ਕੇ ਝਿੜਕਣ ਲੱਗਾ ਔਰ ਉਸਨੇ ਮੂੰਹ ਫੇਰ ਲਿਆ ਤੇ ਆਪਣੇ
चेलियां वाल देख के उसने पतरस नूं झिड़किया तां कि शैतान मैं तो पीछे हट जा, क्यों जो तू परमेश्वर दी नहीं बल्कि मनुखा दी गल्लां दा फिक्र करदा है, ध्यान करदा है। तद उहनूं भीड़ नूं चेलियां सने कोल सद के उन्हें आख्या जे कोई मेरे पिछे होना चाहे वो अपने आप का इनकार करे अते अपनी स्लीप चुक के मेरे पिछे चले, क्योंकि जिहड़ा अपनी जान गवाउणी चाहे उसनूं जरूर जिहड़ा अपनी जान गवाउणी चाहे वो जरूर उसनूं गवावेगा, पर जिहड़ा मेरे अते अंजील दे लई अपनी जान गवावे उसनूं बचावेगा। मनुख नूं की लाभ जे सारी दुनिया नूं कमा लवे पर अपनी जान दा नुकसान करे, तां आदमी अपनी जान दे बदले की दे सकदा? क्यों जो कोई इस हरामकार ते पापी पीढ़ी दे लोकां विचों मैथों ते मेरियां बचना तो जो भी शर्माएगा मनुख दा पुत्तर भी उस तो शर्माएगा, और जिस वेले वो अपने पिता दे तेज नाल पवित्र दूतां सने आवेगा। चैप्टर 9 प्रभु दे रूप दा जलाली होना अते मिर्गी वाला मुंडा। अते फिर उसने उन्होंने आख्या मैं तुम सच कहना कि इन्हां विचों जिहड़े इत्थे खड़े हन कई हन जो जाति परमेश्वर दा राज दी कुदरत नाल आया होया ना वेखण मौत दा स्वाद ना चखणगे। ते 6 दिनां पिछों यीशु ने पतरस ते याकूब ते यूहन्ना नूं नाल लिया ते उन्हां नूं नाल एक उच्चे पहाड़ दे उत्ते निराले विच लग लिया। उन्हें रूप सामने बदल गया, बड़े चमकन लगे और अजिहे चिट्टे हो गए कि जगत विच कोई छीमा ते चिट्टे कपड़े नहीं कर सकता। अते एलिया मूसा दे नाल उन्हां नूं विखाई दिता, वो यीशु नाल गल्लां करदे सन। पतरस ने यीशु नूं अगों आख्या स्वामी जी साडा इत्थे रहना चंगा जो असीं 3 डेरे बनाई, एक तेरे लई मूसा लई ते एक एलिया लई, क्यों जो वो नहीं जानदा सी कि उत्तर रहे, इसलिए जो वो बहुत डर गए। तां एक बदल ने उन्हां उत्ते छां कीती और उस बदल विचों एक आवाज़ आई कि ये मेरा प्यारा पुत्र है, इसकी सुनो। और उन्होंने अचानक चफेरे नज़र भर के फिर किसी होर किसी ने नहीं पर यीशु ने इकल्ला अपने नाल देखा। तो पहाड़ उतरे उन्होंने हुक्म किया भी जाते कि मनुख ना जी उठे तद तक तुसीं जो कुछ डिठा किसी ने ना दसना। तद वो इस गल नूं अपने रख के एक दूजे नाल चर्चा करन लग पे कि मुर्दे विचों जी उठना है कि तो उन्हें उसने अगे अर्ज की ग्रंथी क्यों आखते हैं कि एलिया तो पहला आना जरूर है। उसने उन्होंने आख्या कि एलिया तो ठीक पहला आके सब कुछ मुड़ सवारेगा, पर मनुख के पुत्र के हक में की कुछ लिखा है कि जी वो बहुत दुख चलेगा तो तुझ के, पर मैं तुहानूं आखदा कि भी एलिया आ चुक्या नाले जो उसके हक में लिखा है कि उन्होंने नाल जो चाहे सी उन्होंने उसके नाल उसो ही कीता। जब वो चेलियां दे कोल आया तो उन्होंने चफेरे बड़ी भीड़ नाल उन्हां ग्रंथियां झगड़ा करदे देखिया। तो झट सारी भीड़ उसनूं वेख के हैरान हुई और लोगों ने उसके कोल दौड़ के उन्होंने प्रणाम किया। तद उसने उन्होंने पूछा तुसीं इन्हां नाल की झगड़ा करदे हो, क्यों झगड़ा करदे हो? तो भीड़ विचों एक ने उसनूं उत्तर दिता गुरु जी मैं अपना पुत्र जिन्हों मैं गूंगी रूह चंबड़ी हुई है तेरे कोल लिआंदा ते और जिथे किते उसनूं वो फड़दी है पटका मारदी है ते वो झग छड्डदा ते दंद पींदा ते सुकदा जांदा है। मैं तेरे चेले नूं किहा सी कि उहनूं कढ देण पर वो कढ नहीं सके। उसने तरसा के कहा कि हे बेप्रतीति पीढ़ी कदों तोड़ी मैं तुहाडे संग रहांगा, कदों तोड़ी मैं तुहाडियां सवांगा ते उसनूं मेरे कोल लिआओ। तो उसके कोल उसनूं लैके जिसने देखा कि भूत ने उस वेले उसके सिर नूं छड्डिया अते वो चंगा हो गया। उस वेले वो पुंजन निक पिया ते झग छड्डदा होया रेस लगा। उसने उसके प्यो नूं आख्या किन्ने कु दिन इस तो यह उसनूं होया? तो वो बोलिया छोटे हुंदियां तो ही। कई बारी उसने उसनूं अग विच पानी विच भी इस चीज़ ने उसनूं पानी ते अग विच सुट्टिया भी इसका नाश करे, पर तुसीं कुछ कर सकते हो, तुसीं साडे ते तरस खा के साडी सहायता करो। तो यीशु ने उन्होंने आख्या जो तुसीं कर सकते हो सब प्रतीत करने वाले दे लई सब कुछ हो सकता है। उस वेले उस बालक दा प्यो उच्ची आवाज़ नाल कहण लग्या हे प्रतीत मैं प्रतीत करदा कि तुसीं मेरी बेइज्जती मैं प्रतीत करदा कि तुसीं मेरी ते बेप्रतीति दा उपाव करो। तद यीशु ने आख्या कि लोग दौड़ के इकट्ठे होंदे सन ते उन्होंने भ्रिष्टरू नूं झिड़किया ते उसनूं आख्या कि गूंगी रूह मैं तैनूं हुक्म दिंदा कि तूं इस विचों निकल जा अते फिर कदी
उस चो ना बड़ी तो उस चीका मार के और उसने बहुत रोड तराड़ के वो उस विचों निकल गई ਅਤੇ ਬਾਲਕ ਮੁਰਦਾ ਜਿਹਾ ਹੋ ਗਿਆ ਔਰ ਉਸ ਤੋੜੀ ਇੱਥੋਂ ਤੋੜੀ ਕਿ ਬਹੁਤੇ ਨੇ ਆਖਿਆ ਕਿ ਉਹ ਤਾਂ ਮਰ ਗਿਆ ਪਰ ਜਿਸ ਨੇ ਉਸਦਾ ਹੱਥ ਫੜ ਕੇ ਉਹਨੂੰ ਉਠਾ ਲਿਆ ਤੇ ਉੱਠ ਖੜਾ ਹੋਇਆ। ਯਿਸੂ ਘਰ ਵਿੱਚ ਆਇਆ ਤਾਂ ਉਹਦੇ ਚੇਲਿਆਂ ਨੇ ਨਰਾਲੇ ਵਿੱਚ ਉਹਦੇ ਕੋਲ ਆਵਾਜ਼ ਦਿੱਤੀ ਕਿ ਅਸੀਂ ਉਹਨੂੰ ਕਿਉਂ ਨਾ ਫੜ ਸਕੇ ਤਾਂ ਉਹਨਾਂ ਨੇ ਉੱਤਰ ਦਿੱਤਾ ਉਸਨੂੰ ਕਿਹਾ ਕਿ ਇਸ ਪ੍ਰਕਾਰ ਦੀ ਪ੍ਰਾਰਥਨਾ ਕਿਸੇ ਹੋਰ ਤਰ੍ਹਾਂ ਨਹੀਂ ਜਾ ਸਕਦੀ। ਤੁਸੀਂ ਉੱਥੋਂ ਤੁਰ ਪਏ ਤੇ ਪਰ ਗਲੀਲ ਵਿੱਚੋਂ ਦੀ ਲੰਘ ਗਏ ਅਤੇ ਉਸ ਲਈ ਉਹਨਾਂ ਨੇ ਉਹ ਚਾਹੁੰਦਾ ਸੀ ਕਿ ਜਿੰਨੇ ਕਿਸ ਨੂੰ ਖਬਰ ਨਾ ਹੋਵੇ ਕਿ ਜਿਸ ਦਿਨ ਉਹ ਆਪਣੇ ਚੇਲੇ ਨੂੰ ਸਿਆਣਦਾ ਅਤੇ ਉਹਨਾਂ ਨੂੰ ਆਖਦਾ ਕਿ ਕੋਈ ਮਨੁੱਖ ਦੇ ਹੱਥੀਂ ਫੜਵਾਇਆ ਜਾਣਾ ਸੀ ਅਤੇ ਕੋਈ ਉਸ ਨੂੰ ਸੁੱਟਣਗੇ ਅਤੇ ਉਸਨੂੰ ਮਾਰ ਦੇਣਗੇ ਅਤੇ ਉਸਨੂੰ ਮਾਰ ਦੇਣਗੇ ਅਤੇ ਫੜੇ ਜਾਣ ਤੋਂ ਮਗਰ ਪਿੱਛੇ ਉਹ ਫਿਰ ਜੀ ਉੱਠੇਗਾ ਅਤੇ ਉਹਨਾਂ ਦੇ ਨਾਲ ਇੱਕ ਗੱਲ ਉਹਨਾਂ ਨੇ ਇਹ ਗੱਲ ਸਮਝੀ ਅਤੇ ਜਿਹੜੀ ਕਿ ਉਹ ਪੁੱਛਣ ਤੋਂ ਡਰਦੇ ਸਨ ਅਤੇ ਉਸਨੇ ਉਸ ਨੂੰ ਜੇ ਤੇਰਾ ਹੱਥ ਤੈਨੂੰ ਠੋਕਰ ਪਵੇ ਉਸਨੂੰ ਵੱਢ ਸੁੱਟ ਟੁੰਡਾ ਹੋ ਕੇ ਜੋਨ ਵਿੱਚ ਵੜਨਾ ਤੇਰੇ ਲਈ ਇਸ ਤਰ੍ਹਾਂ ਭਲਾ ਕਿ ਜੋ ਤੂੰ ਦੋ ਹੱਥ ਹੁੰਦਿਆਂ ਤੂੰ ਨਰਕ ਵਿੱਚ ਜਾਵੇਂ ਤੇ ਤੂੰ ਅੱਗ ਵਿੱਚ ਸਾੜਿਆ ਜਾਵੇਂ ਜਿਹੜੀ ਕਿ ਬੁਝਣ ਵਾਲੀ ਨਹੀਂ ਪਰ ਜੇ ਤੇਰਾ ਪੈਰ ਤੈਨੂੰ ਠੋਕਰ ਪਵੇ ਤਾਂ ਉਸਨੂੰ ਵੱਢ ਸੁੱਟ ਲੰਗਾ ਹੋ ਕੇ ਜਿਉਣ ਵਿੱਚ ਵੜਨਾ ਤੇਰੇ ਲਈ ਇਸ ਤੋਂ ਚੰਗਾ ਕਿ ਤੂੰ ਪੈਰਾਂ ਦੇ ਹੁੰਦੇ ਸੁਣਦੇ ਨਰਕ ਵਿੱਚ ਜਾਵੇਂ ਤੇ ਤੂੰ ਸੁੱਟਿਆ ਜਾਵੇਂ ਤੇ ਤੇਰੀ ਅੱਖ 'ਚ ਤੈਨੂੰ ਠੋਕਰ ਪਵੇ ਤੇ ਉਸਨੂੰ ਕੱਢ ਸੁੱਟ ਕਾਣਾ ਹੋ ਕੇ ਪਰਮੇਸ਼ਰ ਦੇ ਰਾਜ 'ਚ ਵੜਨਾ ਤੇਰੇ ਲਈ ਇਸ ਨਾਲੋਂ ਭਲਾ ਹੈ ਜੋ ਦੋ ਹੁੰਦੇ ਹੋਏ ਤੂੰ ਨਰਕ ਵਿੱਚ ਸੁੱਟਿਆ ਜਾਵੇਂ ਜਿੱਥੇ ਉਹਨਾਂ ਦਾ ਕੀੜਾ ਕਦੇ ਨਹੀਂ ਮਰਦਾ ਕਦੇ ਨਹੀਂ ਬੁਝਦੀ ਕਿ ਜੇ ਹਰ ਕੋਈ ਜੋ ਅੱਗ ਨਾਲ ਲੂਣਾ ਕੀਤਾ ਜਾਵੇਗਾ ਲੂਣ ਅੱਛਾ ਹੈ ਪਰ ਜੇ ਲੂਣੀ ਬੇਸਵਾਦ ਹੋ ਜਾਵੇ ਤੁਸੀਂ ਉਸਨੂੰ ਘਾਸ ਨਾਲ ਸਲੂਣੀ ਕਰੋਗੇ ਅਤੇ ਆਪਣੇ ਵਿੱਚ ਲੂਣ ਰੱਖੋ ਅਤੇ ਇੱਕ ਦੂਜੇ ਨਾਲ ਮਿਲ ਕੇ ਰਹੋ। ਚੈਪਟਰ 10 ਤਿਆਗ ਪੱਤਰੀ ਧਨੀ ਜਵਾਨ ਸੇਵਾ ਵਿੱਚ ਮੇਵਾ। ਫਿਰ ਉੱਥੋਂ ਉੱਠ ਕੇ ਯਹੂਦੇ ਦੀਆਂ ਹੱਦਾਂ ਵਿੱਚ ਜਰਦਨ ਦੇ ਪਾਰ ਪਹੁੰਚਿਆ ਔਰ ਬਹੁਤ ਲੋਕ ਉਹਦੇ ਕੋਲ ਆ ਕੇ ਇਕੱਠੇ ਹੋਏ ਤਦ ਦਸਤੂਰ ਅਨੁਸਾਰ ਫਿਰ ਉਹਨਾਂ ਨੂੰ 23 ਦਿਨ ਲੱਗਾ। ਫਰੀਸੀਆਂ ਨੇ ਕੋਲ ਆਣ ਕੇ ਉਹਦੇ ਪਰਤਾਉਣ ਲਈ ਉਹਨੂੰ ਪੁੱਛਿਆ ਭਲਾ ਇਹ ਯੋਗ ਹੈ ਵੀ ਪੁਰਖ ਆਦਮੀ ਨੂੰ ਤਿਆਗੇ ਪੁਰਖ ਔਰਤ ਆਪਣੀ ਨੂੰ ਤਿਆਗੇ। ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਮਨੁੱਖਾਂ ਨੇ ਤੁਹਾਨੂੰ ਕੀ ਹੁਕਮ ਦਿੱਤਾ। ਉਹ ਬੋਲੇ ਮੂਸਾ ਨੇ ਤਾਂ ਕੁਰਬਾਨੀ ਦਿੱਤੀ ਹੈ ਜੋ ਆਦਮੀ ਤਿਆਗ ਪੱਤਰੀ ਲੈ ਕੇ ਤਿਆਗ ਦੇਵੇ। ਯਿਸੂ ਨੇ ਉਹਨਾਂ ਨੂੰ ਆਖਿਆ ਕਿ ਉਹਨੇ ਤੁਹਾਡੀ ਸਖਤ ਦਿਲੀ ਦੇ ਕਾਰਨ ਇਹ ਕੀਤਾ ਤੁਹਾਡੇ ਲਈ ਹੁਕਮ ਰੱਖਿਆ ਪਰ ਸ੍ਰਿਸ਼ਟ ਦੇ ਮੁੱਢੋਂ ਉਸਨੇ ਉਹਨਾਂ ਨੂੰ ਨਰ ਤੇ ਨਾਰੀ ਹੀ ਬਣਾਇਆ ਅਤੇ ਇਸ ਕਾਰਨ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ ਅਤੇ ਉਹ ਹੁਣ ਦੇ ਨਹੀਂ ਬਲਕਿ ਇੱਕ ਸਰੀਰ ਹਨ ਅਤੇ ਰੂਪਵੰਤੀ ਜੋ ਪਰਮੇਸ਼ਰ ਨੇ ਜਿਸ ਨੂੰ ਜੋੜ ਦਿੱਤਾ। ਇਸ ਦੇ ਉਪਰੰਤ ਪਤੀ ਪਤਨੀ ਪਰਮੇਸ਼ਰ ਨੇ ਜੋੜ ਦਿੱਤਾ ਉਸਨੂੰ ਮਨੁੱਖ ਅਲੱਗ ਨਾ ਕਰੇ। ਫਿਰ ਘਰ ਵਿੱਚ ਚੇਲਿਆਂ ਦੇ ਹੁੰਦੇ ਇਹ ਗੱਲ ਫਿਰ ਉਹਨਾਂ ਤੱਕ ਪਹੁੰਚੀ ਅਤੇ ਉਸ ਚੇਲਿਆਂ ਦੇ ਹੁੰਦਿਆਂ ਉਸ ਇਸ ਗੱਲ ਦੇ ਵਿਖੇ ਫਿਰ ਉਹਨਾਂ ਨੂੰ ਪੁੱਛਿਆ ਕਿ ਉਸਨੇ ਉਹਨੂੰ ਆਖਿਆ ਕਿ ਜੇ ਕੋਈ ਆਪਣੇ ਔਰਤ ਨੂੰ ਤਿਆਗ ਦੇਵੇ ਤੇ ਦੂਸਰੇ ਨਾਲ ਵਿਆਹ ਕਰਵੇ ਉਸਦੇ ਵਿਰੁੱਧ ਜਿਨਾਹ ਕਰਦਾ ਤੇ ਉਹ ਆਪਣੇ ਭਰਤਾ ਨੂੰ ਅਗਰ ਤਿਆਗ ਕੇ ਦੂਜੇ ਨਾਲ ਪਿਆਰ ਕਰੇ ਤਾਂ ਫਿਰ ਉਹ ਜਿਨਾਹ ਕਰਦੀ ਹੈ। ਉਸਨੇ ਛੋਟੇ ਬਾਲਕਾਂ ਨੂੰ ਉਹਦੇ ਕੋਲ ਲਿਆਉਣ ਲਈ ਕਿਹਾ ਕਿ ਉਸਨੂੰ ਛੋਹੇ ਪਰ ਚੇਲਿਆਂ ਨੇ ਉਹਨੂੰ ਝਿੜਕਿਆ ਤੇ ਯਿਸੂ ਇਹ ਵੇਖ ਕੇ ਬਹੁਤ ਨਿਰਾਸ਼ ਹੋਇਆ ਅਤੇ ਉਸਨੂੰ ਪੁੱਛਿਆ ਤੇਰੀਆਂ ਬਾਲਕ ਉਸਨੇ ਉਸਨੂੰ ਪੁੱਛਿਆ ਕਿ ਬਾਲਕ ਛੋਟੇ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ ਉਹਨਾਂ ਨੂੰ ਨਾ ਵਰਜੋ ਜੋ ਪਰਮੇਸ਼ਵਰ ਦਾ ਰਾਜ ਇਹੋ ਜਿਹਾ ਦਾ ਹੀ ਹੈ। ਤੁਹਾਨੂੰ ਸੱਚ ਕਹਿਣਾ ਕਿ ਜੇ ਕੋਈ ਪਰਮੇਸ਼ਵਰ ਦੇ ਰਾਜ ਨੂੰ ਛੋਟੇ ਬਾਲਕਾਂ ਦੇ ਨਿਆਂ ਨਾ ਜਾਣੇ ਤਾਂ ਕਦੇ ਵੀ ਉਸ ਵਿੱਚ ਨਹੀਂ ਵੜ ਸਕਣਗੇ ਸਵਰਗ ਦੇ ਰਾਜ ਕਿਉਂ ਉਸਨੇ ਚੂਸ ਕੇ ਉਹਨਾਂ ਵਿੱਚ ਉਸਨੇ ਉਹਨਾਂ ਨੂੰ ਕੁਚਲ ਚੁੱਕਿਆ ਅਤੇ ਉਹਨਾਂ ਦੇ ਹੱਥ ਰੱਖ ਕੇ ਉਹਨਾਂ ਨੂੰ ਅਸੀਸ ਦਿੱਤੀ ਤਾਂ ਉਹ ਬਾਹਰ ਨਿਕਲ ਕੇ ਰਾਹ ਵੱਲ ਲੰਘਿਆ ਤੁਰਿਆ ਹੀ ਜਾਂਦਾ ਸੀ ਕਿ ਇੱਕ ਜਣਾ ਉਸਦੇ ਕੋਲ ਦੌੜਿਆ ਅਤੇ ਫਿਰ ਉਸਦੇ ਕੋਲ ਗੋਡੇ ਲਵਾ ਕੇ ਉਸਨੂੰ ਪੁੱਛਿਆ ਸਤਿਗੁਰੂ ਜੀ ਮੈਂ ਕੀ ਕਰਾਂ ਜੋ ਬਸਤੀ ਜਿਉਣ ਦਾ ਅਧਿਕਾਰੀ ਬਣਾ। ਯਿਸੂ ਨੇ ਕਿਹਾ ਮੈਂ ਤੈਨੂੰ ਸੱਚ ਕਹਿਣਾ ਵੀ ਦਰਿੰਦਾ ਹੈ ਸੱਚ ਕੋਈ ਨਹੀਂ ਨਿਰਾ ਪ੍ਰਭੂ ਪਰ ਮੇਰਾ ਇੱਕੋ ਪਰਮੇਸ਼ਰ ਹੈ ਜਿਸ ਹੁਕਮ ਨੂੰ ਜਾਣਦਾ ਹੈ। ਚੋਰੀ ਨਾ ਕਰ ਗੁਨਾਹ ਨਾ ਕਰ ਜਨਾਹ ਨਾ ਕਰ ਤੀਸਰੀ ਨਾ ਚੋਰੀ ਨਾ ਕਰ ਤੂੰ ਝੂਠੀ ਹੋਈ ਤੇਰੇ ਵਿੱਚ ਹੈ ਉਹੀ ਖੂਨ ਨਾ ਕਰ
चोरी न कर, झूठी गवाही न दे, ठगी न कर, अपने माँ बाप याद कर। उसने कहा गुरु जी मैं अपने बालक सुने इन्हां गल्लां नूं मनदा आया हाँ। उसने उसके वाल वेख के उसनूं खिलार ने उसको उसने कहा कि तेरे विच एक गल दा घाटा है, जा ते जो कुछ तेरा है तू बेच के कंगालां दे तू सुरग विच तैनूं धन मिलेगा। मेरे पिछे हो तो तू इस गल करा करके कि तू किस गल्लों छिथा पिया है, उदास हो के चल जा। यीशु जो कुछ भी कर सकने दा मालिक है वो करो। तद यीशु ने चुफेरे निगाह करके अपने चेलियां नूं आख्या जिहड़े दौलत रखते हैं उन्हां दा परमेशर दे राज च वड़ना किड्डा ही मुश्किल है। अते चेले उस दीयां गल्लां तो हैरान होए अते यीशु ने उन्हां नूं अग्गे आख्या हे बालकिओ जिहड़े धन ते आस रखते हैं परमेशर दे राज विच उन्हां लई वड़ना कितना औखा है। सूई दे नक्के विचों दी ऊँट दा लंघना उस नालों सुखाला है भी धनी परमेशर राज विच वड़े। बहुत सारे ही वो हैरान होकर आप मुझ कहने लगे तो फिर कौन बच सकता था। उसने दिता तो उन्होंने आख्या मनुख होर कोई भी नहीं। तो उसने आख्या कि कौन बच सकता। उसने उन्होंने वेखी कि मनुखा को अनहोना है पर परमेश्वर को नहीं, कि जो परमेश्वर दे झोले सब कुछ हो सकता है, परमेश्वर को सब कुछ हो सकता है। पतरस उसने कहने लगा असी सब कुछ छड़ के तेरे मगर आ गए हाँ। यीशु उसने आख्या देखो मैं तुम सच कहना कि अजिहा कोई नहीं जिसनों 7 या 8 सच कहना है कि इहो जिहा कोई नहीं कि जिसने अपना घर या भाइयां या मावां या भैणां प्यो या बाल बच्चे ना जमीनां नाल मेरे ते इंजील दे लई छड्डिया होवे। पर हुण मैं सब 7 गुना जिहड़ा कि ना पवे अते भाई अते भैणां अते मावां अते जाल बच्चे मेरा भैणां ते मावां अते बुढ़े अते जमीनां पर दुखां नाल अगले जो गुज सी पक जाण अते परमेश्वर बथेरे जो पहले हमसे तेरे पिछले होणगे ते पहले ਉਹ ਰਾਹ ਵਿੱਚ ਹੋ ਕੇ ਯਰੂਸ਼ਲਮ ਨੂੰ ਵਸਦੇ ਜਾਂਦੇ ਸਨ। ਤਾਂ ਉਹਨਾਂ ਦੇ ਉਹ ਰਾਹ ਵਿੱਚੋਂ ਦੀ ਹੋ ਕੇ ਯਰੂਸ਼ਲਮ ਨੂੰ ਜਾਂਦੇ ਸਨ ਅਤੇ ਯਿਸੂ ਉਹਨਾਂ ਦੇ ਅੱਗੇ ਤੁਰਿਆ ਜਾਂਦਾ ਸੀ ਤੇ ਉਹ ਤੰਗ ਰਹਿ ਗਏ ਕਿ ਆਉਣ ਵਾਲੇ ਵਕਤ ਤੋਂ ਡਰਦੇ ਸਨ। ਫਿਰ ਉਹਨਾਂ ਨੂੰ 12 ਨੂੰ ਲੈ ਕੇ ਕੁਝ ਉਹਨਾਂ ਤੇ ਜੋ ਵੀ ਬੀਤਣਾ ਸੀ ਉਹਨਾਂ ਨੂੰ ਉਹ ਦੱਸਣ ਲੱਗਾ ਕਿ ਕੁਝ ਯਰੂਸ਼ਲਮ ਨੂੰ ਜਾਂਦੇ ਤੇ ਮਨੁੱਖ ਦਾ ਪੁੱਤਰ ਪ੍ਰਧਾਨ ਯਾਜਕਾਂ ਦੇ ਗ੍ਰੰਥੀਆਂ ਦੇ ਅਤੇ ਜੋ ਕੁਝ ਉੱਥੇ ਉਸ ਤੇ ਬੀਤਣਾ ਸੀ ਦੱਸ ਲੱਗਾ। ਤੇ ਯਰੂਸ਼ਲਮ ਨੂੰ ਜਾਂਦੇ ਹੋਏ ਮਨੁੱਖ ਦਾ ਪੁੱਤਰ ਪ੍ਰਧਾਨ ਯਾਜਕਾਂ ਤੇ ਗ੍ਰੰਥੀਆਂ ਦੇ ਹੱਥ ਵਿੱਚ ਫੜਵਾਇਆ ਜਾਵੇਗਾ ਤੇ ਉਸ ਨੂੰ ਬਿਲਕੁਲ ਮਾਰ ਸੁੱਟਣਗੇ ਤੇ ਉਹ ਪਰਾਈਆਂ ਕੌਮਾਂ ਦੇ ਹਵਾਲੇ ਕਰਨਗੇ। ਇਸ ਲਈ ਉਸ ਨੂੰ ਠੱਠੇ ਕਰਨਗੇ ਅਤੇ ਉਸ ਨੂੰ ਚੁੱਕਣਗੇ ਤੇ ਉਸ ਨੂੰ ਕੋੜੇ ਮਾਰਨਗੇ ਤੇ ਮਾਰ ਹੀ ਸੁੱਟਣਗੇ ਤੇ 3 ਦਿਨਾਂ ਬਾਅਦ ਉਹ ਫਿਰ ਜੀ ਉੱਠੇਗਾ। ਧਰਤੀ ਦੇ ਕੁਝ ਯਾਕੂਬ ਅਤੇ ਯਹੋਨਾ ਉਸ ਦੇ ਕੋਲ ਆਣ ਕੇ ਉਸਨੂੰ ਕਹਿਣ ਲੱਗੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਜੋ ਕੁਛ ਅਸੀਂ ਇੱਥੇ ਦੇਖੀਏ ਅਸੀਂ ਤੇਥੋਂ ਮੰਗੀਏ ਤੂੰ ਸਾਡੇ ਲਈ ਕਰੇ। ਉਸਨੇ ਉਹਨਾਂ ਨੂੰ ਆਖਿਆ ਤੁਸੀਂ ਕੀ ਚਾਹੁੰਦੇ ਹੋ। ਤਾਂ ਦੂਸਰੇ ਦਿਨ ਤੁਹਾਡੇ ਲਈ ਮੈਂ ਕੀ ਕਰਾਂ। ਤੁਸੀਂ ਆਖਿਆ ਤੁਸੀਂ ਇਹ ਈਵਲ ਸਪਿਰਿਟ ਮੇਰੀ ਜ਼ਿੰਦਗੀ ਤੋਂ ਦੂਰ ਕਰੋ। ਅਤੇ ਫਿਰ ਉਸਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਕੀ ਚਾਹੁੰਦੇ ਹੋ ਤੁਹਾਡੇ ਲਈ ਮੈਂ ਕੀ ਕਰਾਂ। ਉਸਨੇ ਉਹਨਾਂ ਆਖਿਆ ਕਿ ਸ਼ਖਸ ਅਸੀਂ ਤੇਰੇ ਤੇਜ ਵਿੱਚ ਤੇਰੇ ਸੱਜੇ ਹੱਥ ਤੇ ਖੱਬੇ ਹੱਥ ਬੈਠੀਏ। ਤੇ ਯਿਸੂ ਨੂੰ ਆਖਿਆ ਤੁਸੀਂ ਜਾਣਦੇ ਹੋ ਤੇ ਕੀ ਤੁਸੀਂ ਕੀ ਮੰਗਦੇ ਹੋ। ਭਲਾ ਪਹਿਲਾਂ ਜਿਹੜਾ ਮੈਂ ਪੀਣਾ ਹੈ ਕੀ ਤੁਸੀਂ ਪੀ ਸਕਦੇ ਹੋ। ਇਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਕੀ ਤੁਸੀਂ ਲੈ ਸਕਦੇ ਹੋ। ਉਹਨੇ ਉਸਨੂੰ ਆਖਿਆ ਕਿ ਸਾਰੇ ਸਾਥ ਹੋ ਸਕਦਾ ਹੈ ਪਰ ਪ੍ਰਭੂ ਯਿਸੂ ਮਸੀਹ ਨੇ ਆਖਿਆ ਕਿ ਉਹ ਆਲਣਾ ਜਿਹੜਾ ਮੈਂ ਪੀਣਾ ਹੈ ਤਾਂ ਤੁਸੀਂ ਪੀਓਗੇ। ਉਹ ਬਪਤਿਸਮਾ ਜਿਹੜਾ ਮੈਂ ਲੱਗਾ ਹੈ ਤੁਸੀਂ ਲਵੋਗੇ। ਸਭੋ ਸੱਜੇ ਪਾਸੇ ਬਿਠਾਉਣਾ ਮੇਰਾ ਕੰਮ ਨਹੀਂ। ਇਹਨਾਂ ਲਈ ਇਸ ਤੋਂ ਬਿਨਾਂ ਜਿਹਨਾਂ ਲਈ ਕੁਛ ਤਿਆਰ ਹੈ ਨਾਲ ਹੀ 10 ਚੇਲਿਆਂ ਨੇ ਇਹ ਸੁਣਿਆ ਕਿ ਉਹ ਯਹੋਨਾ ਤੇ ਯਾਕੂਬ ਉੱਤੇ ਖਿਜਣ ਲੱਗੇ। ਸਗੋਂ ਯਿਸੂ ਨੇ ਉਹਨਾਂ ਨੂੰ ਆਪਣੇ ਜਾਲ ਵਿੱਚ ਸੱਦਿਆ ਤੇ ਤੁਸੀਂ ਜਾਣਦੇ ਹੋ ਕਿ ਜਿਹੜੇ ਵੀ ਪਰਾਈਆਂ ਕੌਮਾਂ ਦੇ ਵਿੱਚ ਹਾਕਮ ਗਿਣੇ ਜਾਂਦੇ ਉਹਨਾਂ ਦੇ ਗੁਲਾਮ ਚਲਾਉਂਦੇ ਹਨ ਅਤੇ ਸਰਦਾਰ ਉਹਨਾਂ ਤੇ ਉਹਨਾਂ ਨੂੰ ਸਿਖਾਲਦਾ ਕਪਟੀ। ਪਰ ਤੁਹਾਡੇ ਵਿੱਚ ਅਜਿਹਾ ਨਾ ਹੋਵੇ ਕਿ ਤੁਹਾਡੇ ਵਿੱਚ ਇੱਕ ਵਕਤ ਅਜਿਹਾ ਨਾ ਹੋਵੇ ਕਿ ਤੁਹਾਡੇ ਵਿੱਚ ਵੱਡਾ ਵਹਿਣ ਹੋਵੇ, ਚਾਹੇ ਤੁਹਾਡਾ ਟੈਲੂਆ ਹੋਵੇ ਕੋਈ, ਚਾਹੇ
ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਵੀ ਉਸਦਾ ਨੌਕਰ ਹੋਵੇ, ਕਿਉਂ ਜੋ ਮਨੁੱਖ ਦਾ ਪੁੱਤਰ ਆਪਣੀ ਪਹਿਲ ਕਰਾਉਣ ਨਹੀਂ ਸਗੋਂ ਬਹੁਤਿਆਂ ਦੇ ਲਈ ਨਿਸਾਰੇ ਦਾ ਕਾਰਨ ਬਣਨ ਲਈ ਆਇਆ। ਔਰ ਮਨੁੱਖ ਦਾ ਪੁੱਤਰ ਕਿਸੇ ਚੀਜ਼ ਲੈਣ ਵਾਲਿਆਂ ਤੇ ਮਗਰ ਜ਼ਰੀਹੋ ਦੇ ਵਿੱਚ ਜਦ ਤੱਕ ਉਹ ਉਸੇ ਤਰੀਕੇ ਅਨੁਸਾਰ ਬਸਰ ਨਾ ਕਰ ਲਵੇ, ਬਸਰ ਕਰਕੇ ਬੋਲਦੀ ਕਿ ਸ਼ਮਈ ਦੇ ਪੁੱਤਰ ਬਰਤਨ में एक अन्ना मंगता सड़क उत्ते बैठा सी ते सुन के यीशु नासरी है ਉੱਚੀ ਦੇਖ ਕੇ ਕਹਿਣ ਲੱਗਾ, हे दाऊद ਦੇ ਪੁੱਤਰ ਯਿਸੂ ਮੇਰੇ ਤੇ ਦਇਆ ਕਰ। ਬਹੁਤਿਆਂ ਨੇ ਉਸ ਨੂੰ ਝਿੜਕਿਆ ਵੀ, ਪਰ ਉਹ ਉੱਚੀ ਦੇਖ ਕੇ ਫਿਰ ਬੋਲਿਆ, दाऊद ਦੇ ਪੁੱਤਰ ਮੇਰੇ ਤੇ ਦਇਆ ਕਰ ਸਕਦੇ ਹੋ। ਉਸ ਨੂੰ ਖੜੋ ਕੇ ਉਹ ਕਿਹਾ ਤਾਂ ਇਹ ਦੇਖੋ ਕਿ ਉਹ ਖੜੋ दाऊद ਦੇ ਪੁੱਤਰ ਮੇਰੇ ਤੇ ਫੈਸਲਾ ਕਰ, ਮੇਰੇ ਤੇ ਦਇਆ ਕਰ। ਤਾਂ ਖੜੋ ਕੇ ਉੱਚੀ ਦੇਣੇ ਬੋਲਿਆ ਕਿ ਯਿਸੂ ਨੇ ਕਿਹਾ ਖੜੋ ਤੇ ਕਿਹਾ ਉਸ ਨੂੰ ਸੱਦ ਲਿਆ ਤੇ ਉਹਨਾਂ ਨੇ ਉਸ ਨੂੰ ਸੱਦ ਕੇ ਲਿਆਂਦਾ ਅਤੇ ਕਿਹਾ ਹੌਸਲਾ ਰੱਖ, ਉਹ ਤੇਰੇ ਲਈ ਬੁਲਾਉਂਦਾ ਹੈ। ਤਾਂ ਉਹ ਆਪਣਾ ਕੱਪੜਾ ਚੁੱਕ ਕੇ ਸੁੱਟ ਕੇ ਖੜਾ ਹੋਇਆ ਤੇ ਯਿਸੂ ਕੋਲ ਆਖਿਆ, ਯਿਸੂ ਤੂੰ ਮੇਰੇ ਅੱਗੋਂ ਉਸਨੂੰ ਆਖਿਆ ਤੂੰ ਕੀ ਚਾਹੁੰਦਾ, ਤੂੰ ਆਪਣੇ ਲਈ ਆਖਿਆ। ਤਾਂ ਉਸਨੇ ਅੰਨੇ ਨੇ ਉਸਨੂੰ ਆਖਿਆ ਕਿ ਪ੍ਰਭੂ ਜੀ ਮੈਂ ਸੂਰਜ ਆਖਾ ਹੋ ਜਾਵਾਂ। ਯਿਸੂ ਉਸਨੂੰ ਆਖਿਆ ਜਾ, ਤੇਰੀ ਨਿਸ਼ਚੈ ਤੋਂ ਚੰਗਾ ਕੀਤਾ। ਅਤੇ ਉਹ ਜਾਣਦਾ ਸੀ ਕਿ ਉਸ ਰਾਹ ਵਿੱਚ ਉਸਦੇ ਲਈ ਉਹ ਤੁਰ ਪਿਆ। ਸ਼ਾਹੀ ਦਾਖਲਾ ਤੇ ਹੈਲਕ ਦਾ ਪਾਰ, ਹੈਕਲ ਦਾ ਸਾਫ਼ ਕਰਨਾ। ਤਾਂ ਯਰੂਸ਼ਲਮ ਦੇ ਨੇੜੇ ਜੈਤੂਨ ਦੇ ਪਹਾੜ ਤੇ ਕੋਲ ਬੈਤਫਗੇ ਦੇ ਬੈਤਾਨੀਆ ਤੀਕਰ ਪਹੁੰਚੇ ਤਾਂ ਉਹਨੇ ਚਿਖਨੇ ਤੇ ਵਿੱਚੋਂ ਦੀ ਪਹਾੜ ਨੂੰ ਕੱਲਿਆ। ਉਸਨੂੰ ਆਖਿਆ ਕਿ ਲੋਕ ਇਸਰਾਇਲ ਉਸਨੂੰ ਆਖਿਆ ਕਿ ਲੋਕ ਚੇਲਿਆਂ ਵਿੱਚ ਪਹੁੰਚੇ ਤਾਂ ਆਪਣੇ ਚੇਲਿਆਂ ਵਿੱਚੋਂ ਦੀ ਲੰਘੇ ਅਤੇ ਉਹਨਾਂ ਨੂੰ ਆਖਿਆ ਕਿ ਉਸ ਪਿੰਡ ਪਹਾੜ ਦੇ ਕੋਲ ਬੈਤਫਗਾ ਜਿਹੜਾ ਤੁਹਾਡੇ ਸਾਹਮਣੇ ਹੈ, ਉਸ ਵਿੱਚ ਵੜਦੇ ਸਾਰੇ ਗਧੀ ਦਾ ਬੱਚਾ ਬੰਨਿਆ ਹੋਇਆ ਤੁਸੀਂ ਵੇਖੋਗੇ ਕਿ ਜਿਹਦੇ ਤੇ ਕੋਈ ਸਵਾਰ ਨਹੀਂ ਹੋਇਆ, ਜਿਸਨੂੰ ਖੋਲਿਆ। ਔਰ ਜੇ ਕੋਈ ਤੁਹਾਨੂੰ ਕਵੇ ਵੀ ਤੁਸੀਂ ਇਸ ਨੂੰ ਕਿਉਂ ਕਰਦੇ ਹੋ ਤਾਂ ਕਹਿਣਾ ਜੋ ਪ੍ਰਭੂ ਨੂੰ ਇਹਦੀ ਲੋੜ ਹੈ, ਤਦ ਉਹ ਝੱਟ ਉਸ ਨੂੰ ਮੁੜ ਇੱਧਰ ਘੱਲ ਦੇਵੇਗਾ। ਵੀ ਉਹ ਗਿਆ ਤੇ ਉਸਨੇ ਔਰ ਬੱਚੇ ਨੂੰ ਦਰਵਾਜ਼ੇ ਦੇ ਕੋਲ ਬਾਹਰ ਖੜਾ ਦਿੱਤਾ, ਬੰਨਿਆ ਹੋਇਆ ਵੇਖਿਆ ਤਾਂ ਉਹਨਾਂ ਨੇ ਉਸਨੂੰ ਘੱਲਿਆ। ਉਹਨਾਂ ਵਿੱਚੋਂ ਕਈ ਜਿਹੜੇ ਉਸ ਉੱਤੇ ਉਹਨਾਂ ਨੂੰ ਮਿਲਣ ਗਏ ਸਨ, ਉਹਨਾਂ ਨੂੰ ਕਹਿਣ ਲੱਗੇ ਕਿ ਇਹ ਕੀ ਕਰਦੇ ਹੋ ਜੋ ਬੱਚੇ ਨੂੰ ਖੋਲਦੇ ਹੋ। ਉਸਨੇ ਉਸ ਉੱਤੇ ਕੱਪੜੇ ਪਾ ਦਿੱਤੇ ਅਤੇ ਉਹ ਉਸ ਉੱਤੇ ਸਵਾਰ ਹੋਇਆ। ਔਰ ਜਦੋਂ ਬਹੁਤਿਆਂ ਨੇ ਆਪਣੇ ਕੱਪੜੇ ਲਾ ਕੇ ਰਾਹ ਵਿੱਚ ਵਿਛਾਏ ਤਾਂ ਉਹਨਾਂ ਨੇ ਖੇਤਾਂ ਵਿੱਚੋਂ ਹਰੀਆਂ ਟਾਹਣੀਆਂ ਕੱਢ ਕੇ ਵਿਛਾ ਦਿੱਤੀਆਂ ਤੇ ਜਿਹੜੇ ਅੱਗੇ ਪਿੱਛੇ ਜਾਂਦੇ ਸਨ ਉੱਚੀ ਆਵਾਜ਼ ਨਾਲ ਕਹਿੰਦੇ ਸਨ, ਹੋਸੈਨਾ ਹੋਸੈਨਾ, ਮੁਬਾਰਕ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ, ਮੁਬਾਰਕ ਸਾਡੇ ਪਿਤਾ ਦਾਊਦ ਦਾ ਰਾਜ ਜਿਹੜਾ ਆਉਂਦਾ ਹੈ ਪਰਮਧਾਮ ਵਿੱਚ ਮਸੀਹ ਹੋਸੈਨਾ। ਉਹ ਯਰੂਸ਼ਲਮ ਵਿੱਚ ਪਹੁੰਚ ਕੇ ਹੈਕਲ ਵਿੱਚ ਗਿਆ। ਤਦ ਉਸਨੇ 4 ਚੁਫੇਰੇ ਸਭ ਕਾਸੇ ਉੱਤੇ ਨਿਗਾਹ ਮਾਰ ਲਈ ਔਰ ਉਹਨਾਂ ਥਾਵਾਂ ਦੇ ਨਾਲ ਨਿਕਲ ਕੇ ਬੈਤਾਨੀਆ ਨੂੰ ਗਿਆ, ਕਿਉਂ ਜੋ ਸਾਂਝ ਹੋ ਗਈ ਸੀ। ਅਗਲੇ ਦਿਨ ਜਦੋਂ ਬੈਤਾਨੀਆ ਤੋਂ ਬਾਹਰ ਆਏ ਤਾਂ ਉਸਨੂੰ ਭੁੱਖ ਲੱਗੀ ਔਰ ਦੂਰੋਂ ਪੱਤਿਆਂ ਵਾਲਾ ਅੰਜੀਰ ਦਾ ਬਿਰਛ ਦੇਖ ਕੇ ਹੋ ਗਿਆ ਕਿ ਜਾਣੀ ਇਸ ਤੋਂ ਕੁਛ ਲੱਭੇ। ਤੇ ਜਦੋਂ ਉਸ ਦੇ ਨੇੜੇ ਆਇਆ ਤਾਂ ਪੱਤਿਆਂ ਤੋਂ ਬਿਨਾਂ ਹੋਰ ਕੁਝ ਨਾ ਪਾਇਆ, ਕਿਉਂਕਿ ਅੰਜੀਰਾਂ ਦੀ ਰੁੱਤ ਨਹੀਂ ਸੀ। ਤਦ ਉਸਨੇ ਅੱਗੋਂ ਉਸਨੂੰ ਆਖਿਆ, ਕੋਈ ਤੇਰਾ ਫਲ ਫਿਰ ਕਦੀ ਨਾ ਖਾਵੇ। ਤਾਂ ਉਸਨੇ ਉਸ ਚੇਲਿਆਂ ਨੇ ਉਸਨੂੰ ਇਹ ਕਹਿੰਦੇ ਸੁਣਿਆ। ਜਦੋਂ ਯਰੂਸ਼ਲਮ ਵਿੱਚ ਆਏ ਤਾਂ ਹੈਕਲ ਵਿੱਚ ਜਾ ਕੇ ਜਿਹੜੇ ਹੈਕਲ ਵਿੱਚ ਕੁਛ ਵੇਚਦੇ ਤੇ ਔਰ ਮੁੱਲ ਖਰੀਦੇ ਸਨ ਉਹਨਾਂ ਨੂੰ ਕੱਢਣ ਲੱਗਾ ਤੇ ਸਰਾਫਾਂ ਤੇ ਤਖਤ ਫੌਜ ਔਰ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਦਿੱਤੀਆਂ ਔਰ ਕਿਸੇ ਨੂੰ ਹੈਕਲ ਵਿੱਚੋਂ ਦੀ ਭਾਂਡਾ ਲੈ ਕੇ ਨਹੀਂ ਲੰਘਣ ਦਿੱਤਾ। ਤਾਂ ਉਹਨਾਂ ਨੂੰ ਇਹ ਕਹਿ ਕੇ ਉਪਦੇਸ਼ ਦਿੱਤਾ ਕਿ ਤੁਸੀਂ ਕੀ ਇਹ ਨਹੀਂ ਲਿਖਿਆ ਹੋਇਆ ਕਿ ਮੇਰਾ ਘਰ ਸਾਰੀ ਕੌਮਾਂ ਲਈ ਪ੍ਰਾਰਥਨਾ ਦਾ ਘਰ ਸਲਾਵੇਗਾ, ਔਰ ਤੁਸੀਂ ਉਹਨਾਂ ਨੂੰ ਡਾਕੂਆਂ ਦੀ ਖੋਹ ਬਣਾ ਦਿੱਤਾ। ਪ੍ਰਧਾਨ ਜਾਜਕ ਅਤੇ ਗ੍ਰੰਥੀ ਸੁਣ ਕੇ ਇਸ ਗੱਲ ਦੇ ਪਿੱਛੇ ਲੱਗੇ ਵੀ ਪੁੱਛਣ ਲੱਗੇ ਕਿ ਉਸ ਨਾਲ ਕਿੱਕਰ ਨਾਸ਼ ਕਰੇ, ਕਿਉਂਕਿ ਉਹ ਉਸ ਤੋਂ ਡਰਦੇ ਸਨ। ਇਸ ਲਈ ਜੋ ਸਭ ਕੁਛ ਉਹਦੇ ਲੋਕ ਉਹਦੇ ਉਪਦੇਸ਼ ਤੋਂ ਹੈਰਾਨ ਰਹਿ ਗਏ ਸਨ ਤੇ ਹਰ ਸਾਂਝ ਉਹ ਸ਼ਹਿਰੋਂ ਬਾਹਰ ਜਾਂਦਾ ਹੁੰਦਾ ਸੀ। ਸਵੇਰ ਨੂੰ ਜਦੋਂ ਉਹ ਇੱਧਰ ਉੱਧਰ ਦੇ ਲੰਘੇ ਤਾਂ ਦੇਖਿਆ ਕਿ ਅੰਜੀਰ ਦਾ ਦਰਖਤ ਜੜੋਂ ਸੁੱਕ ਗਿਆ। ਤਦ ਪਤਰਸ ਨੇ ਚੇਤੇ ਕਰਕੇ ਉਹਨੂੰ ਆਖਿਆ, ਸੁਆਮੀ ਜੀ ਵੇਖੋ, ਇਹ ਅੰਜੀਰ ਦਾ ਬ੍ਰਿਸ਼ ਜਿਸ ਨੂੰ ਤੁਸੀਂ ਸ਼ਰਾਪ ਦਿੱਤਾ ਸੀ ਸੁੱਕਿਆ। ਇਸ ਨੂੰ ਨਸਰਤਾ ਕਿ ਪਰਮੇਸ਼ਰ ਤੇ ਨਿਸ਼ਚਾ ਰੱਖੋ ਅਤੇ ਮੈਂ ਤੁਹਾਨੂੰ ਸੱਚ ਕਹਿੰਦਾ ਵੀ ਕੋਈ ਇਸ ਪਹਾੜ ਨੂੰ ਕਦੇ ਨਾ ਉੱਠ ਕੇ ਸਮੁੰਦਰ ਵਿੱਚ ਪੈ ਜਾ ਤੇ ਉਹ ਆਪਣੇ ਮਨ ਵਿੱਚ ਵਹਿਮ ਨਾ ਕਰੇ ਤੇ ਉਹਦੀ ਪ੍ਰਤੀਤ ਕਰੇ ਤੇ ਜਿਹੜੀਆਂ ਗੱਲਾਂ ਮੈਂ ਆਖਦਾ ਉਹ ਹੁੰਦੀਆਂ ਹਨ ਤਾਂ ਉਹਨਾਂ ਲਈ ਹੋ ਜਾਵੇਗਾ। ਇਸ ਲਈ ਮੈਂ ਤੁਹਾਨੂੰ ਕਹਿੰਦਾ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਮੰਗੋ, ਪ੍ਰਤੀਤ ਕਰੋ, ਤੁਹਾਨੂੰ ਮਿਲ ਗਿਆ ਤਾਂ ਤੁਹਾਨੂੰ ਜ਼ਰੂਰ ਮਿਲੇਗਾ। ਜਦੋਂ ਕਦੇ ਤੁਸੀਂ ਖਲੋ ਕੇ ਪ੍ਰਾਰਥਨਾ ਕਰੋ ਤਾਂ ਤੁਹਾਡਾ ਮਨ ਕਿਸੇ ਹੋਰ ਨਾਲ ਵਿਰੋਧ ਵਿੱਚ ਹੋਵੇ ਤਾਂ ਤੁਸੀਂ ਉਹਨੂੰ ਮਾਫ਼ ਕਰੋ
ਤਾਂ ਤੁਹਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਹੈ ਤੁਹਾਨੂੰ ਮਾਫ ਕਰੇਗਾ। ਕਿਉਂਕਿ ਫਿਰ ਯਰੂਸ਼ਲਮ ਵਿੱਚ ਉਹ ਆਇਆ ਤਾਂ ਉਸਨੇ ਹੈਕਲ ਵਿੱਚ ਜਦੋਂ ਫਿਰਦਾ ਸੀ, ਪ੍ਰਧਾਨ ਜਾਜਕ ਤੇ ਗ੍ਰੰਥੀ ਤੇ ਬਜ਼ੁਰਗ ਉਹਦੇ ਕੋਲ ਆਏ ਔਰ ਉਹਨਾਂ ਉਸਨੂੰ ਕਿਹਾ ਕਿ ਕਿਹੜੇ ਇਖਤਿਆਰ ਨਾਲ ਇਹ ਕੰਮ ਕਰਦਾ ਹੈ। ਤਾਂ ਉਸਨੇ ਇਹ ਕੰਮ ਕਰਨ ਨੂੰ ਕਿਨ ਤੈਨੂੰ ਇੱਕ ਇਖਤਿਆਰ ਦਿੱਤਾ ਹੈ? ਤਾਂ ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਇੱਕ ਗੱਲ ਪੁੱਛਦਾ, ਤੁਸੀਂ ਮੈਨੂੰ ਉੱਤਰ ਦਿਓ ਤਾਂ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕਿਹੜੇ ਇਖਤਿਆਰ ਨਾਲ ਇੱਕ ਕੰਮ ਕਰਦਾ ਹਾਂ, ਜੋ ਉਹਨਾਂ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖਾਂ ਵੱਲੋਂ? ਤਾਂ ਮੈਨੂੰ ਉੱਤਰ ਦਿਓ। ਅਤੇ ਤਦ ਉਹਨਾਂ ਨੇ ਆਪੋ ਵਿੱਚ ਵਿਚਾਰ ਕਰਕੇ ਆਖਿਆ, ਜੇ ਕਿ ਸਵਰਗ ਵੱਲੋਂ ਤਾਂ ਫਿਰ ਉਹ ਖੁੱਲ੍ਹ ਕੇ ਬੋਲੂਗਾ ਕਿ ਫਿਰ ਤੁਸੀਂ ਉਹਦੀ ਪ੍ਰਤੀਤ ਕਿਉਂ ਨਾ ਕੀਤੀ। ਜੇ ਕਿ ਮਨੁੱਖਾਂ ਵੱਲੋਂ ਤਾਂ ਫਿਰ ਲੋਕਾਂ ਵਿੱਚੋਂ ਅਸੀਂ ਛਿੱਥੇ ਪੈਂਦੇ ਤੇ ਡਰਦੇ ਹਾਂ, ਕਿਉਂਕਿ ਸਭੇ ਜੋ ਉਹਨਾਂ ਨੂੰ ਮੰਨਦੇ ਸਨ ਜੋ ਸੱਚਮੁੱਚ ਨਬੀ ਹੈ। ਤੇ ਉਹਨਾਂ ਨੇ ਯਿਸੂ ਨੂੰ ਉੱਤਰ ਦਿੱਤਾ ਵੀ ਅਸੀਂ ਨਹੀਂ ਜਾਣਦੇ। ਫਿਰ ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਇਖਤਿਆਰ ਨਾਲ ਮੈਂ ਕੰਮ ਕਰਦਾ। ਜਜ਼ੀਆ ਕਿਆਮਤ ਦੇ ਪ੍ਰਤਾਵੇ ਲਈ ਪ੍ਰਸ਼ਨ ਅਤੇ ਕੰਗਾਲ ਵਿਧਵਾ ਦਾ ਧੇਲਾ। ਫਿਰ ਉਹਨਾਂ ਨੇ ਦ੍ਰਿਸ਼ਟਾਂਤਾਂ ਵਿੱਚ ਬੋਲਣ ਲੱਗਾ ਕਿ ਇੱਕ ਮਨੁੱਖ ਨੇ ਅੰਗੂਰਾਂ ਦਾ ਬਾਗ ਲਾਇਆ, ਉਹਦੇ 4 ਚੁਫੇਰੇ ਵਾੜ ਕੀਤੀ, ਰਸਲੀ 'ਚ ਬੱਚਾ ਕੱਢਿਆ, ਬੁਰਜ ਉਸਾਰਿਆ ਤੇ ਮਾਲੀਆਂ ਦੇ ਹੱਥ ਸੌਂਪ ਦਿੱਤਾ ਤੇ ਪ੍ਰਦੇਸ਼ ਚਲਾ ਗਿਆ। ਤੇ ਫਿਰ ਰੁੱਤ ਸਿਰ ਇੱਕ ਨੌਕਰ ਨੂੰ ਮਾਲੀਆਂ ਦੇ ਕੋਲ ਘੱਲਿਆ ਤੇ ਮਾਲੀਆਂ ਤੋਂ ਬਾਗ ਦੇ ਫਲ ਦੇ ਵਿੱਚੋਂ ਕੁਝ ਲੈ ਲਏ ਤੇ ਉਸਨੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਬੜਾ ਕੁੱਟਿਆ ਤੇ ਉਹਨਾਂ ਨੂੰ ਸੱਖਣੇ ਹੱਥ ਮੋੜ ਦਿੱਤਾ। ਅਤੇ ਇੱਕ ਹੋਰ ਨੌਕਰ ਉਹਨਾਂ ਦੇ ਕੋਲ ਘੱਲਿਆ ਤੇ ਫਿਰ ਉਸਦਾ ਸਿਰ ਭੰਨਿਆ ਤੇ ਉਸਦੀ ਪਤਲਾ ਸੁੱਟੇ। ਅਤੇ ਫਿਰ ਇਸ ਕਰਕੇ ਇੱਕ ਹੋਰ ਘੱਲਿਆ ਤੇ ਉਹਨਾਂ ਨੇ ਉਸਨੂੰ ਘਰ ਦੇ ਵਿੱਚ ਹੀ ਮਾਰ ਸੁੱਟਿਆ। ਔਰ ਫਿਰ ਉਸਨੇ ਬਹੁਤ ਸਾਰੇ ਘੱਲੇ ਪਰ ਉਹਨਾਂ ਨੇ ਉਸਨੂੰ ਕੁੱਟਿਆ ਅਤੇ ਕਈਆਂ ਨੂੰ ਮਾਰ ਦਿੱਤਾ। ਔਰ ਉਸਦੇ ਕੋਲ ਇੱਕ ਰਹਿੰਦਾ ਸੀ ਜਿਸਦਾ ਉਸਦਾ ਪਿਆਰਾ ਪੁੱਤਰ। ਔਰ ਉਸਨੂੰ ਵੀ ਉਹਦੇ ਨਾਲ ਇਹ ਕਹਿ ਕੇ ਘੱਲਿਆ ਕਿ ਇਹ ਮੇਰੇ ਪੁੱਤਰ ਦਾ ਮਾਣ ਰੱਖਣਗੇ। ਪਰ ਉਹਨਾਂ ਮਾਲੀਆਂ ਨੇ ਆਪੋ ਵਿੱਚ ਕਿਹਾ ਕਿ ਵਾਰਸ ਹੀ ਹੈ, ਆਓ ਇਸਨੂੰ ਮਾਰ ਸੁੱਟੀਏ, ਵਿਰਸਾ ਸਾਡਾ ਹੋ ਜਾਏਗਾ। ਤਦ ਉਸਨੇ ਉਸਨੂੰ ਫੜ ਕੇ ਮਾਰ ਦਿੱਤਾ ਸੀ। ਉਸਨੂੰ ਬਾਹਰੋਂ ਬਾਹਰ ਲੈ ਕੇ ਆਏ, ਉਸਨੂੰ ਬਾਗੋਂ ਬਾਹਰ ਮਾਰਿਆ ਸੀ। ਅਤੇ ਫਿਰ ਮਾਲੀਆਂ ਦਾ ਉਹ ਨਾਸ ਕਰੇਗਾ ਤੇ ਅੰਗੂਰ ਦਾ ਬਾਗ ਹੋਰਨਾਂ ਨੂੰ ਸੌਂਪੇਗਾ। ਕੀ ਤੁਸੀਂ ਇਹ ਲਿਖਤ ਨਹੀਂ ਪੜ੍ਹੀ ਕਿ ਇਹ ਜਿਸ ਪੱਥਰ ਨੂੰ ਰਾਜਾ ਨੇ ਰੱਦਿਆ ਸੋਈ ਖੁੰਝੇ ਦਾ ਸਿਰ ਹੋ ਗਿਆ? ਇਹ ਪ੍ਰਭੂ ਦੇ ਵੱਲੋਂ ਹੋਇਆ ਤੇ ਸਾਡੀ ਨਜ਼ਰ ਵਿੱਚ ਚਰਚਾ। ਤਦ ਉਹਨਾਂ ਨੇ ਚਾਹਿਆ ਕਿ ਉਹਨੂੰ ਫੜ ਲੈਣ ਤੇ ਕਿਉਂਕਿ ਲੋਕਾਂ ਤੋਂ ਉਹ ਡਰੇ ਤੇ ਉਸਨੇ ਨੂੰ ਜਾਣ ਲਿਆ ਕਿ ਉਸਨੇ ਸਾਡੇ ਉੱਤੇ ਦ੍ਰਿਸ਼ਟਾਂਤ ਕਿਹਾ ਹੈ ਅਤੇ ਫਿਰ ਉਸਨੂੰ ਛੱਡ ਕੇ ਚਲੇ ਗਏ। ਤਦ ਉਸਨੇ ਫਰੀਸੀਆਂ ਤੇ ਹੈਰੋਦੀਆਂ ਵਿੱਚੋਂ ਕਈਆਂ ਨੂੰ ਉਹਦੇ ਕੋਲ ਸੱਦਿਆ ਤੇ ਉਸਨੇ ਕਿਹਾ ਕਿ ਉਹਨਾਂ ਦੀਆਂ ਗੱਲਾਂ ਦੀ ਫਾਹੇ ਵਿੱਚ ਫਸਾਉਣ। ਸੋ ਉਹਨਾਂ ਨੇ ਉਹਨੂੰ ਆਖਿਆ ਕਿ ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਸੱਚਾ ਹੈ, ਤੈਨੂੰ ਕਿਸੇ ਦੀ ਪਰਵਾਹ ਨਹੀਂ, ਕਿਉਂਕਿ ਤੂੰ ਮਨੁੱਖਾਂ ਦਾ ਪੱਖ ਹੀ ਨਹੀਂ ਕਰਦਾ, ਤੂੰ ਸੱਚਾਈ ਨਾਲ ਪਰਮੇਸ਼ਰ ਦਾ ਰਾਹ ਵੇਖਦਾ ਹੈ, ਦੱਸਦਾ ਹੈ। ਕੈਸਰ ਨੂੰ ਜਜ਼ੀਆ ਦੇਣਾ ਯੋਗ ਹੈ ਕਿ ਨਹੀਂ, ਅਸੀਂ ਖਾਈਏ ਤਾਂ ਫਿਰ ਅਸੀਂ ਤਾਂ ਕਿ ਜਜ਼ੀਆ ਦੇਣਾ ਯੋਗ ਹੈ ਕਿ ਨਹੀਂ, ਅਸੀਂ ਦੇਈਏ ਕਿ ਨਾ? ਔਰ ਉਸਨੇ ਉਹਨਾਂ ਦਾ ਕਪਟ ਜਾਣ ਕੇ ਉਹਨਾਂ ਨੂੰ ਆਖਿਆ ਕਿ ਹਾਂ, ਮੇਰੇ ਕੋਲ ਲਿਆਓ ਅਤੇ ਤੁਸੀਂ ਕਿਉਂ ਪਛਤਾਉਂਦੇ ਹੋ? ਇਕੱਠਿਆਂ ਨਹੀਂ ਮੇਰੇ ਕੋਲ ਲਿਆਓ ਤਾਂ ਮੈਂ ਵੇਖਾਂ ਕਿ ਉਹ। ਤੇ ਉਸਨੇ ਉਹਨੂੰ ਆਖਿਆ, ਜਿਹੜੀਆਂ ਚੀਜ਼ਾਂ ਕੈਸਰ ਦੀਆਂ ਨੂੰ, ਜਿਹੜੀਆਂ ਚੀਜ਼ਾਂ ਪਰਮੇਸ਼ਰ ਦੀਆਂ ਪਰਮੇਸ਼ਰ ਦੀਆਂ। ਤਾਂ ਸਾਰੇ ਉਸ ਤੋਂ ਬਹੁਤ ਹੀ ਹੈਰਾਨ ਹੋਏ। ਔਰ ਸਦੂਕੀ ਜਿਹੜੇ ਆਖਦੇ ਸਨ ਕਿ ਕਿਆਮਤ ਨਹੀਂ ਹੋਣੀ, ਉਹਦੇ ਕੋਲ ਆਏ ਤੇ ਉਸਨੂੰ ਇਹ ਕਹਿ ਸਵਾਲ ਕੀਤਾ, ਗੁਰੂ ਜੀ, ਸਾਡੇ ਲਈ ਮੂਸਾ ਨੇ ਲਿਖਿਆ ਕਿ ਜੇ ਕੋਈ ਕਿਸੇ ਦਾ ਭਾਈ ਮਰ ਜਾਵੇ ਤਾਂ ਉਹਦੀ ਤੀਵੀਂ ਰਹੇ ਤੇ ਉਸਦੀ ਔਲਾਦ ਨਾ ਜੋ ਛੱਡ ਗਿਆ ਹੋਵੇ ਤਾਂ ਉਸਦਾ ਭਾਈ ਉਸਦੀ ਔਰਤ ਨੂੰ ਕਰ ਲਵੇਗਾ ਤੇ ਉਹ ਆਪਣੇ ਭਾਈ ਲਈ ਵੰਸ਼ ਪੈਦਾ ਕਰੇਗੀ। ਅਤੇ ਇਸ ਲਈ ਪਹਿਲੇ ਨੇ ਕੀਤੀ ਅਤੇ ਫਿਰ ਉਹ ਔਂਤ ਮਰ ਗਿਆ, ਤਾਂ ਦੂਏ ਨੇ ਉਸਨੂੰ ਕੀਤੀ ਤਾਂ ਉਹ ਔਂਤ ਮਰ ਗਿਆ। ਇਸ ਤਰ੍ਹਾਂ ਤੀਸਰਾ ਔਰ ਸਭ ਤੋਂ ਔਂਤ ਮਰ ਗਏ, ਪਰ ਸਾਰਿਆਂ ਦੇ ਪਿੱਛੋਂ ਉਹ ਔਰਤ ਵੀ ਮਰ ਗਈ। ਹੁਣ ਕਿਆਮਤ ਉਹਨਾਂ ਵਿੱਚੋਂ ਕਿਸ ਦੀ ਔਰਤ ਹੋਊਗੀ? ਤੇ ਸੰਤਾਂ ਨੇ ਉਸਨੂੰ ਇਸਤਰੀ ਕੱਢ ਕੇ ਵਸਾਇਆ ਸੀ। ਯਿਸੂ ਨੇ ਉਸਨੂੰ ਆਖਿਆ ਕਿ ਤੁਸੀਂ ਇਸ ਕਰਕੇ ਤਾਂ ਕੋਈ ਭੁੱਲ ਨਹੀਂ ਪਈ ਫਿਰਦੇ ਜੇ ਤੁਸੀਂ ਪੁਸਤਕਾਂ ਨੂੰ ਜਾਂ ਫਿਰ ਪੁਸਤਕਾਂ ਨੂੰ ਨਾ ਪਰਮੇਸ਼ਰ ਦੀ ਅਵਸਥਾ ਨੂੰ ਹਿਲਾਓ, ਕਿਉਂ ਜਦੋਂ ਮੁਰਦਿਆਂ ਵਿੱਚੋਂ ਸਬਜ਼ੀ ਉੱਠਦੇ ਹਨ ਤਾਂ ਵਿਆਹ ਨਾ ਕਿਉਂਕਿ ਜਦ ਮੁਰਦਿਆਂ ਵਿੱਚੋਂ ਜੀ ਉੱਠਦੇ ਹਨ ਤਾਂ ਨਾ ਵਿਆਹ ਕਰ ਦਿੰਦੇ ਹਨ ਨਾ ਹੀ ਵਿਆਹ ਜਾਂਦੇ ਹਨ, ਸਗੋਂ ਸਵਰਗੀ ਦੂਤਾਂ ਵਰਗੇ ਹਨ। ਪਰ ਪਰਮੇਸ਼ਰ ਮੁਰਦਿਆਂ ਦੇ ਵਿਖੇ ਜਿਹੜੇ ਜਵਾਲ ਜਾਂਦੇ ਹਨ, ਤੁਸੀਂ ਸਭਾ ਮੂਰਖਾਂ ਦੀ ਮੰਡਲੀ ਸਵਰਗੀ ਦੂਤਾਂ ਵਰਗੇ ਹੁੰਦੇ ਹਨ ਤੇ ਮੁਰਦਿਆਂ ਦੇ ਵਿਖੇ ਜੋ ਜਵਾਲੇ ਜਾਂਦੇ ਹਨ। ਇਹ ਤੁਸੀਂ ਮੂਸਾ ਦੀ ਪੋਥੀ ਵਿੱਚ ਝਾੜੀ ਦੀ ਕਥਾ ਨਹੀਂ ਪੜ੍ਹੀ ਕਿ ਪਰਮੇਸ਼ਰ ਨੇ ਉਸਨੂੰ ਕਿਹਕਰ ਆਖਿਆ ਕਿ ਮੈਂ ਅਬਰਾਹਮ ਦਾ ਪਰਮੇਸ਼ਰ ਹਾਂ
ਤੇ ਨਾ ਹੀ ਮੈਂ ਸਗਾ ਜਿਉਂਦਿਆਂ ਦਾ ਪਰਮੇਸ਼ਰ ਹਾਂ। ਤੁਸੀਂ ਵੱਡੀ ਭੁੱਲ ਵਿੱਚ ਪਏ ਹੋਏ ਹੋ। ਜਦੋਂ ਤੁਸੀਂ ਨਾ ਪਰਮੇਸ਼ਰ ਦੀ ਸਮਰੱਥਾ ਨੂੰ ਜਾਣਦੇ ਹੋ ਤੇ ਤੁਸੀਂ ਨਾ ਹੀ ਪੁਸਤਕਾਂ ਨੂੰ ਨਾ ਪਰਮੇਸ਼ਰ ਦੀ ਸਮਰੱਥਾ ਨੂੰ ਜਾਣਦੇ ਹੋ ਕਿ ਜਦੋਂ ਮੁਰਦਿਆਂ ਵਿੱਚੋਂ ਸਾਰੇ ਜੀ ਉੱਠਦੇ ਹਨ ਤਾਂ ਵਿਆਹ ਨਹੀਂ ਕਰਦੇ ਤੇ ਨਾ ਹੀ ਵਿਆਹ ਜਾਂਦੇ ਹਨ ਸਵਰਗੀ ਦੂਤਾਂ ਵਰਗਿਆਂ, ਪਰ ਮੁਰਦਿਆਂ ਦੇ ਵਿਖੇ ਜੋ ਜਵਾਲੇ ਜਾਂਦੇ ਹਨ। ਸਗੋਂ ਤੁਸੀਂ ਮੂਸਾ ਦੀ ਪੁੱਤਰੀ ਵਿੱਚ ਦੀ ਝਾੜੀ ਵਿੱਚ ਕਥਾ ਵਿੱਚ ਪੜ੍ਹਿਆ ਪਰਮੇਸ਼ਰ ਉਸਨੂੰ ਕਿਵੇਂ ਆਪਣਾ ਆਤਮਾ ਦਿੱਤਾ ਤੇ ਦੇਖਿਆ ਕਿ ਮੈਂ ਅਬਰਾਹਮ ਹਾਂ। ਪਰਮੇਸ਼ਰ ਇਸਾਕ ਦਾ ਪੁੱਤਰ ਤੇ ਯਾਕੂਬ ਦਾ ਪੁੱਤਰ ਮੈਂ ਅਬਰਾਹਮ ਹਾਂ। ਪਰ ਉਹ ਮੁਰਦਿਆਂ ਦਾ ਪਰਮੇਸ਼ਰ ਹੈ ਤਾਂ ਵੀ ਸਗੋਂ ਜਿਉਣਾ ਦਾ ਵੀ ਹੈ। ਤੁਸੀਂ ਉਹ ਡੰਡੀ ਲੁੱਟ ਕਰਕੇ ਦੇਖੋ। ਗ੍ਰੰਥੀਆਂ ਵਿੱਚ ਇੱਕ ਨੇ ਕੋਲ ਆ ਕੇ ਉਹਨੂੰ ਆਖਿਆ ਕਿ ਉਸਦਾ ਸਵਾਲ ਦਾ ਜਵਾਬ ਸੁਣਿਆ ਤੇ ਉਸ ਇਹ ਸਮਝ ਕੇ ਉਸਨੇ ਉਹਨੂੰ ਚੰਗਾ ਜਵਾਬ ਦਿੱਤਾ ਕਿ ਉਹਨੂੰ ਪੁੱਛਿਆ ਕਿ ਸਭ ਨਾ ਹੁਕਮ 'ਚ ਕਿਹੜਾ ਵੱਡਾ ਤੇ ਕਿਹੜਾ ਛੋਟਾ ਹੈ। ਤੇ ਜਿਸ ਨੂੰ ਜਵਾਬ ਦਿੱਤਾ ਵੀ ਮੁੱਖ ਦੇ ਵਿੱਚ ਹੈ ਕਿ ਇਸਰਾਇਲ ਸੁਣ, ਪ੍ਰਭੂ ਸਾਡਾ ਪਰਮੇਸ਼ਵਰ ਤੁਹਾਡੇ ਉੱਤੇ ਹੈ। ਤਾਂ ਤੁਸੀਂ ਉਹਨਾਂ ਨੂੰ ਆ ਕੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਸਾਰੀ ਜਾਨ ਨਾਲ, ਸਾਰੇ ਧਨ ਨਾਲ ਤੁਸੀਂ ਸੇਵਾ ਕਰੇਗਾ ਤੇ ਫਿਰ ਤੂੰ ਆਪਣੀ ਸਾਰੀ ਬੁੱਧੀ ਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ। ਦੁਬਾਰਾ ਇਹ ਤਿੰਨ ਸ਼ਕਤੀ ਨਾਲ ਤੂੰ ਪਰ ਸਮੇਂ ਦੁਆ ਇੱਕ ਜਿਹੀ ਪੌੜੀ ਆਪਣੇ ਗੁਆਂਢੀਆਂ ਨੂੰ ਵੀ ਕੀਤੀ ਜਾ ਸਕਦੀ ਹੈ। ਦੁਆ ਇੱਕ ਜਿਹੀ ਪੌੜੀ ਹੈ ਜੋ ਆਪਣੇ ਗੁਆਂਢੀਆਂ ਨਾਲ ਵੀ ਕੀਤੀ ਜਾ ਸਕਦੀ ਹੈ ਅਤੇ ਉਹ ਵੱਡਾ ਤੇ ਇਹਨਾਂ ਵਿੱਚੋਂ ਵੱਡਾ ਹੋਰ ਕੋਈ ਨਹੀਂ। ਉਸ ਗ੍ਰੰਥੀ ਨੂੰ ਆਖਿਆ ਕਿ ਗੁਰੂ ਜੀ ਤੇ ਸੱਚ ਆਖਿਆ ਕਿ ਬਈ ਇੱਕੋ ਹੈ ਉਹ ਅਤੇ ਉਸ ਦੇ ਬਿਨਾਂ ਹੋਰ ਕੋਈ ਨਹੀਂ। ਸਾਡੇ ਦਿਲ ਨਾਲ ਤੇ ਸਾਡੇ ਸਮਝ ਨਾਲ ਸਾਰੀ ਸ਼ਕਤੀ ਨਾਲ ਉਹਨੂੰ ਪਿਆਰ ਕਰਨਾ, ਗੁਆਂਢੀ ਨੂੰ ਵੀ ਆਪਣੇ ਜਿਹਾ ਪਿਆਰ ਕਰਨਾ ਅਤੇ ਸਾਰੇ ਹੋਮਾਂ ਤੇ ਬਲੀਦਾਨਾਂ ਨਾਲੋਂ ਵੀ ਵੱਧ। ਜਿਸ ਨੂੰ ਦੇਖਿਆ ਕਿ ਉਸਨੇ ਅਕਲ ਨਾਲ ਉੱਤਰ ਦਿੱਤਾ ਹੈ ਤਾਂ ਉਸਨੂੰ ਆਖਿਆ ਤੂੰ ਪਰਮੇਸ਼ਰ ਦੇ ਰਾਜ ਤੋਂ ਦੂਰ ਨਹੀਂ। ਅਤੇ ਇਦੋਂ ਅੱਗੇ ਕਿਸੇ ਦਾ ਇਹ ਆਉਣਾ ਪਿਆ ਕਿ ਉਸਦੇ ਕੋਲੋਂ ਕੁਝ ਸਵਾਲ ਕਰ ਸਕੇ। ਯਿਸੂ ਨੇ ਹੈਕਲ ਵਿੱਚ ਉਪਦੇਸ਼ ਦਿੰਦੇ ਹੋਏ ਅੱਗੋਂ ਆਖਿਆ ਗ੍ਰੰਥੀ ਕੀ ਰੱਖਦੇ ਹਨ ਕਿ ਤੁਸੀਂ ਮਸੀਹ ਦਾਊਦ ਦਾ ਪੁੱਤਰ ਹੈ। ਦਾਊਦ ਨੇ ਪਵਿੱਤਰ ਆਤਮਾ ਦੇ ਰਾਹੀਂ ਆਪੇ ਆਖਿਆ ਹੈ। ਜਿਸ ਨੇ ਹੈਕਲ ਵਿੱਚ ਉਪਦੇਸ਼ ਕਰਦੇ ਹੋਏ ਆਖਿਆ ਗ੍ਰੰਥੀ ਕਿਵੇਂ ਕਹਿੰਦੇ ਹਨ ਕਿ ਤੂੰ ਮਸੀਹ ਦਾ ਪੁੱਤਰ ਹੈ। ਦਾਊਦ ਨੇ ਪਵਿੱਤਰ ਆਤਮਾ ਦੇ ਰਾਹੀਂ ਆਖਿਆ ਕਿ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ ਕਿ ਮੇਰੇ ਪੈਰਾਂ ਸੱਜੇ ਪੈਰ ਹੇਠ ਜਦੋਂ ਤੱਕ ਮੈਂ ਵੈਰੀਆਂ ਨੂੰ ਜੋ ਪੈਰਾਂ ਦੇ ਵਿੱਚ ਆ ਸਕੇ ਹਨ। ਅਤੇ ਦਾਊਦ ਜਦ ਆਪਣੇ ਪ੍ਰਭੂ ਨੂੰ ਪੁਕਾਰਿਆ ਫਿਰ ਉਹ ਉਸ ਦਾ ਪੁੱਤਰ ਕਿਉਂ ਹੋਇਆ ਤੇ ਵੱਡੀ ਰੀਤ ਖੁਸ਼ੀ ਨਾਲ ਨਹੀਂ ਮੁੱਕਦੀ। ਅਤੇ ਉਸਨੇ ਆਪਣੇ ਸਮੁੰਦਰ ਵਿੱਚ ਜਾ ਕੇ ਗ੍ਰੰਥੀਆਂ ਤੋਂ ਚੌਕਸ ਰਹੋ ਤੇ ਜਿਹੜੇ ਲੰਬੇ ਵਸਤਰ ਪਹਿਨੇ ਤੁਰਦੇ ਫਿਰਦੇ ਹਨ ਅਤੇ ਉਹ ਅਵਾਰਾ ਤੇ ਸਲਾਮ ਲੈਣ ਅਤੇ ਸਮਾਜਾਂ ਵਿੱਚ ਅਗਲੀਆਂ ਕੁਰਸੀਆਂ ਤੇ ਜਵਾਲਤਾਂ ਵਿੱਚ ਉਤਰੀਆਂ ਥਾਵਾਂ ਵਿੱਚ ਉੱਪਰਲੀਆਂ ਥਾਵਾਂ ਨੂੰ ਲੋਚਦੇ ਹਨ ਤੇ ਉਹ ਵਿਧਵਾ ਦੇ ਘਰਾਂ ਨੂੰ ਚੱਟ ਕਰ ਜਾਂਦੇ ਹਨ ਤੇ ਵਿਚਾਰੇ ਲਈ ਬ੍ਰਿਟਿਸ਼ ਜਦੋਂ ਉੱਚੀਆਂ ਥਾਵਾਂ ਨੂੰ ਲੋਚਦੇ ਹਨ ਤੇ ਉਹ ਵਿਧਵਾ ਦੇ ਘਰਾਂ ਨੂੰ ਚੱਟ ਜਾਂਦੇ ਹਨ ਤੇ ਜ਼ਮਾਨੇ ਦੇ ਖਜ਼ਾਨੇ ਦੇ ਸਾਹਮਣੇ ਬੈਠ ਕੇ ਉਹ ਵੇਖ ਰਹੇ ਸੀ ਤੇ ਲੋਕ ਖਜ਼ਾਨੇ ਵਿੱਚ ਕਿਸ ਤਰ੍ਹਾਂ ਮਿਲ ਕੇ ਆਉਂਦੇ ਹਨ ਤੇ ਪੈਸੇ ਪਾਉਂਦੇ ਹਨ ਤੇ ਧੰਨਵਾਦ ਨੇ ਬਹੁਤ ਕੁਝ ਪਾਇਆ। ਧੰਨਵਾਨਾਂ ਨੇ ਪਰ ਇੱਕ ਕੰਗਾਲ ਫਲ ਨੂੰ ਵਧੇਰੇ ਉਹਨਾਂ ਨੂੰ ਆਖਿਆ ਕਿ ਮੈਂ ਤੁਹਾਨੂੰ ਸੱਚ ਆਖਦਾ ਕਿ ਜਿਹੜੇ ਖਜ਼ਾਨੇ ਵਿੱਚ ਪਾਉਂਦੇ ਹਨ ਉਹ ਸਭਨਾਂ ਵਿੱਚੋਂ ਇਸ ਕੰਗਾਲ ਵਿਧਵਾ ਨੇ ਬਹੁਤ ਜ਼ਿਆਦਾ ਪਾਇਆ ਕਿਉਂਕਿ ਸਭ ਨੇ ਆਪੋ ਆਪਣੇ ਮਾਲ ਵਿੱਚੋਂ ਕੁਝ ਪਾਇਆ ਪਰ ਇਸਨੇ ਆਪਣੀ ਥੋੜ੍ਹ ਵਿੱਚੋਂ ਸਭ ਕੁਝ ਜੋ ਇਹਦਾ ਸੀ ਆਪਣੀ ਸਾਰੀ ਪੂੰਜੀ ਪਾ ਦਿੱਤੀ। ਅੰਤ ਕਾਲ ਦੇ ਨਿਸ਼ਾਨ। ਤਾਂ ਹੈਕਲੋਂ ਬਾਹਰ ਜਾ ਰਿਹਾ ਸੀ ਤਾਂ ਚੇਲਿਆਂ ਵਿੱਚੋਂ ਇੱਕ ਨੇ ਉਸਨੂੰ ਆਖਿਆ ਕਿ ਗੁਰੂ ਜੀ ਵੇਖੋ ਕਿਹੋ ਜਿਹੇ ਪੱਥਰ ਤੇ ਕਈਆਂ ਇਮਾਰਤਾਂ ਤੇ। ਜਿਸ ਨੂੰ ਆਖਿਆ ਕਿ ਵੱਡੀਆਂ ਇਮਾਰਤਾਂ ਤੋਂ ਵੇਖਦਾ ਇੱਥੇ ਪੱਥਰ ਉੱਤੇ ਪੱਥਰ ਨਹੀਂ ਛੱਡਿਆ ਜਾਵੇਗਾ ਜੋ ਡਿੱਗਿਆ ਨਾ ਜਾਵੇ। ਕੀ ਤੁਸੀਂ ਜੈਤੂਨ ਦੇ ਪਹਾੜ ਤੋਂ ਨਿਕਲ ਕੇ ਸਾਹਮਣੇ ਜਦੋਂ ਬੈਠਾ ਸੀ ਤਪਸਤ ਰਸਤੇ ਯਾਕੂਬ, ਯਹੋਨਾ ਤੇ ਅੰਦਰਿਆਸ ਨੇ ਆਪਣੇ ਇਲਾਕੇ ਵਿੱਚ ਉਹਦੇ ਅੱਗੇ ਅਰਜ਼ ਕੀਤੀ ਤੇ ਕਿਹਾ ਕਿ ਸਾਨੂੰ ਦੱਸ ਇਹ ਸਾਰੀਆਂ ਗੱਲਾਂ ਉਦੋਂ ਹੋਣਗੀਆਂ ਤਾਂ ਸੰਵਿਧਾਨ ਤੇ ਕੀ ਹੋਵੇਗਾ। ਤਾਂ ਇਹ ਸਭ ਜਦੋਂ ਪੂਰੀਆਂ ਹੋਣਗੀਆਂ ਉਸਨੇ ਆਣ ਕੇ ਚੌਕਸ ਰਹੋ ਐਂਡ ਉਹ ਉਹਨਾਂ ਨੂੰ ਆਖਣ ਲੱਗਿਆ ਕਿ ਤੁਸੀਂ ਭੁਲਾਵੇ ਵਿੱਚ ਨਾ ਪੈਣਾ ਅਤੇ ਸਾਰਾ ਕੁਛ ਨਾਮ ਧਾਰ ਕੇ ਲਵੇਰੇ ਇਹ ਕਹਿੰਦੇ ਨਜ਼ਰ ਆਉਣਗੇ ਕਿ ਮੈਂ ਉਹੀ ਹਾਂ ਤੇ ਬਹੁਤਿਆਂ ਨੂੰ ਦੁਪਾਸ਼ੇ ਮਿਲਣਗੇ ਪਰ ਇਹ ਲੜਾਈਆਂ ਤੇ ਆਵਾਈਆਂ
ਸੁਣੋ ਤਾਂ ਤੁਸੀਂ ਘਬਰਾ ਜਾਣਾ। ਇਹਨਾਂ ਦਾ ਵੇਲਾ ਹੁਣ ਬਹੁਤ ਹੀ ਨਜ਼ਦੀਕ ਹੈ, ਅੰਤ ਨਹੀਂ ਹੈ। ਹੁਣ ਇਹਦਾ ਹੋਣਾ ਜ਼ਰੂਰ ਹੈ ਪਰ ਅੰਤ ਨਹੀਂ, ਕਿਉਂ ਜੋ ਕੌਮ ਅਤੇ ਪਾਤਸ਼ਾਹੀ ਉੱਤੇ ਚੜਾਈ ਕਰੇਗੀ ਤਾਂ ਭੁਚਾਲ ਆਉਣਗੇ ਤੇ ਖਾਲ ਪੈਣਗੇ। ਪਰ ਇਹ ਤਾਂ ਅਜੇ ਪੀੜਾਂ ਦਾ ਆਰੰਭ ਹੈ। ਤੁਸੀਂ ਚੁੱਪ ਰਹੋਗੇ ਕਿ ਤੁਹਾਨੂੰ ਮਸਲੇ ਦੇ ਹਵਾਲੇ ਨਹੀਂ ਕੀਤਾ ਜਾਵੇਗਾ। ਸਮਾਜਾਂ ਵਿੱਚ ਤੁਸੀਂ ਮਾਰ ਖਾਓਗੇ ਤੇ ਹਾਕਮਾਂ ਦੇ ਰਾਜਿਆਂ ਤੇ ਅੱਗੇ ਮੇਰੇ ਕਾਰਨ ਖੜੇ ਕੀਤੇ ਜਾਓਗੇ ਤਾਂ ਜੋ ਤੁਸੀਂ ਉਹਨਾਂ ਉੱਤੇ ਸਾਖੀ ਦੇ ਸਕੋ। ਅਤੇ ਦੇਖੋ ਜ਼ਰੂਰ ਕਿ ਪਹਿਲਾਂ ਸਾਰੀਆਂ ਕੌਮਾਂ ਦੇ ਅਤੇ ਅੱਗੇ ਪਿੱਛੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾਵੇਗਾ, ਫਿਰ ਤੁਹਾਨੂੰ ਲੈ ਜਾ ਕੇ ਹਵਾਲੇ ਕਰਨ ਦਾ ਅੱਗੋਂ ਚਿੰਤਾ ਨਾ ਕਰਨੀ, ਕਿਉਂਕਿ ਇਹ ਖਾਵਾਂਗੇ ਕੀ ਖਾਵਾਂਗੇ। ਇਹ ਉਹ ਘੜੀ ਤੁਹਾਨੂੰ ਬਖਸ਼ਿਆ ਗਿਆ ਹੈ। ਕੋਈ ਸਹਿਣਾ ਕੁਛ ਕਹਿਣਾ ਤੇ ਕਹਿਣ ਵਾਲੇ ਤੁਸੀਂ ਨਹੀਂ ਹੋ। ਅਤੇ ਪਵਿੱਤਰ ਆਤਮਾ ਤਾਂ ਹੈ ਵੀ ਭਾਈ ਨੂੰ ਇੱਕ ਦੂਸਰੇ ਦੇ ਖਿਲਾਫ ਲੜਾ ਦਿੰਦਾ ਅਤੇ ਫਿਰ ਇੱਕ ਦੂਸਰੇ ਨੂੰ ਮਰਵਾਉਣ ਦੀਆਂ ਮਰਵਾਉਣ ਦੀਆਂ ਪ੍ਰੇਅਰ ਬੱਚੇ ਮਾਪਿਆਂ ਦੇ ਵਿਰੁੱਧ ਖੜੇ ਹੁੰਦੇ ਹਨ ਤੇ ਅਰਥ ਮਰਵਾ ਸੁੱਟਣਗੇ ਤੇ ਮੇਰੇ ਨਾਮ ਕਰਕੇ ਸਭ ਲੋਕੀ ਤੁਹਾਡੇ ਨਾਲ ਵੈਰ ਕਰਨਗੇ, ਪਰ ਜਿਹੜਾ ਅੰਤ ਤੁਹਾਡੀ ਸਹਾਇਤਾ ਸੀ ਬਚਾਇਆ ਜਾਵੇਗਾ। ਜਦ ਤੁਸੀਂ ਉਸ ਚੜ੍ਹਨ ਵਾਲੀ ਕਾਨੂੰਨੀ ਚੀਜ਼ ਨੂੰ ਜਿਸ ਤੋਂ ਨਹੀਂ ਚਾਹੀਦਾ ਕਿ ਉੱਥੇ ਖੜੀ ਕੀਤੀ ਜਾਵੇ ਪੜ੍ਹਨ ਵਾਲਾ ਆਪੇ ਸਮਝਦੇ ਸਾਥ ਉਹ ਆਪਣੇ ਵਿਦਿਆ ਵਿੱਚ ਹੋਣ ਤੇ ਪਹਾੜਾਂ ਨੂੰ ਭੱਜਣ, ਜਿਹੜਾ ਕੋਠੇ ਤੇ ਹੇਠਾਂ ਨੂੰ ਉਤਰੇ, ਜਿਹੜਾ ਆਪਣੇ ਪਰ ਕੁਛ ਲੈ ਜਾਣ ਲਈ ਅੰਦਰ ਵੜੇ ਤੇ ਫਿਰ ਜਿਹੜਾ ਖੇਤ ਵਿੱਚ ਹੋਏ ਆਪਣੇ ਕੱਪੜੇ ਲੈਣ ਨੂੰ ਨਾ ਪਿੱਛੇ ਮੁੜੇ। ਹਮਸੋਸ ਉਹਨਾਂ ਦੇ ਜਿਹੜੀਆਂ ਉਹਨਾਂ ਦੇ ਵਿੱਚ ਗਰਭਣੀਆਂ ਤੇ ਦੁੱਧ ਪਿਉਣ ਵਾਲੀਆਂ ਹੋਣਗੀਆਂ, ਪਰ ਤੁਸੀਂ ਪ੍ਰਾਰਥਨਾ ਕਰੋ ਕਿ ਇਹ ਸਿਆਲ ਵਿੱਚ ਸਭ ਕੁਛ ਨਾ ਹੋਵੇ, ਕਿਉਂਕਿ ਉਹਨਾਂ ਦਿਨ ਤਾਂ ਐਡਾ ਕਸ਼ਟ ਹੋਏਗਾ ਜਦ ਸ੍ਰਿਸ਼ਟੀ ਮੁੱਢੋਂ ਹੀ ਜਿਸ ਨੂੰ ਪਰਮੇਸ਼ਰ ਨੇ ਸਾਜਿਆ ਸੀ ਕਿ ਹੁਣ ਭੇਡਾਂ ਨਾਲ ਹੋਇਆ ਕਿ ਤੁਸੀਂ ਨਾ ਕਦੇ ਹੋਵੇਗਾ। ਤੇ ਜੇ ਪ੍ਰਭੂ ਦਾ ਉਹਨੇ ਦਿਨੀ ਦਿਲ ਨੂੰ ਨਾ ਘਟਾਉਣਾ ਤੇ ਕੋਈ ਸਰੀਰ ਨਾ ਬਚ ਕਰਦੇ। ਉਹਨਾਂ ਚੁਣਿਆ ਹੋਇਆ ਦੀ ਖਾਤਰ ਜਿਹਨਾਂ ਨੂੰ ਚੁਣਿਆ ਹੈ ਉਸਨੇ ਉਹਨਾਂ ਦਿਲਾਂ ਨੂੰ ਘਟਾਇਆ। ਅਤੇ ਉਸ ਸਮੇਂ ਦੇ ਕੋਈ ਤੁਹਾਨੂੰ ਆਖੇ ਕਿ ਮਸੀਹ ਇੱਥੇ ਜਾਂ ਉੱਥੇ ਸੱਚ ਨਾ ਮੰਨਣਾ, ਕਿਉਂਕਿ ਝੂਠੇ ਮਸੀਹ ਝੂਠੇ ਨਬੀ ਉੱਠਣਗੇ ਤੇ ਨਿਸ਼ਾਨ ਅਚਰਜ ਕੰਮ ਤੁਹਾਨੂੰ ਵਿਖਾ ਲੈਣਗੇ। ਉਵੇਂ ਹੀ ਚੁਣਿਆ ਹੋਇਆ ਤੇ ਭੁਲੇਖੇ ਵਿੱਚ ਪਾ ਦੇਣ, ਉਹ ਚੁਣਿਆ ਹੋਇਆ ਨੂੰ ਵੱਡੇ ਭੁਲੇਖੇ ਦੇ ਵਿੱਚ ਪਾ ਦੇਣ। ਪਰ ਤੁਸੀਂ ਚੌਕਸ ਰਹੋ, ਕਿਉਂਕਿ ਮੈਂ ਤੁਹਾਨੂੰ ਤੁਹਾਡੇ ਅੱਗੋਂ ਹੀ ਸਭ ਕੁਛ ਦੱਸ ਦਿੱਤਾ। ਇਸ ਲਈ ਉਹਨਾਂ ਦਿਨ ਕਸ਼ਟ ਦੇ ਪਿੱਛੋਂ ਸੂਰਜ ਹਨੇਰਾ ਹੋ ਜਾਵੇਗਾ, ਚਾਨਣੀ ਟੈਨ ਆਪਣੀ ਚਾਨਣੀ ਨਾਲ ਦੇਵੇਗਾ, ਤਾਰੇ ਕਸ਼ਟ ਡਿੱਗ ਪੈਣਗੇ ਤੇ ਜਿਹੜੀਆਂ ਸ਼ਕਤੀਆਂ ਆਕਾਸ਼ ਵਿੱਚ ਹਨ ਉਹ ਫਲਾਈਆਂ ਜਾਣਗੀਆਂ ਤੇ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਤੇ ਤੇਜ਼ ਨਾਲ ਬਦਲਾ ਵਿੱਚੋਂ ਤੁਸੀਂ ਆਉਂਦਿਆਂ ਵੇਖੋਗੇ। ਉਸ ਵੇਲੇ ਦੂਤਾਂ ਨੂੰ ਭੇਜੇਗਾ ਤੇ ਚੌਕੂਟਾਂ ਤੋਂ ਧਰਤੀ ਦੀ ਹੱਦੋਂ ਆਕਾਸ਼ ਦੀ ਹੱਦ ਤੱਕ ਆਪਣੇ ਚੁਣੇ ਹੋਇਆ ਉਹ ਇਕੱਠਾ ਕਰੇਗਾ। ਪਰ ਅੰਜੀਰ ਦੇ ਬਿਰਛ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਉਹ ਟਾਹਣੀ ਜਿਹੜੀ ਨਰਮ ਹੁੰਦੀ ਹੈ ਤੇ ਉਹ ਪੱਤੇ ਫੁੱਟਦੇ ਅੰਤ ਜਾਣ ਲੈਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ। ਇਸ ਤਰ੍ਹਾਂ ਜੇ ਤੁਸੀਂ ਵੇਖੋ ਕਿ ਇਹ ਗੱਲਾਂ ਹੁੰਦੀਆਂ ਤਾਂ ਜਾਣ ਲਓ ਵੀ ਉਹ ਨੇੜੇ। ਉਸ ਕੋ ਬਹੁਤ ਥੇ ਤੁਹਾਨੂੰ ਸੱਚ ਆਖਦਾ ਕਿ ਤੁਸੀਂ ਇਹ ਗੱਲਾਂ ਨਾ ਹੋਲਣ ਦੇਵੋਗੇ ਤਦ ਤੱਕ ਇਹ ਪੱਤਰੀ ਬੀਤ ਨਾ ਜਾਵੇਗੀ। ਆਕਾਸ਼ ਤੇ ਧਰਤੀ ਸਭ ਟਲ ਜਾਣਗੇ, ਬਚਨ ਕਦੇ ਵੀ ਨਹੀਂ ਟਲਣਗੇ। ਅਤੇ ਇਹ ਸਵਰਗ ਦੂਤੋ ਨਾ ਪੁੱਤ ਔਰ ਕੇਵਲ ਪਿਓ ਖਬਰਦਾਰ ਜਾਗਦੇ ਰਹੋ, ਪ੍ਰਾਰਥਨਾ ਲਈ ਤਿਆਰ ਰਹੋ ਕਿ ਤੁਸੀਂ ਨਹੀਂ ਜਾਣਦੇ ਕਿ ਇਹ ਵੇਲਾ ਕਦ ਹੋਵੇਗਾ। ਇਹ ਇੱਕ ਪਰਦੇਸੀ ਗਿਆ ਹੋਏ ਮਨੁੱਖ ਵਰਗਾ ਹੈ ਜਿਸ ਨੂੰ ਘਰੋਂ ਜਾਂਦੇ ਵੇਲੇ ਆਪਣੇ ਨੌਕਰਾਂ ਨੂੰ ਅਖਤਿਆਰ ਦਿੱਤਾ ਤੇ ਹਰੇਕ ਨੂੰ ਉਸਦਾ ਕੰਮ ਦੇ ਦਿੱਤਾ, ਦਰਬਾਨ ਨੂੰ ਆਪਣਾ, ਅਤੇ ਉਸਨੂੰ ਹੁਕਮ ਦਿੱਤਾ ਕਿ ਤੂੰ ਜਾਗਦਾ ਰਹਿਣਾ, ਜਾਗਦੇ ਰਹੋ ਕਿਉਂਕਿ ਤੁਸੀਂ ਪਰਤਾਈ ਵਿੱਚ ਨਾ ਪਵੋ। ਘਰ ਦਾ ਮਾਲਕ ਕਾ ਦੇਵੇਗਾ ਔਰ ਸਾਂਝ ਨੂੰ ਅੱਧੀ ਰਾਤ ਨੂੰ ਉਹ ਚਾਕੂ ਕੱਟ ਪਾਕ ਦੇਣ ਦੇ ਵੇਲੇ ਜਾਂ ਤੜਕੇ ਨੂੰ ਫਰਜਿਆ ਨਾ ਹੋਈ ਜੋ ਅਚਾਨਕ ਆਣ ਕੇ ਉਹ ਤੁਹਾਨੂੰ ਸੁੱਤਿਆਂ ਪਿਆ ਵੇਖੇ। ਅਤੇ ਮੈਂ ਤੁਹਾਨੂੰ ਕਹਿਣਾ ਕਿ ਤਾਂ ਕਿ ਜੋ ਮੈਂ ਤੁਹਾਨੂੰ ਆਖਦਾ ਹਾਂ ਸੋ ਸਾਰਿਆਂ ਨੂੰ ਹੀ ਆਖਦਾ ਹਾਂ ਵੀ ਤੁਸੀਂ ਜਾਗਦੇ ਰਹੋ। ਮਰਕਸ ਪ੍ਰਭੂ ਦਾ ਫੜਾਇਆ ਜਾਣਾ। ਇਹਨਾਂ ਦਿਨਾਂ ਪਿੱਛੋਂ ਪਸਾ ਅਤੇ ਪਤੀਲੀ ਰੋਟੀ ਦਾ ਤਿਆਰ ਹੋਣ ਵਾਲਾ ਸੀ ਔਰ ਪ੍ਰਧਾਨ ਜਾਜਕ ਔਰ ਗ੍ਰੰਥੀ ਇਸ ਗੱਲ ਦੇ ਪਿੱਛੇ ਲੱਗੇ ਰਹੇ ਕਿ ਉਹਨਾਂ ਨੂੰ ਕਿੱਕਰ ਛਾਲ ਨਾਲ ਫੜ ਕੇ ਜਾਣਾ ਮਾਰੀ। ਉਹਨਾਂ ਨੇ ਆਖਿਆ ਤਿਉਹਾਰ ਦੇ ਦਿਨ ਤੁਸੀਂ ਕਿਤੇ ਜਾ ਨਹੀਂ ਸਕਦੇ ਤੇ ਕਿਤੇ ਲੋਕਾਂ ਵਿੱਚ ਤੁਸੀਂ ਬਲਵਾ ਨਾ ਫੈਲ ਜਾਵੇ। ਤੇ ਉਹ ਬੈਤਨੀਆ ਵਿੱਚ ਸ਼ਮੂਨ ਕੋਹੜੀ ਦੇ ਘਰ ਰੋਟੀ ਖਾਣ ਨੂੰ ਬੈਠੇ ਔਰ ਇੱਕ ਤੇ ਮਹਿੰਗੇ ਮੁੱਲੇ ਅਤਰ ਅਤੇ ਸ਼ੀਸ਼ੇ ਨੂੰ ਭੰਨ ਕੇ ਉਸਦੇ ਸਿਰ ਉੱਤੇ ਡੋਲ ਦਿੱਤਾ ਤੇ ਕਿੰਨੇ ਆਪਣੇ ਮਨ ਵਿੱਚ ਖਿੱਚ ਕੇ ਬੋਲੇ ਕਿ ਇਸ ਦਾ ਅੰਤ ਇਸ ਅਤਰ ਦਾ ਇਹ ਨੁਕਸਾਨ ਕਾਹਨੂੰ ਹੋਇਆ, ਕਿਉਂਕਿ ਹੋ ਸਕਦਾ ਸੀ ਕਿ ਅਤਰ 150 ਰੁਪਏ ਤੋਂ ਵੀ
ਨੂੰ ਵਿਕਦਾ ਤੇ ਕੰਗਾਲ ਲੁੱਟ ਜਾਂਦਾ। ਸੋ ਉਸ ਤੀਵੀਂ ਨੂੰ ਉਹ ਝਿੜਕਣ ਲੱਗੇ ਜਿਸ ਨੇ ਉਸਨੂੰ ਆਖਿਆ ਕਿ ਇਹਨੂੰ ਛੱਡ ਦਿਓ, ਤੁਸੀਂ ਇਹਨੂੰ ਕਿਉਂ ਕੋਸਦੇ ਹੋ? ਉਸਨੇ ਮੇਰੇ ਨਾਲ ਚੰਗਾ ਵਰਤਾਅ ਕੀਤਾ, ਇਸ ਲਈ ਕਿ ਜੋ ਕੰਗਾਲ ਤੁਹਾਡੇ ਨਾਲ ਸੁਧਾਰਨਗੇ। ਪਰ ਤੁਸੀਂ ਇਹ ਗੱਲਾਂ ਸੋਚਦੇ ਹੋ ਕਿ ਜੋ ਉਸਨੂੰ ਬਣ ਪਿਆ ਉਸਨੇ ਕੀਤਾ ਅਤੇ ਮੈਂ ਉਸ ਦਾ ਤੁਹਾਡੇ ਨਾਲ ਰਹਿੰਦੇ ਹਨ। ਉਸਨੇ ਅੱਗੋਂ ਹੀ ਆਪਣੇ ਸਰੀਰ ਉੱਤੇ ਦਫਨਾਉਣ ਲਈ ਅਤਰ ਪਾ ਦਿੱਤਾ ਮੇਰੇ ਸਰੀਰ ਉੱਤੇ। ਤੇ ਮੈਂ ਤੁਹਾਨੂੰ ਸੱਚ ਆਖਦਾ ਕਿ ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾਵੇਗਾ, ਇਸ ਗੱਲ ਨੇ ਜੋ ਉਸਨੇ ਕੀਤੀ ਉਸ ਦੀ ਯਾਦਗਾਰੀ ਵਿੱਚ ਸਦਾ ਲਈ ਵਾਧਾ ਹੋਵੇਗਾ। ਉਸ ਦੀ ਯਾਦਗਾਰੀ ਲਈ ਕਿਹਾ ਜਾਵੇਗਾ। ਜੁਦਾ ਅਸਕਰ ਜੋਤੀ ਜਿਹੜਾ ਉਹਨਾਂ 12 ਵਿੱਚੋਂ ਇੱਕ ਸੀ, ਪ੍ਰਧਾਨ ਜੱਜ ਕੋਲ ਚਲਾ ਗਿਆ ਤੇ ਉਸਨੇ ਉੱਠ ਕੇ ਉਹਨਾਂ ਦੇ ਹੱਥ ਖਿਲਾ ਦਿੱਤੇ ਤੇ ਸੁਣ ਕੇ ਆਨੰਦ ਹੋਏ ਤੇ ਉਸਨੂੰ ਸੁਣ ਦੇਣ ਦਾ ਕਰਾਰ ਕੀਤਾ। ਤੇ ਤਦ ਉਹ ਇਸ ਗੱਲ ਦੇ ਵਿੱਚ ਪਿੱਛੇ ਲੱਭ ਕੇ ਉਸਨੂੰ ਇੱਕ ਮੌਕਾ ਪਾ ਕੇ ਉਸਨੂੰ ਛੁਡਵਾ ਦੇਵੋ, ਉਸਨੇ ਕਿਹਾ। ਅਤੇ ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਾਂ ਪ੍ਰਸਾਦ ਦੇ ਲਈ ਬਲਿਦਾਨ ਕਰ ਦਿੰਦੇ ਸੀ ਤਾਂ ਉਹ ਉਸਦੇ ਚੇਲਿਆਂ ਨੂੰ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਅਸੀਂ ਜਾ ਕੇ ਤੇਰੇ ਪੱਸਾ ਖਾਣ ਦੀ ਤਿਆਰੀ ਕਰੀਏ। ਤਦ ਉਹਨੇ ਆਪਣੇ ਚੇਲਿਆਂ ਵਿੱਚੋਂ 2 ਨੂੰ ਘੱਲਿਆ ਤੇ ਆਖਿਆ, ਸ਼ਹਿਰ ਵਿੱਚ ਜਾਓ, ਇੱਕ ਮਨੁੱਖ ਪਾਣੀ ਦਾ ਘੜਾ ਚੁੱਕ ਕੇ ਸਾਨੂੰ ਮਿਲੇਗਾ, ਉਸਦੇ ਮਗਰ ਤੁਰ ਪਿਓ। ਜਿਸ ਘਰ ਵਿੱਚ ਉਹ ਜਾਵੇ ਤੁਸੀਂ ਉਸ ਘਰ ਦੇ ਮਾਲਕ ਨੂੰ ਕਹੋ ਵੀ ਗੁਰੂ ਕਹਿੰਦਾ ਹੈ ਕਿ ਮੇਰਾ ਉਤਾਰੇ ਦੀ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਦੇ ਨਾਲ ਪੱਸਾ ਖਾਵਾਂ। ਉਹ ਆਪ ਹੀ ਤੁਹਾਨੂੰ ਇੱਕ ਵੱਡਾ ਚੁਬਾਰਾ ਫਰਸ਼ ਵਿਛਿਆ ਹੋਇਆ ਸਵਾਰਿਆ ਹੋਇਆ ਖਾਲੇਗਾ ਅਤੇ ਤੁਸੀਂ ਉੱਥੇ ਸਾਡੇ ਲਈ ਤਿਆਰੀ ਕਰੋ। ਤੇ ਚੇਲੇ ਚਲੇ ਗਏ। ਸ਼ਹਿਰ ਵਿੱਚ ਜਾ ਕੇ ਜਿਹੋ ਜਿਹਾ ਉਸਨੇ ਉਹਨਾਂ ਨੂੰ ਦੱਸਿਆ ਸੀ ਤੇ ਉਹ ਜਿਹੇ ਠਾਰ ਤੇ ਪੱਸਾ ਤਿਆਰ ਕੀਤੀ। ਤੇ ਸਾਂਝ ਪਈ ਤੇ ਉਹਨਾਂ 12 ਦੇ ਨਾਲ ਉਹ ਆਇਆ। ਜਦ ਉਹ ਬੈਠੇ ਤਦ ਉਸਨੇ ਜਿਸਨੂੰ ਤੁਹਾਨੂੰ ਸੱਚ ਆਖਦਾ ਵੀ ਤੁਹਾਡੇ ਵਿੱਚੋਂ ਇੱਕ ਹੈ ਜੋ ਮੇਰੇ ਨਾਲ ਖਾਂਦਾ ਔਰ ਮੈਨੂੰ ਫੜਾਵੇਗਾ। ਤਦ ਉਹ ਉਦਾਸ ਹੋਣ ਤੇ ਇੱਕ ਇੱਕ ਕਰਕੇ ਉਸ ਨੂੰ ਕਹਿਣ ਲੱਗੇ, ਕਿਉਂ ਮੈਂ ਹਾਂ। ਤਦ ਉਹਨਾਂ ਸਾਰਿਆਂ ਨੇ ਉਹਨਾਂ ਨੂੰ ਆਖਿਆ, 12 ਵਿੱਚੋਂ ਇੱਕ ਜਣਾ ਮੇਰੇ ਨਾਲ ਕਟੋਰੇ ਵਿੱਚ ਹੱਥ ਡੋਬਦਾ ਸੋਈ ਹੈ। ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ, ਪਰ ਉਹਦੇ ਹੱਕ ਵਿੱਚ ਲਿਖਿਆ ਹੈ ਕਿ ਹਾਏ ਉਸ ਮਨੁੱਖ ਉੱਤੇ ਜਿਹਦੇ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ। ਅਤੇ ਉਹ ਮਨੁੱਖ ਦੇ ਲਈ ਭਲਾ ਇਹ ਹੁੰਦਾ ਕਿ ਉਹ ਨਾ ਜੰਮਦਾ। ਅਤੇ ਜੇ ਉਹ ਜਦੋਂ ਖਾ ਪੀ ਰਹੇ ਸਨ, ਉਸਨੇ ਰੋਟੀ ਲਈ ਤੇ ਬਰਕਤ ਦਿੱਤੀ ਤੇ ਰੋਟੀ ਤੋੜੀ। ਉਹਨਾਂ ਨੂੰ ਦੇਖ ਕੇ ਉਸਨੇ ਆਖਿਆ, ਲਓ ਇਹ ਮੇਰਾ ਸਰੀਰ ਹੈ। ਤੇ ਫਿਰ ਉਸਨੇ ਉਸਨੂੰ ਪਿਆਲਾ ਲੈ ਕੇ ਸ਼ੁਕਰ ਕੀਤਾ, ਉਹਨੂੰ ਦਿੱਤਾ ਤੇ ਸਭਨਾਂ ਨੂੰ ਉਸ ਵਿੱਚ ਪੀਤਾ। ਤੇ ਉਸਨੇ ਉਸਨੂੰ ਆਖਿਆ, ਇਹ ਮੇਰਾ ਲਹੂ ਹੈ, ਅਰਥਾਤ ਤੁਸੀਂ ਨੇਮ ਦਾ ਲਹੂ ਤੇ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ। ਮੈਂ ਤੁਹਾਨੂੰ ਸੱਚ ਆਖਦਾ ਕਿ ਜੇ ਫਿਰ ਕਦੇ ਅੰਗੂਰ ਦਾ ਰਸ ਨਾ ਪੀਂਗਾ ਜਿਸ ਦਿਨ ਦੀ ਉਹ ਨਵਾਂ ਨਾ ਪੀਣਾ। ਤਦ ਭਜਨ ਗਾ ਕੇ ਜੈਤੂਨ ਦੇ ਪਹਾੜ ਨੂੰ ਨਿਕਲ ਗਏ। ਜਿਸ ਨੂੰ ਆਖਿਆ, ਤੁਸੀਂ ਸਭੇ ਠੋਕਰ ਖਾਓਗੇ, ਕਿਉਂਕਿ ਲਿਖਿਆ ਵੀ ਮੈਂ ਯਾਲੀ ਨੂੰ ਮਾਰਾਂਗਾ ਤੇ ਭੇਡਾਂ ਖਿੱਲਰ ਖੁੱਲ ਜਾਣਗੀਆਂ। ਮੈਂ ਆਪਣੇ ਜੀ ਉੱਠਣ ਦੇ ਪਿੱਛੋਂ ਅੱਗੇ ਨੂੰ ਗਲੀਲ ਨੂੰ ਜਾਵਾਂਗਾ। ਤਦ ਪਤਰਸ ਨੇ ਉਹਨੂੰ ਆਖਿਆ, ਸਭੇ ਠੋਕਰ ਖਾਣ ਪਰ ਮੈਂ ਨਹੀਂ ਖਾਵਾਂਗਾ। ਜਿਸ ਨੂੰ ਆਖਿਆ, ਮੈਂ ਤੈਨੂੰ ਸੱਚ ਕਹਿਣਾ ਕਿ ਤੂੰ ਅੱਜ ਇਸੇ ਰਾਤ ਕੁੱਕੜ ਦੇ 2 ਵਾਰ ਬੰਗ ਦੇਣ ਤੋਂ ਅੱਗੋਂ 3 ਵਾਰੀ ਮੇਰਾ ਇਨਕਾਰ ਕਰੇਗਾ। ਪਰ ਉਸਨੇ ਵੱਡੇ ਹੱਥ ਨਾਲ ਕਿਹਾ, ਜੇ ਮੈਨੂੰ ਤੇਰੇ ਨਾਲ ਮਰਨ ਵੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਨਹੀਂ ਕਰਾਂਗਾ। ਸਭੇ ਇਸੇ ਤਰ੍ਹਾਂ ਬੋਲੇ। ਤਦ ਉਹ ਗਸਤਮਨੀ ਨਾਮੇ ਇੱਕ ਥਾਂ ਤੇ ਆਇਆ ਤੇ ਉਸਨੇ ਚੇਲਿਆਂ ਨੂੰ ਕਿਹਾ, ਜਦ ਇੱਕ ਮੈਂ ਪ੍ਰਾਰਥਨਾ ਕਰਦਾ ਤੁਸੀਂ ਇੱਥੇ ਬੈਠੋ। ਤਾਂ ਪਤਰਸ ਨੇ ਵੀ ਕੂਦ ਜੀ ਉਹਨਾਂ ਨੂੰ ਆਪਣੇ ਨਾਲ ਲਿਆ। ਹੈਰਾਨ ਪਰੇਸ਼ਾਨ ਬਹੁਤ ਦਿਲਗੀਰ ਹੋਣ ਲੱਗਿਆ ਉਹ। ਤੇ ਉਸਨੇ ਉਹਨਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤੇ ਤੁਸੀਂ ਇੱਥੇ ਠਹਿਰੋ ਔਰ ਜਾਗਦੇ ਰਹੋ। ਔਰ ਥੋੜਾ ਅੱਗੇ ਵੱਧ ਕੇ ਪੁੰਜੜੀ ਗਏ ਤੇ ਪ੍ਰਾਰਥਨਾ ਕੀਤੀ ਕਿ ਜੇਕਰ ਹੋ ਸਕੇ ਤਾਂ ਇਹ ਘੜੀ ਮੈਥੋਂ ਟਲ ਜਾਵੇ। ਅਤੇ ਉਹ ਆਖਿਆ, ਅੱਬਾ ਹੇ ਪਿਤਾ, ਤੇਥੋਂ ਸਭ ਕੁਛ ਹੋ ਸਕਦਾ ਹੈ, ਇਹ ਪਿਆਲਾ ਮੇਰੇ ਕੋਲੋਂ ਹਟਾ ਦੇ ਤਾਂ ਵੀ ਉਹ ਨਾ ਹੋਵੇ ਜਿਹੜਾ ਮੈਂ ਚਾਹੁੰਦਾ ਹੈ, ਪਰ ਉਹ ਜਿਹੜਾ ਤੂੰ ਚਾਹੁੰਦਾ ਹੈ। ਫਿਰ ਉਸਨੇ ਆਣ ਕੇ ਉਹਨਾਂ ਨੂੰ ਸੁੱਤੇ ਹੋਏ ਵੇਖਿਆ ਤੇ ਪਤਰਸ ਨੂੰ ਆਖਿਆ, ਇਹ ਸ਼ਿਮੋਨ ਤੂੰ ਸੌਣਾ ਕੀ? ਤੇ ਇੱਥੋਂ 2 ਘੜੀ ਵੀ ਨਹੀਂ ਜਾਗ ਹੋਇਆ, 1 ਘੜੀ ਵੀ ਨਹੀਂ ਜਾਗ ਹੋਇਆ। ਜਾਗਦੇ ਰਹੋ, ਪ੍ਰਾਰਥਨਾ ਕਰੋ ਤਾਂ ਜੋ ਪ੍ਰਤਾਪ ਵਿੱਚ ਨਾ ਪਵੋ। ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ। ਤੇ ਫਿਰ ਉਹ ਗਿਆ ਤੇ ਉਹੀ ਗੱਲ ਕਹਿ ਕੇ ਪ੍ਰਾਰਥਨਾ ਕੀਤੀ। ਅਤੇ ਫਿਰ ਆਣ ਕੇ ਉਸਨੇ ਉਹਨਾਂ ਨੂੰ ਸੁੱਤੇ ਪਏ ਦੇਖਿਆ ਤੇ ਕਿਉਂ ਜੋ ਉਹਨਾਂ ਦੀਆਂ ਅੱਖਾਂ ਨੀਂਦਰ ਨਾਲ ਭਰੀਆਂ ਹੋਈਆਂ ਸਨ। ਉਹ ਨਹੀਂ ਜਾਣਦੇ ਸਨ ਵੀ ਉਸ ਉਹਨਾਂ ਨੂੰ ਕੀ ਉਹ ਉਹਨੂੰ ਉਤਰ ਦੇਣ। ਅਤੇ ਉਹ ਤੀਸਰੀ ਵਾਰ ਉਸਨੇ ਆ ਕੇ ਉਹਨਾਂ ਨੂੰ ਆਖਿਆ, ਹੁਣ ਤੁਸੀਂ ਸੁੱਤੇ ਹੀ ਰਹੋ ਤੇ ਆਰਾਮ ਕਰੋ। ਬਸ ਹੈ, ਘੜੀ ਆ ਚੁੱਕੀ, ਵੇਖੋ ਦਾ ਪੁੱਤਰ ਪਾਪੀ ਨਾਲ ਫੜਵਾਇਆ ਜਾਂਦਾ ਹੈ। ਉੱਠੋ ਚੱਲੀ ਜੇ, ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ। ਅਜੇ ਬੋਲਦਾ ਹੀ ਸੀ ਕਿ ਉਵੇਂ ਜੂਨ ਦਾ ਜਿਹੜਾ 12 ਵਿੱਚੋਂ ਇੱਕ ਸੀ ਆਇਆ ਅਤੇ ਪ੍ਰਧਾਨ ਜਾਜਕਾਂ ਗ੍ਰੰਥੀਆਂ ਤੇ ਬਜ਼ੁਰਗਾਂ ਦੇ ਵੱਲੋਂ ਇੱਕ ਭੀੜ ਤਲਵਾਰਾਂ ਤੇ ਡਾਂਗਾਂ ਫੜੀ ਉਹਦੇ ਨਾਲ ਸੀ। ਉਹਦੇ ਫੜਵਾਉਣ ਵਾਲੇ ਨੇ ਉਹਨਾਂ ਨੂੰ ਇਹ ਕਹਿ ਕੇ ਪਤਾ ਦਿੱਤਾ ਸੀ ਕਿ ਜਿਹਨੂੰ ਮੈਂ ਚੁੰਮਾ ਹੋਈ ਹੈ ਉਹਨੂੰ ਫੜ ਕੇ ਤਕੜਾਈ ਨਾਲ ਲੈ ਜਾਣਾ। ਜਦੋਂ ਉਹ ਆ ਗਿਆ ਤੇ ਝੱਟ ਉਹਦੇ ਕੋਲ ਜਾ ਕੇ ਉਸਨੇ ਆਖਿਆ, ਸਵਾਮੀ ਜੀ, ਅਤੇ ਉਸਨੂੰ ਚੁੰਮਿਆ ਤੇ ਉਸਨੇ ਉਸ ਉੱਤੇ ਹੱਥ ਪਾਏ। ਤਦ ਉਹਨਾਂ ਉਸ ਉੱਤੇ ਹੱਥ ਪਾਏ ਤੇ ਫੜ ਲਿਆ।
ਜਿਹੜੇ ਉੱਥੇ ਖੜੇ ਸਨ ਉਹਨਾਂ 'ਚੋਂ ਇੱਕ ਨੇ ਤਲਵਾਰ ਧੂਲੀ ਔਰ ਸਰਦਾਰ ਜਾਜਕ ਦੇ ਚਾਕਰ ਨੂੰ ਮਾਰ ਕੇ ਉਸਦਾ ਕੰਨ ਉਡਾ ਦਿੱਤਾ। ਤਦ ਯਿਸੂ ਨੇ ਉਹਨਾਂ ਨੂੰ ਅੱਗਿਓਂ ਆਖਿਆ ਵੀ ਤਲਵਾਰਾਂ ਅਤੇ ਡਾਂਗਾਂ ਫੜੀ ਕੀ ਤੁਸੀਂ ਤਾਂ ਮੈਨੂੰ ਡਾਕੂ ਵਾਂਗੂ ਫੜਨ ਨੂੰ ਨਿਕਲਿਓ। ਮੈਂ ਰੋਜ਼ ਹੈਕਲ ਵਿੱਚ ਤੁਹਾਡੇ ਸਾਹਮਣੇ ਤੁਹਾਡੇ ਕੋਲ ਹੁੰਦਾ ਸੀ, ਉਪਦੇਸ਼ ਵੀ ਦਿੰਦਾ ਸੀ, ਉਦੋਂ ਤੁਸੀਂ ਮੈਨੂੰ ਨਹੀਂ ਫੜਿਆ। ਪਰ ਇਹ ਇਸ ਲਈ ਹੋਇਆ ਜੋ ਲਿਖਤਾਂ ਪੂਰੀਆਂ ਹੋਣ ਵੀ ਸਭੇ ਚੇਲੇ ਜਿਸ ਨੂੰ ਛੱਡ ਕੇ ਭੱਜ ਗਿਆ ਤੇ ਉਹ ਜਵਾਨ ਜਿਸਨੇ ਦੁਪੱਟਾ ਆਪਣੇ ਨੰਗੇ ਪਿੰਡੇ ਉੱਤੇ ਲਿਆ ਹੋਇਆ ਸੀ ਉਸ ਦੇ ਮਗਰ ਤੁਰਿਆ ਔਰ ਲੋਕਾਂ ਨੇ ਉਸ ਨੂੰ ਫੜ ਲਿਆ ਔਰ ਉਹ ਦੁਪੱਟਾ ਛੱਡ ਕੇ ਨੰਗਾ ਭੱਜ ਗਿਆ। ਤਦ ਉਹ ਯਿਸੂ ਨੂੰ ਸਰਦਾਰ ਜਾਜਕ ਕੋਲ ਲੈ ਗਏ ਔਰ ਉਹਦੇ ਕੋਲ ਸਾਰੇ ਪ੍ਰਧਾਨ ਜਾਜਕ ਅਤੇ ਬਜ਼ੁਰਗ ਤੇ ਗ੍ਰੰਥੀ ਇਕੱਠੇ ਹੋਏ ਔਰ ਪਤਰਸ ਕੁਸ਼ਵਿਤ ਨਾਲ ਉਹਦੇ ਪਿੱਛੇ ਸਰਦਾਰ ਜਾਜਕ ਦੇ ਵਿਹੜੇ ਦੇ ਅੰਦਰ ਤੱਕ ਚਲਾ ਗਿਆ ਤੇ ਸਿਪਾਹੀਆਂ ਦੇ ਨਾਲ ਅੰਦਰ ਬੈਠ ਕੇ ਅੱਗ ਸੇਕਣ ਲੱਗਾ। ਪਰ ਪ੍ਰਧਾਨ ਜਾਜਕ ਸਾਰੀ ਇਸ ਮਹਾਸਭਾ ਨੇ ਯਿਸੂ ਦੇ ਵਿਰੁੱਧ ਉਸਨੂੰ ਜਾਨੋਂ ਮਾਰਨ ਦੀ ਗਵਾਹੀ ਢੂੰਢੀ ਪਰ ਨਾ ਲੱਭੀ। ਬਹੁਤਿਆਂ ਨੇ ਉਹਦੇ ਵਿਰੁੱਧ ਝੂਠੀ ਗਵਾਹੀ ਤਾਂ ਦਿੱਤੀ ਪਰ ਉਹਨਾਂ ਦੀ ਗਵਾਹੀ ਕੁਝ ਹੀ ਨਹੀਂ ਸੀ। ਤਦ ਕਈਆਂ ਨੇ ਉੱਠ ਕੇ ਉਹਦੇ ਵਿਰੁੱਧ ਇਹ ਕਹਿ ਕੇ ਝੂਠੀ ਗਵਾਹੀ ਦਿੱਤੀ ਵੀ ਅਸਾਂ ਉਹਨੂੰ ਇਹ ਕਹਿੰਦੇ ਸੁਣਿਆ ਜੋ ਇਸ ਹੈਕਲ ਜਿਹੜੀ ਮੈਂ ਹੱਥਾਂ ਨਾਲ ਬਣਾਈ ਸੀ ਢਾਹ ਦਿਆਂਗਾ ਔਰ 3 ਦਿਨਾਂ ਵਿੱਚ ਇੱਕ ਹੋਰ ਨਵੀਂ ਹੈਕਲ ਬਿਨਾਂ ਹੱਥ ਲਾਏ ਬਣਾਵਾਂਗਾ। ਤਾਂ ਵੀ ਉਹਨਾਂ ਦੀ ਗਵਾਹੀ ਕੁਝ ਹੀ ਨਹੀਂ ਸੀ। ਤਾਂ ਸਰਦਾਰ ਜਾਜਕ ਵਿਚਾਲੇ ਖੜਾ ਹੋਇਆ ਤੇ ਜਿਸ ਨੂੰ ਪੁੱਛਿਆ ਕਿ ਕੀ ਤੂੰ ਕੁਝ ਜਵਾਬ ਨਹੀਂ ਦਿੰਦਾ, ਇਹ ਤੇਰੇ ਵਿਰੁੱਧ ਕੀ ਗਵਾਹੀਆਂ ਦਿੰਦੇ ਹਨ? ਪਰ ਉਹ ਚੁੱਪ ਹੀ ਰਿਹਾ ਤੇ ਕੋਈ ਜਵਾਬ ਨਹੀਂ ਦਿੱਤਾ। ਤਾਂ ਸਰਦਾਰ ਜਾਜਕ ਨੇ ਉਹਨੂੰ ਪੁੱਛਿਆ ਕਿ ਤੂੰ ਮਸੀਹ ਪਰਮ ਧਨ ਦਾ ਪੁੱਤਰ ਹੈ? ਯਿਸੂ ਨੇ ਕਿਹਾ ਮੈਂ ਹਾਂ, ਔਰ ਤੁਸੀਂ ਮਨੁੱਖ ਦੇ ਪੁੱਤਰ ਨੂੰ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਤੇ ਆਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖੋਗੇ। ਤਦ ਸਰਦਾਰ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਕਿ ਹੁਣ ਤੁਹਾਨੂੰ ਗਵਾਹਾਂ ਦੀ ਲੋੜ ਕੀ ਹੈ? ਤੁਸੀਂ ਇਹ ਕੁਫਰ ਸੁਣਿਆ, ਤੁਹਾਡੀ ਜਾਨ ਦੇ ਲਾਇਕ ਹੁਣ ਤੁਸੀਂ ਸੁਣਿਆ। ਉਹਨਾਂ ਸਭਨਾਂ ਨੇ ਉਸ ਨੂੰ ਕਿਹਾ ਕਿ ਹਾਂ ਇਹ ਤਾਂ ਮਾਰੇ ਜਾਣ ਦੇ ਲਾਇਕ ਹੈ। ਤਾਂ ਸਭਨਾਂ ਨੇ ਉਸ ਨੂੰ ਮਾਰੇ ਜਾਣ ਦੇ ਲਾਇਕ ਠਹਿਰਾਇਆ ਅਤੇ ਕਿੰਨੇ ਉਸ ਉੱਤੇ ਥੁੱਕਣ ਅਤੇ ਉਸਦਾ ਮੂੰਹ ਢੱਕਣ ਅਤੇ ਉਸ ਨੂੰ ਮੁੱਕੇ ਮਾਰਨ ਲੱਗੇ ਤੇ ਕਹਿਣ ਲੱਗੇ ਅਗੰਮ ਦੀ ਖਬਰ ਦਿੱਤੀ ਦੇ। ਔਰ ਸਿਪਾਹੀਆਂ ਨੇ ਉਸ ਨੂੰ ਲੈ ਕੇ ਚਪੇੜਾਂ ਵੀ ਮਾਰੀਆਂ ਅਤੇ ਪਤਰਸ ਹੇਠਾਂ ਵਿਹੜੇ ਵਿੱਚ ਸੀ। ਸਰਦਾਰ ਜਾਜਕ ਦੀਆਂ ਗੋਲੀਆਂ ਵਿੱਚੋਂ ਇੱਕ ਆਈ ਔਰ ਪਤਰਸ ਨੂੰ ਅੱਗ ਸੇਕਦਾ ਵੇਖ ਕੇ ਉਹਦੇ ਵੱਲ ਨਿਗਾਹ ਕਰਕੇ ਬੋਲੀ ਤੂੰ ਵੀ ਯਿਸੂ ਨਾਸਰੀ ਦੇ ਨਾਲ ਸੀ? ਉਹ ਮੁੱਕਰ ਕੇ ਬੋਲਿਆ ਨਾ, ਮੈਂ ਜਾਣਦਾ ਨਾ ਮੇਰੀ ਸਮਝ ਵਿੱਚ ਆਉਂਦਾ ਵੀ ਤੂੰ ਕੀ ਬੋਲਦੀ ਹੈ। ਅਤੇ ਉਹ ਬਾਹਰ ਡਿਊਟੀ ਵਿੱਚ ਚਲਾ ਗਿਆ ਤੇ ਗੋਲੀ ਉਸਨੂੰ ਵੇਖ ਕੇ ਫਿਰ ਉਹਨਾਂ ਜਿਹੜੇ ਉੱਥੇ ਖੜੇ ਸਨ ਆਖਣ ਲੱਗੀ ਇਹ ਉਹਨਾਂ ਵਿੱਚੋਂ ਇੱਕ ਹੈ। ਪਰ ਫਿਰ ਉਹ ਮੁੱਕਰ ਗਿਆ। ਥੋੜੇ ਚਿਰ ਪਿੱਛੋਂ ਫਿਰ ਉਹਨਾਂ ਨੇ ਜਿਹੜੇ ਉੱਥੇ ਖੜੇ ਸਨ ਪਤਰਸ ਨੂੰ ਕਿਹਾ ਸੱਚਮੁੱਚ ਤੂੰ ਉਹਨਾਂ ਵਿੱਚੋਂ ਹੀ ਹੈ ਕਿਉਂ ਜੋ ਤੂੰ ਵੀ ਗਲੀਲੀ ਹੈ? ਔਰ ਉਹ ਸ਼ਰਾਬ ਪੀਣ ਤੇ ਸਹੁੰ ਖਾਣ ਲੱਗਾ ਵੀ ਮੈਂ ਉਸ ਮਨੁੱਖ ਨੂੰ ਜਿਹਦੀ ਤੁਸੀਂ ਗੱਲ ਕਰਦੇ ਹੋ ਜਾਣਦਾ ਤੱਕ ਨਹੀਂ। ਔਰ ਝੱਟ ਦੂਜੀ ਵਾਰ ਕੁੱਕੜ ਨੇ ਬਾਂਗ ਦਿੱਤੀ ਤੇ ਪਤਰਸ ਨੂੰ ਉਹ ਗੱਲ ਚੇਤੇ ਆਈ ਜਿਹੜੀ ਯਿਸੂ ਨੇ ਉਸਨੂੰ ਆਖਿਆ ਸੀ ਕੁੱਕੜ ਦੇ ਬਾਗ ਦੇਣ ਤੋਂ ਅੱਗੋਂ ਤੂੰ 3 ਵਾਰੀ ਮੇਰਾ ਇਨਕਾਰ ਕਰੇਂਗਾ। ਔਰ ਇਸ ਗੱਲ ਨੂੰ ਚੇਤੇ ਕਰਕੇ ਸੋਚ ਕੇ ਰੋਣ ਲੱਗਿਆ। ਪ੍ਰਭੂ ਦੀ ਸਲੀਬੀ ਮੌਤ ਸਵੇਰ ਹੁੰਦਿਆਂ ਹੀ ਚੈਪਟਰ 15 ਸਵੇਰ ਹੁੰਦਿਆਂ ਹੀ ਪ੍ਰਧਾਨ ਜਾਜਕਾਂ ਨੇ ਬਜ਼ੁਰਗਾਂ ਤੇ ਗ੍ਰੰਥੀਆਂ ਸਮੇਂ ਔਰ ਸਾਰੀ ਮਹਾਸਭਾ ਨੇ ਸਲਾਹ ਕਰਕੇ ਉਸ ਨੂੰ ਬੰਨਿਆ ਤੇ ਲੈ ਜਾ ਕੇ ਪਿਲਾਤੁਸ ਦੇ ਹਵਾਲੇ ਕੀਤਾ। ਪਿਲਾਤੁਸ ਨੇ ਉਸ ਤੋਂ ਪੁੱਛਿਆ ਭਲਾ ਤੂੰ ਯਹੂਦੀਆਂ ਦਾ ਪਾਤਸ਼ਾਹ ਹੈ? ਉਸਨੇ ਉੱਤਰ ਦਿੱਤਾ ਤੂੰ ਸਭ ਸੱਚ ਆਖਿਆ ਹੈ। ਤਾਂ ਪ੍ਰਧਾਨ ਜਾਜਕਾਂ ਨੇ ਉਸ ਤੇ ਬਹੁਤ ਦੋਸ਼ ਲਾਏ। ਪਿਲਾਤੁਸ ਨੇ ਉਸ ਤੋਂ ਫਿਰ ਪੁੱਛਿਆ ਤੂੰ ਕੁਝ ਜਵਾਬ ਨਹੀਂ ਦਿੰਦਾ, ਵੇਖੋ ਤੇਰੇ ਤੇ ਕਿੰਨੀਆਂ ਗੱਲਾਂ ਦਾ ਦੋਸ਼ ਲਾਉਂਦੇ ਹਨ। ਪਰ ਉਸਨੇ ਫਿਰ ਵੀ ਕੁਝ ਜਵਾਬ ਨਾ ਦਿੱਤਾ ਤੇ ਇੱਥੋਂ ਤੱਕ ਕਿ ਪਿਲਾਤੁਸ ਹੈਰਾਨ ਹੋਇਆ। ਫਿਰ ਉਹ ਤਿਉਹਾਰ ਉੱਤੇ ਇੱਕ ਕੈਦੀ ਜਿਹਦੇ ਕਈ ਲੋਕ ਅਰਜ਼ ਕਰਦੇ ਸਨ ਕਿ ਉਹਨਾਂ ਦੀ ਖਾਤਰ ਛੱਡਦਾ ਹੁੰਦਾ ਸੀ ਤੇ ਬਰੱਬਾਸ ਨਾਂ ਦਾ ਇੱਕ ਮਨੁੱਖ ਸੀ ਜਿਹੜਾ ਪਸਾਦੀਆਂ ਦੇ ਨਾਲ ਜਿਹਨਾਂ ਦਾ ਪਸਾਦ ਵਿੱਚ ਖੂਨ ਕੀਤਾ ਤੇ ਖੂਨ ਕੈਦ ਵਿੱਚ ਪਿਆ ਹੋਇਆ ਸੀ ਅਤੇ ਖੂਨ ਕੀਤਾ ਹੋਇਆ ਸੀ ਤੇ ਕੈਦ ਵਿੱਚ ਪਿਆ ਸੀ। ਲੋਕ ਨੇੜੇ ਜਾ ਕੇ ਅਰਜ਼ ਕਰਨ ਲੱਗੇ ਕਿ ਦਸਤੂਰ ਮੁਤਾਬਕ ਸਾਡੇ ਲਈ ਕਰੋ। ਪਿਲਾਤੁਸ ਨੇ ਇਹਨਾਂ ਨੂੰ ਉੱਤਰ ਦਿੱਤਾ ਕਿ ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਯਹੂਦੀਆਂ ਦੇ ਪਾਤਸ਼ਾਹ ਨੂੰ ਛੱਡ ਦਿਆਂ? ਕਿਉਂ ਜੋ ਉਸਨੇ ਮਾਲੂਮ ਕੀਤਾ ਸੀ ਪ੍ਰਧਾਨ ਜਾਜਕਾਂ ਨੇ ਖਾਰ ਦੇ ਮਾਰੀ ਉਹਨੂੰ ਹਵਾਲੇ ਕੀਤਾ ਹੈ। ਪਰ ਪ੍ਰਧਾਨ ਜਾਜਕਾਂ ਨੇ ਭੀੜ ਨੂੰ ਚੁੱਕਿਆ ਜੋ ਉਹ ਬਰਬਾਸ ਨੂੰ ਹੀ ਉਹਨਾਂ ਦੀ ਖਾਤਰ ਛੱਡ ਦੇਵੇ। ਪਿਲਾਤੁਸ ਨੇ ਉਹਨਾਂ ਨੂੰ ਆਖਿਆ ਕਿ ਜਿਵੇਂ ਤੁਸੀਂ ਯਹੂਦੀਆਂ ਦਾ ਬਾਦਸ਼ਾਹ ਕਹਿੰਦੇ ਫਿਰ ਹੋਰ ਨਾ ਕੀ ਕਰਾਂ? ਉਹ ਫਿਰ ਡੰਡ ਵਾ ਕੇ ਬੋਲੋ ਸਲੀਪ ਦਿਓ। ਪਿਲਾਤੁਸ ਨੇ ਉਹਨੂੰ ਆਖਿਆ ਕਿਉਂ, ਉਹਨੇ ਕੀ ਬੁਰਾਈ ਕੀਤੀ ਹੈ? ਪਰ ਉਹ ਹੋਰ ਵੀ ਡੰਡ ਵਾ ਕੇ ਬੋਲੋ ਸਲੀਪ ਦਿਓ। ਤਦ ਪਿਲਾਤੁਸ ਨੇ ਲੋਕਾਂ ਨੂੰ ਰਾਜ਼ੀ ਕਰਨ ਲਈ ਮਨਸ਼ਾ ਦੇ ਲਈ ਬਰਬਾਸ ਨੂੰ ਛੱਡ ਦਿੱਤਾ ਜਿਸ ਨੂੰ ਕੋਰੜੇ ਮਾਰ ਕੇ ਹਵਾਲੇ ਕੀਤਾ ਜੋ ਸਲੀਬ ਦਿੱਤਾ ਜਾਵੇ। ਤਾਂ ਸਿਪਾਹੀ ਉਸਨੂੰ ਵਿਹੜੇ ਵਿੱਚ ਜਿੱਥੇ ਹਾਕਮ ਦੀ ਕਚਹਿਰੀ ਹੈ ਲੈ ਗਏ ਤੇ ਜਿੱਥੇ ਸਾਰੇ ਜੱਥੇ ਨੂੰ ਇਕੱਠਾ ਬੁਲਾਇਆ ਤੇ ਉਹਨਾਂ ਨੇ ਉਸਨੂੰ ਬੈਂਗਣੀ ਬਸਤਰ ਪਹਿਨਾਇਆ ਤੇ ਕੰਡਿਆਂ ਵਾਲਾ
ਤਾਜ ਗੁੰਦ ਕੇ ਉਸਦੇ ਸਿਰ ਉੱਤੇ ਰੱਖਿਆ ਔਰ ਉਸਨੂੰ ਵਧਾਈਆਂ ਦੇਣ ਲੱਗੇ। ਕੁਝ ਯਹੂਦੀਆਂ ਦੇ ਪਾਤਸ਼ਾਹ ਨਮਸਕਾਰ ਤਦ ਉਹ ਉਸਦੇ ਸਿਰ ਉੱਤੇ ਕਾਨੇ ਮਾਰਦੇ ਥੁੱਕਦੇ ਰਹੇ। ਛੇਡੇ ਗੋਡੇ ਨਵਾ ਕੇ ਉਸਨੂੰ ਮੱਥਾ ਟੇਕਦੀ ਸੰਕਦੀ ਔਰ ਉਸ ਨਾਲ ਠੱਠਾ ਵੀ ਕਰ ਹਟੇ ਤਾਂ ਉਸਦੇ ਉੱਤੋਂ ਬੈਂਗਣੀ ਵਸਤਰ ਲਾ ਲਿਆ ਤੇ ਉਸਨੇ ਆਪਣੇ ਵਸਤਰ ਉਸਨੂੰ ਪਹਿਨਾ ਕੇ ਸਲੀਬ ਉੱਤੇ ਚੜਾਉਣ ਲਈ ਬਾਹਰ ਲੈ ਗਿਆ। ਉਹਨੇ ਸਿਕੰਦਰ ਤੇ ਰੂਫਸ ਦੇ ਪਿਓ ਸ਼ਮੂਨ ਨਾਮੇ ਇੱਕ ਕੁਰੇਨੀ ਲੋਕ ਜਿਹੜਾ ਪਿੰਡੋਂ ਆਉਂਦਿਆਂ ਹੀ ਉੱਥੋਂ ਲੰਘਦਾ ਸੀ ਵਗਾਰੇ ਫੜਿਆ ਔਰ ਉਸਨੂੰ ਦੀ ਸਲੀਬ ਚੁੱਕ ਕੇ ਉਹ ਲੈ ਕੇ ਚੱਲੇ ਔਰ ਫਿਰ ਉਸਨੂੰ ਗਲਗਾਥਾ ਵਿੱਚ ਜਿਹਦਾ ਅਰਥ ਹੈ ਕੋਪਰੀ ਦਾ ਥਾਂ ਉੱਤੇ ਲੈ ਕੇ ਆਏ ਤਾਂ ਉੱਥੇ ਮੈਂ ਵਿੱਚ ਗੰਦਰਸ ਲਾ ਕੇ ਉਸਨੂੰ ਦੇਣ ਲੱਗੀ ਪਰ ਉਹਨੇ ਨਾ ਪੀਤੀ ਤੇ ਉਹਨੂੰ ਸਲੀਬ ਉੱਤੇ ਚੜਾ ਕੇ ਉਸਦਾ ਵਸਤਰ ਪੰਡਲੀ ਗੁਣੇ ਪਾਏ ਅਤੇ ਕਿਹੜਾ ਕਿਹਦੇ ਹਿੱਸਿਆਂ ਵਿੱਚ ਪੈਰ ਦੇ ਦਿਨ ਚੜਿਆ ਹੋਇਆ ਸੀ ਅਤੇ ਤਦ ਉਹਨਾਂ ਨੂੰ ਸਲੀਬ ਉੱਤੇ ਚੜਾਇਆ ਤੇ ਉਹਦੀ ਇਹ ਦੋਸ਼ ਪੱਤਰੀ ਲਿਖੀ ਹੋਈ ਸੀ ਜੋ ਯਹੂਦੀਆਂ ਦਾ ਪਾਤਸ਼ਾਹ ਔਰ ਉਹਨਾਂ ਨੇ ਉਹਦੇ ਨਾਲ ਦੋ ਡਾਕੂਆਂ ਨੂੰ ਵੀ ਜੋ ਉਸਦੇ ਇੱਕ ਸੱਜੇ ਤੇ ਦੋ ਖੱਬੇ ਅਸੀਂ ਸਲੀਬ ਉੱਤੇ ਚੜਾਇਆ ਤੇ ਆਉਣ ਜਾਣ ਵਾਲੇ ਨੂੰ ਮੈਣਾ ਮਾਰਨ ਤੇ ਸਿਰ ਲਾ ਕੇ ਕਹਿਣ ਲੱਗੇ ਵਾਹ ਤੂੰ ਜਿਹੜਾ ਠੈਕਲ ਉਟਾ ਕੇ 3 ਦਿਨਾਂ ਵਿੱਚ ਬਣਾ ਸਕਦਾ ਸਲੀਬ ਉਤਰ ਕੇ ਆਪਣੇ ਆਪ ਨੂੰ ਬਚਾ ਲੈ। ਇਸ ਤਰ੍ਹਾਂ ਪ੍ਰਧਾਨ ਜਾਜਕਾਂ ਨੇ ਆਪੋ ਵਿੱਚ ਗ੍ਰੰਥੀਆਂ ਨਾਲ ਮਿਲ ਕੇ ਠੱਠਾ ਮਾਰਿਆ ਤੇ ਕਿਹਾ ਇਸਨੇ ਹੋਰਾਂ ਨੂੰ ਬਚਾਇਆ ਪਰ ਆਪਣੇ ਆਪ ਨੂੰ ਨਹੀਂ ਬਚਾ ਸਕਦਾ। ਇਸਰਾਇਲ ਦਾ ਪਾਤਸ਼ਾਹ ਮਸੀਹ ਹੁਣੇ ਸਲੀਬ ਉਤਰ ਆਵੇ ਤੇ ਅਸੀਂ ਦੇਖੀਏ ਅਤੇ ਫਿਰ ਪ੍ਰਤੀਤ ਕਰੀਏ ਤੇ ਜਿਹੜੇ ਉਹਦੇ ਨਾਲ ਸਲੀਬ ਉੱਤੇ ਚੜਾਏ ਗਏ ਸਨ ਉਸ ਨੂੰ ਬੋਲੀਆਂ ਮਾਰਦੇ ਰਹੇ। ਜਦੋਂ ਦੁਪਹਿਰ ਹੋਈ ਤਾਂ ਸਾਰੀ ਧਰਤੀ ਦਾ ਹਨੇਰਾ ਛਾ ਗਿਆ ਔਰ 30 ਪੈਰ ਤੀਕ ਰਿਹਾ ਅਤੇ 30 ਪੈਰ ਤੀਕ ਯਿਸੂ ਉੱਚੀ ਆਵਾਜ਼ ਨਾਲ ਬੋਲਿਆ एलोई एलोई लमा सबक्तानी जिसका मतलब है मेरे परमेश्वर तुमने क्यों छड़ दिता। तो किन्ने उन्हां विचों जिहड़े उत्थे खड़े सन ये सुन के बोले कि एलिया वजह मारदा है जिसने किसी नूं स्पंज दौड़ के स्पंज नूं सिरके नाल भिओया अते काने उत्ते टंग के उसनूं चूसन नहीं दिता ते आखिया रहण दिओ और ਅਸੀਂ ਵੇਖੀ ਪਹਿਲਾਂ ਏਲੀਆ ਇਸ ਨੂੰ ਉਤਾਰਨ ਲਈ ਆਉਂਦਾ ਹੈ ਤਦ ਉਸ ਨੂੰ ਉੱਚੀ ਆਵਾਜ਼ ਨਾਲ ਪੁਕਾਰ ਕੇ ਸਾਹ ਛੱਡ ਦਿੱਤਾ ਤੇ ਅਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੀਕਰ ਪਾਟ ਕੇ 2 ਹੋ ਗਿਆ। ਉਸ ਸੂਬੇਦਾਰ ਨੇ ਜਿਹੜਾ ਉਸ ਦੇ ਸਾਹਮਣੇ ਖੜਾ ਸੀ ਵੇਖਿਆ ਉਸਨੇ ਸਾਹ ਛੱਡ ਦਿੱਤਾ ਤੇ ਬੋਲਿਆ ਇਹ ਤਾਂ ਪੁਰਖ ਠੀਕ ਪਰਮੇਸ਼ਰ ਦਾ ਪੁੱਤਰ ਸੀ ਔਰ ਤੀਵੀਆਂ ਦੂਰੋਂ ਵੇਖ ਰਹੀਆਂ ਸਨ ਔਰ ਉਹਨਾਂ ਵਿੱਚੋਂ ਮੈਰੀ ਮਗਦਲੀਨੀ ਨੇ ਛੋਟੇ ਜਾਕੂਬ ਔਰ ਯੋਸਫ ਦੀ ਮਾਤਾ ਮਰੀਅਮ ਤੇ ਸਲੋਮੀ ਸੀ जिस वेले गलील विच सी उस वेले उस दे नाल ही रहिंदियां ते टहल सेवा करदियां हुंदियां सन। होर भी बथेरियां सन जो उस दे नाल यरूशलेम आईयां सन। जद सांझ होई तां इसलिए ओह कुआरी तैयारी दा दिन सी अर्थात उस दिन सबत तो लैके पहला बंदा सी जिहड़ा अरमत्सया दा यूसुफ और पतवंता सलाहकार जिहड़ा आप ही परमेश्वर दी राज दी उड़ीक विच आया सी ते तड़पले बिलास दे कोल जाके उसदी लोथ मंगी तद उसने अंदर अच्छा मन्निया छेती देनी एडी छेती एक ही चर्च बना कि एडी छेती वो किवें मर गया था। सूबेदार कोल साथ के उससे पूछा कि उसने मरे कुछ चिर हो गया। सूबेदार ने मालूम करके लोथ यूसुफ ने दवा दी था। उन्होंने महीन कपड़ा मुल लिया तो उसने उस विच लपेट के उसने उसके अंदर रखा जी पत्थर विच खोदी गई सी उसनूं पत्थर दे मुंह पत्थर उस मुंह तो टका दिता ते फिर दोबारा उस मुंह तो उस जगह उत्ते ला दिता। देखिया कि उसने मरे हुए नूं कुछ चिर हो गया ते उन्होंने सूबेदार मालूम करके उसकी लोथ यूसुफ नूं दवा दित्ती ते महीन कपड़ा मुल लिया ते लोथ नूं उतार के लपेटिया ते कबर दे अंदर रखिया। जिहड़ी कबर पत्थर विच खोदी गई सी कबर दे मुंह ते एक पत्थर जिहड़ा मैरी मगदलीनी ते यूसुफ दी माता मरियम उस थां नूं जिथे रखिया सी उसनूं वेख रहीआं सन। प्रभु दा जी उठना जां सबत दा दिन बीत गया था। मरियम मगदलीनी और याकूब दी माता मरियम सलोमी ने सुगंधा मुल्लां ते आके उस उत्ते मलण लई हफ्ते दे पहले दिन बहुत तड़के सूरज चढ़दे ही उत्थे कबर ते पहुंच गईआं ते आपस विच कहण लगियां साडे लई पत्थर कबर दे मुंह कौन है जिहड़ा रिड़ के लांबे करो। तो उन्होंने निगाह की तो वेख्या जो पत्थर खोदी लांबे रिड़िया पिया है क्यों जो वो बहुत काला दिन सी ते कबर विच जाके उन्होंने एक जवान नूं चिट्टा वस्त्र पहनी सबो चिट्टा वस्त्र पहने सबो कुछ उसने देखा कि कबर जाके एक जवान चिट्टा वस्त्र बैठा। वो हैरान हुई। उन्होंने आख्या कि हैराना हो तुसी यीशु नासरी नूं भालदे हो जिहड़ा सलीब ते चढ़ाया गया सी वो तो जी उठिया इत्थे नहीं है लो ये थां है जिथों उसनूं जिथे रखिया गया सी पर जाओ
ਸੰਚੇਲਿਆਂ ਨੂੰ ਪਤਰਸ ਨੂੰ ਆਖੋ ਉਹ ਤਾਂ ਉੱਥੋਂ ਅੱਗੋਂ ਹੀ ਗਲੀਲ ਨੂੰ ਜਾਂਦਾ ਹੈ, ਤੁਸੀਂ ਉਹਨੂੰ ਉੱਥੇ ਵੇਖੋਗੀਆਂ। ਉਸਨੇ ਆਖਿਆ ਕਿ ਤੁਸੀਂ ਉੱਥੇ ਨਿਕਲ ਕੇ ਕਬਰ ਵਿੱਚੋਂ ਨਿੱਜੀਆਂ ਗਲੀਲ ਦੇ ਵੱਲ ਚਲੀਆਂ ਜਾਓ। ਨੱਸੀਆਂ ਉਹ ਤਦੋਂ ਕਬਰ ਦੇ ਪਾਸਿਓਂ ਦੂਸਰੇ ਪਾਸੇ ਨੱਸੀਆਂ ਤੇ ਕੰਬਦੀਆਂ ਤੇ ਘਬਰਾਉਂਦੀਆਂ ਹੋਈਆਂ ਔਰ ਡਰਦੀਆਂ ਮਾਰੀਆਂ ਕਿਸੇ ਨਾਲ ਕੁਝ ਨਾ ਬੋਲੀਆਂ। ਹਫ਼ਤੇ ਦੇ ਪਹਿਲੇ ਦਿਨ ਜਦੋਂ ਤੜਕੇ ਹੀ ਉੱਠ ਕੇ ਪਹਿਲਾਂ ਮੈਰੀ ਮਗਦਲੀਨੀ ਜਿਹਦੇ ਵਿੱਚ ਉਸਨੇ 7 ਪੋਤ ਕੱਢੇ ਸਨ ਖਾਲੀ ਦਿੱਤੀ। ਉਸਨੇ ਜਾ ਕੇ ਉਸਦੇ ਸਾਥੀਆਂ ਨੂੰ ਜਿਹੜੇ ਸੋਗ ਕਰਦੇ ਸਨ, ਰੋਂਦੇ ਸਨ, ਖਬਰ ਦਿੱਤੀ ਔਰ ਉਹਨਾਂ ਨੇ ਇਹ ਸੁਣ ਕੇ ਕਿ ਚਾਹੁੰਦਾ ਹੈ ਉਸਨੇ ਉਹ ਖਾਲੀ ਦਿੱਤੀ ਪਰ ਸੱਚ ਨਾ ਮੰਨਿਆ। ਇਸ ਦੇ ਪਿੱਛੋਂ ਜਦੋਂ ਹੋਰ ਰੂਪ ਵਿੱਚ ਹੋ ਕੇ ਉਸਨੇ ਵਿੱਚੋਂ 2 ਜਣਿਆਂ ਨੂੰ ਜਾਂ ਰਾਹ ਵਿੱਚ ਚੱਲਦੇ ਸਨ ਤਾਂ ਪਿੰਡ ਦੇ ਵੱਲ ਤੁਰੇ ਜਾਂਦੇ ਸਨ, ਉਹ ਖਾਲੀ ਦਿੱਤਾ ਅਤੇ ਉਹਨਾਂ ਨੇ ਜਾ ਕੇ ਬਾਕੀ ਦਿਨ ਖਬਰ ਦਿੱਤੀ ਪਰ ਉਹਨਾਂ ਨੇ ਉਹਨਾਂ ਦੀ ਪ੍ਰਤੀਤੀ ਨਾ ਕੀਤੀ ਤੇ ਮਗਰੋਂ ਉਹਨਾਂ ਨੇ 11 ਨੂੰ ਵੀ ਜੋ ਖਾਲੀ ਦਿੱਤਾ। ਉਹਨਾਂ ਦੀ ਬੇਪ੍ਰਤੀਤੀ ਸਕਦੀ ਦਾ ਲਾਂਭਾ ਇਸ ਲਈ ਕਿ ਉਹਨਾਂ ਨੇ ਉਸਨੂੰ ਜੀ ਉੱਠਿਆ ਹੋਇਆ ਵੇਖਿਆ ਸੀ ਪਰ ਉਹਦੀ ਪ੍ਰਤੀਤੀ ਨਾ ਕੀਤੀ। ਉਸਨੇ ਉਹਨਾਂ ਨੂੰ ਆਖਿਆ ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਫੈਲਾਨ ਕਰੋ। ਜਿਹੜਾ ਨਿਸ਼ਚਾ ਕਰੋ ਉਹ ਬਪਤਿਸਮਾ ਲਵੋ, ਉਹ ਬਚਾਇਆ ਜਾਵੇਗਾ। ਜਿਹੜਾ ਪ੍ਰਤੀਤ ਨਾ ਕਰੇ ਉਹਦੇ ਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ ਅਤੇ ਨਿਸ਼ਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ। ਔਖੇ ਤਾਂ ਕਿਤੇ ਵੀ ਮੇਰਾ ਨਾਂ ਲੈ ਕੇ ਭੂਤਾਂ ਨੂੰ ਕੱਢ ਸਕਣਗੇ, ਨਵੇਂ ਬੋਲੀਆਂ ਬੋਲਣਗੇ, ਸਭਨਾਂ ਨੂੰ ਚੁੱਕ ਲੈਣਗੇ ਅਤੇ ਕੋਈ ਵੀ ਖਾਣ ਵਾਲੀ ਚੀਜ਼ ਉਸਦਾ ਕੁਝ ਨਹੀਂ ਵਿਚਲੇਗਾ ਅਤੇ ਰੋਗੀਆਂ ਤੇ ਹੱਥ ਰੱਖਣਗੇ ਤੇ ਚੰਗੇ ਹੋ ਜਾਣਗੇ। ਫਿਰ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਨਾਲ ਗੱਲਾਂ ਬਾਤਾਂ ਬਚਨ ਕਰਦਾ ਤੇ ਜਦੋਂ ਉਹ ਬਚਨ ਕਰ ਹਟਿਆ ਤਾਂ ਆਕਾਸ਼ ਉੱਤੇ ਉਠਾ ਲਿਆ ਗਿਆ। ਪਰਮੇਸ਼ਰ ਸੱਜੇ ਜਾ ਬੈਠਿਆ ਤਾਂ ਉਹਨਾਂ ਨੇ ਬਾਹਰ ਜਾ ਕੇ ਹਰ ਥਾਂ ਪ੍ਰਚਾਰ ਕੀਤਾ ਤੇ ਪ੍ਰਭੂ ਉਹਨਾਂ ਦੇ ਨਾਲ ਹੋ ਕੇ ਕੰਮ ਕਰਦਾ ਸੀ ਅਤੇ ਬਚਨ ਨੂੰ ਉਹਨਾਂ ਨਿਸ਼ਾਨੀਆਂ ਦੇ ਰਾਹੀਂ ਜਿਹੜੇ ਇਸ ਦੇ ਨਾਲ ਹੁੰਦੇ ਸਨ ਉਹ ਸਾਬਤ ਵੀ ਕਰਦਾ ਸੀ। ਆਮੀਨ।